ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਕਾਂਗਰਸ ਪਾਰਟੀ ਵਾਲਿਆਂ ਦੇ ਤਾਂ ਬਿਸ਼ਨੋਈ ਸਾਹਿਬ ਨੂੰ ਵੀ ਹਰਿਆਣੇ ਚੋਂ ਅਗਲੇ ਖਿੱਚ ਕੇ ਲੈ ਗਿਆ, ਗੋਆ ਦੇ ਵਿੱਚੋਂ ਤੁਹਾਡੇ ਬੰਦਿਆਂ ਨੂੰ ਖਿੱਚ ਕੇ ਲੈ ਗਿਆ, ਫਿਰ ਕਾਂਗਰਸ ਪਾਰਟੀ ਡਿਨਾਈ ਕਿਵੇਂ ਕਰ ਸਕਦੀ ਹੈ ਕਿ ਭਾਈ ਭਾਰਤੀ ਜਨਤਾ ਪਾਰਟੀ ਬੰਦੇ ਨਹੀਂ ਤੋੜਦੀ? ਇਸੇ ਕਰਕੇ ਕਾਂਗਰਸ ਵਾਲਿਆਂ ਨੇ ਲਾਈਨ ਬੰਨੀ ਹੋਈ ਹੈ, ਫਰਜ਼ ਕਰੋ ਕਿ ਅਸੀਂ ਬੀਜੇਪੀ ਚਲ ਜਾਈਏ ਤਾਂ ਕਿ ਉੱਥੇ ਸਾਨੂੰ ਪ੍ਰੋਟੈਕਸ਼ਨ ਮਿਲ ਜਾਵੇ। ਕਾਂਗਰਸ ਇਸ ਨੂੰ ਨੈਸ਼ਨਲ ਲੈਵਲ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਇਹਦਾ ਵਿਰੋਧ ਕਰਦੀ ਆ। ਗੋਆ ਦੇ ਵਿੱਚ ਹੁਣੇ ਐਮਐਲਏ ਚੱਕੇ, ਇਹ ਸਾਨੂੰ ਹਾਸੋਹੀਣੀ ਗੱਲ ਲੱਗ ਰਹੀ ਹੈ ਨਾ। ਉਹ ਕਹਿੰਦੇ ਜੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਨਾ ਇਹਨਾਂ ਨੇ ਬੀਜੇਪੀ ਚਲ ਜਾਣਾ, ਬਾਜਵਾ ਸਾਹਿਬ ਕਹਿੰਦੇ ਜੀ ਭਗਵੰਤ ਮਾਨ ਸਾਹਿਬ ਨੇ ਬੀਜੇਪੀ ਚਲੇ ਜਾਣਾ। ਕਦੇ ਕਦੇ ਐਂ ਲੱਗਦਾ ਹੁੰਦਾ ਕਿ ਗੱਲਾਂ ਹਲਕੀਆਂ ਹੋਣ ਲੱਗ ਪਈਆਂ। ਬਦਕਿਸਮਤੀ ਇਹ ਆ ਕਿ ਕੋਈ ਨਾ ਕੋਈ ਇਹੋ ਜਿਹੀ ਟੀਚਰ ਕਰ ਦਿੰਦਾ ਇੱਕ ਆਦਮੀ। ਹੁਣ ਟੀਚਰ ਦਾ ਜਵਾਬ ਜੇ ਤੁਸੀਂ ਨਹੀਂ ਦਿੰਦੇ ਤੇ ਇਹ ਪਰਸੈਪਸ਼ਨ ਜਾ ਰਹੀ ਆ ਬਾਹਰ ਕਿ ਇਹ ਡਰ ਗਿਆ ਹੋਊਗਾ ਜੀ ਜਾਂ ਇਹ ਘਬਰਾਉਂਦਾ ਵਾ। ਜਦੋਂ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਆਏ ਆ ਤਾਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਆਏ ਆ ਤੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਭਾਈ ਅਸੀਂ ਸਾਰੇ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਮਾਫ ਕਰਾਂਗੇ। ਉਦੋਂ ਗੱਲ ਤੁਹਾਡੇ ਜ਼ਿਹਨ 'ਚ ਸੀ? ਮੇਰੇ ਤੋਂ ਕੁਝ ਗਲਤੀਆਂ ਹੋਈਆਂ ਪਿਛਲੇ ਸਮੇਂ 'ਚ। ਮੈਂ ਆਮ ਆਦਮੀ ਪਾਰਟੀ ਵਾਸ ਅ ਬਲੈਂਡਰ, ਆਈ ਸ਼ੁਡ ਨਾਟ ਹੈਵ ਗੋਨ। ਜੇ ਮੈਂ ਨਾ ਜਾਂਦਾ ਤਾਂ ਮੈਂ ਪਿਛਲੀ ਕਾਂਗਰਸ ਸਰਕਾਰ ਵਿੱਚ ਵਨ ਆਫ ਦਾ ਸੀਨੀਅਰ ਮੋਸਟ ਮਿਨਿਸਟਰ ਹੋਣਾ ਸੀਗਾ। ਜਿਹੜੇ ਵੀ ਬੰਦੇ ਕੋਈ ਥੋੜੀ ਜਿਹੀ ਬੇਬਾਕ ਗੱਲ ਕਰਦੇ, ਹੀ ਡਸ ਨਾਟ ਵਾਂਟ ਐਨੀਬਡੀ ਜਿਹੜਾ ਅੱਗੇ ਉਹਨਾਂ ਨੂੰ ਕੋਈ ਸਵਾਲ ਜਵਾਬ ਕਰ ਸਕੇ। ਇਹ ਚਾਹੁੰਦਾ ਬਿਲਕੁਲ ਯੈਸ ਮੈਨ। ਅੱਜ ਭਗਵੰਤ ਮਾਨ ਵੀ ਕ੍ਰਾਈਸਿਸ ਵਿੱਚ ਆ, ਕਿਉਂਕਿ ਭਗਵੰਤ ਮਾਨ ਲਿਖੀ ਜਾਂਦਾ ਕਿੰਨਾ ਕੁ ਲਿਖ ਜਾਊਗਾ। ਕੀ ਸੁਖਪਾਲ ਸਿੰਘ ਖਹਿਰਾ ਜਿਹੜੇ ਦਾਅਵਾ ਕਰਦੇ ਆ ਕਿ ਅਸੀਂ ਲੋਕਾਂ ਦੇ ਹੱਕ ਲਈ ਤੁਸੀਂ ਖੜਦੇ ਹੋ, ਇੱਕ ਪੈਨਸ਼ਨ ਵਾਲੇ ਸੌਦੇ ਦੇ ਨਾਲ ਸਹਿਮਤ ਹੋ? ਅਸੀਂ ਸਵਾਗਤ ਕੀਤਾ ਉਹਦਾ। ਬੱਚਤ ਹੋਣੀ ਚਾਹੀਦੀ ਆ। ਨੋਬਡੀ ਹੈਜ਼ ਦ ਰਾਈਟ ਟੂ ਮਲਟੀਪਲ ਪੈਨਸ਼ਨਸ। ਢਾਲੀਵਾਲ ਸਾਹਿਬ ਨੇ ਜ਼ਮੀਨਾਂ ਛਡਾਈਆਂ, ਠੀਕ ਲੱਗਦਾ ਕੰਮ? ਬਿਲਕੁਲ ਗਲਤ ਹੈ। ਅੱਛਾ ਹਾਂ। ਕੈਪਟਨ ਸਾਹਿਬ ਕਿੰਨੀ ਵਾਰੀ ਕਹਿ ਜਾਂਦੇ ਮੈਂ ਫਾਈਲਾਂ ਬੀਬੀ ਸੋਨੀਆ ਗਾਂਧੀ ਨੂੰ ਦਿੱਤੀਆਂ, ਜਿਹੜੇ ਰੇਤਾ ਖਾਂਦੇ ਸੀ ਬੰਦੇ, ਉਹ ਤੁਹਾਡੇ ਪਾਰਟੀ ਦੇ ਵਿੱਚ ਹੀ ਨੇ। ਜੇ ਕਿਤੇ ਢੋ ਮੇਲਾ ਬਣਿਆ ਬੀਬੀ ਸੋਨੀਆ ਗਾਂਧੀ ਨੂੰ ਦਿੱਲੀ ਪੁੱਛਿਓ ਕਿਤੇ ਵੀ ਫਾਈਲ ਕੋਈ ਹੈਗੀ ਦੇ ਦਿਓ, ਆਪਾਂ ਪੰਜਾਬ 'ਚ ਬੰਦੇ ਨੰਗੇ ਕਰਨੇ ਆ। ਜਿਹੜੇ ਬੰਦੇ ਬੀਜੇਪੀ ਚਲੇ ਗਏ ਉਹਨਾਂ ਦੀ ਕੋਈ ਜਾਂਚ ਨਹੀਂ ਹੋ ਰਹੀ। ਕੀ ਇਹ ਤੋਂ ਸਮਝਿਆ ਜਾਵੇਗਾ ਕਿ ਭਗਵੰਤ ਮਾਨ ਬੀਜੇਪੀ ਤੋਂ ਡਰਦਾ ਵਾ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਤੇ ਪਿਛਲੇ ਡੇਢ ਕੁ ਦਿਨ ਤੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜੀ ਉਥਲ-ਪੁਥਲ ਬਹੁਤ ਜ਼ਿਆਦਾ ਹੋਈ ਹੈ। ਇੱਕ ਸ਼ਬਦ ਜਿਹੜਾ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਆ, ਲੋਕਤੰਤਰ। ਕਿਸੇ ਨੂੰ ਇੱਕ ਦਿਨ ਪਹਿਲਾਂ ਲੱਗਦਾ ਸੀ ਕਿ ਲੋਕਤੰਤਰ ਖਤਰੇ 'ਚ ਹੈ, ਕਿਸੇ ਨੂੰ ਹੁਣ ਲੱਗਦਾ ਹੈ ਕਿ ਲੋਕਤੰਤਰ ਖਤਰੇ ਦੇ ਵਿੱਚ ਹੈ। ਰੌਲਾ ਬਹੁਤ ਪੈ ਗਿਆ, ਪਰ ਕਦੇ-ਕਦੇ ਐਂ ਲੱਗਦਾ ਹੁੰਦਾ ਕਿ ਭਾਈ ਲੀਡਰਾਂ ਦਾ ਤਾਂ ਪਤਾ ਨਹੀਂ, ਪਰ ਲੋਕਾਂ ਲਈ ਥੋੜ੍ਹਾ ਜਿਹਾ ਕੰਮ ਔਖਾ ਹੋਇਆ। ਸੁਖਪਾਲ ਸਿੰਘ ਖਹਿਰਾ ਸਾਹਿਬ ਨਾਲ ਨੇ, ਵੱਡੀਆਂ ਪੋਜੀਸ਼ਨਾਂ ਨੇ ਇਸ ਵੇਲੇ। ਇੱਕ ਤਾਂ ਵਿਧਾਇਕ ਨੇ ਸੁਖਪਾਲ ਸਿੰਘ ਖਹਿਰਾ ਸਾਹਿਬ ਭੁਲੱਥ ਵਿਧਾਨ ਸਭਾ ਹਲਕੇ ਤੋਂ, ਜ਼ਿਲ੍ਹਾ ਕਪੂਰਥਲਾ, ਉਹਦੀ ਵੀ ਥੋੜ੍ਹੀ ਜਿਹੀ ਚਰਚਾ ਕਰਾਂਗੇ। ਦੁਆਬਾ। ਇਹਦੇ ਤੋਂ ਇਲਾਵਾ ਉਹਨਾਂ ਨੂੰ ਹੁਣ ਕਾਂਗਰਸ ਪਾਰਟੀ ਨੇ ਕਿਸਾਨ ਵਿੰਗ ਜਿਹੜਾ ਸਾਰੇ ਭਾਰਤ ਦਾ, ਉਹਦਾ ਜ਼ਿੰਮਾ ਦਿੱਤਾ। ਥੋੜ੍ਹਾ ਜਿਹਾ ਖੇਤੀਬਾੜੀ ਦੇ ਅੰਗ ਸੰਗ ਵੀ ਤੁਰਾਂਗੇ, ਪਰ ਆ ਪਿਛਲੇ 1-2 ਦਿਨ ਤੋਂ ਲੋਕਤੰਤਰ ਜਿਹੜਾ ਪੰਜਾਬ ਦੀ ਵਿਧਾਨ ਸਭਾ ਦੇ ਸੈਸ਼ਨ ਕਰਕੇ ਖਤਰੇ 'ਚ ਲੱਗਦਾ, ਉਹਦੀ ਚਰਚਾ ਕਰਨੀ ਹੈ। ਖਹਿਰਾ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਸਭ ਨੂੰ ਫਤਿਹ ਜੀ। ਖਹਿਰਾ ਸਾਹਿਬ, ਮੈਂ ਇੱਕ ਚੀਜ਼, ਇੱਕ ਪੱਤਰਕਾਰ ਦੇ ਨਾਲ ਅਸੀਂ ਆਮ ਬੰਦੇ ਵੀ ਹੁੰਦੇ, ਇਨਸਾਨ ਵੀ ਹੁੰਦੇ ਹਾਂ, ਐਂ ਲੱਗਦਾ ਹੁੰਦਾ ਕਿ ਲੀਡਰ ਜਿੰਨਾ ਜ਼ੋਰ ਜਦੋਂ ਕੋਈ ਸਿਆਸੀ ਗਤੀਵਿਧੀ ਹੁੰਦੀ ਹੈ ਉਹਦੇ 'ਤੇ ਲਾਉਂਦੇ, ਜੇ ਕਿਤੇ ਓਨਾ ਹੀ ਜ਼ੋਰ ਆਮ ਲੋਕਾਂ ਲਈ ਲੱਗ ਜਾਏ ਨਾ ਤਾਂ ਕਿਲਾ ਹੀ ਫਤਿਹ ਹੋ ਜਾਏ। ਅਚਾਨਕ 7-7, 8-8 ਪ੍ਰੈਸ ਕਾਨਫਰੰਸਾਂ ਹੋ ਜਾਂਦੀਆਂ ਸਾਰੀਆਂ ਸਿਆਸੀ ਧਿਰਾਂ ਵੱਲੋਂ। ਹੁਣ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਠੋਕ ਕੇ ਵਿਰੋਧਤਾ ਹੋਈ। ਤੁਸੀਂ ਉਹਨਾਂ 3 ਸ਼ਖਸੀਅਤਾਂ ਦੇ ਵਿੱਚੋਂ ਜਿਨ੍ਹਾਂ ਨੇ ਲਿਖਤੀ ਵਿਰੋਧ ਕੀਤਾ ਕਿ ਭਾਈ ਇਹ ਗਲਤ ਹੋ ਰਿਹਾ, ਕਿਉਂ ਗਲਤ ਲੱਗਾ? ਓਕੇ, ਬੜੀ ਸਾਦੀ ਜਿਹੀ ਗੱਲ ਆ ਕਿ ਜਿਹੜੀ ਹਰ ਵਿਧਾਨ ਸਭਾ ਵਾ ਜਾਂ ਸਾਡੀ ਲੋਕ ਸਭਾ ਵਾ, ਉਹ ਕਿਸੇ ਰੂਲਸ ਨਾਲ ਗਵਰਨ ਹੁੰਦੀ ਹੈ। ਸਾਡੀ ਏਡੀ ਵੱਡੀ ਕਿਤਾਬ ਆ ਸਾਡੇ ਕੋਲ, ਰੂਲਸ ਆਫ ਬਿਜ਼ਨਸ ਐਂਡ ਕੰਡਕਟ ਆਫ ਪੰਜਾਬ ਵਿਧਾਨ ਸਭਾ। ਉਹਦੇ 'ਚ ਜਿਹੜਾ ਇਹ ਸੈਸ਼ਨ ਬੁਲਾ ਰਹੇ ਸੀ ਨਾ, ਸਿਰਫ ਇੱਕ ਦਿਨ ਦਾ ਬੁਲਾ ਰਹੇ ਸੀ ਸਪੈਸ਼ਲ ਸੈਸ਼ਨ, ਸਿਰਫ ਆਪਣੀ ਮੈਜੋਰਿਟੀ ਪ੍ਰੂਵ ਕਰਨ ਵਾਸਤੇ। ਜਿਸ ਪਾਰਟੀ ਦੇ ਕੋਲ 92 ਵਿਧਾਇਕ ਹੋਣ, ਉਹ ਹਲੇ ਵੀ ਚਾਹੁੰਦੇ ਨੇ ਕਿ ਅਸੀਂ ਆਪਣਾ ਦੱਸਣਾ ਕਿ ਸਾਡੀ ਮੈਜੋਰਿਟੀ ਹੈ। ਸੋ ਸਾਡੇ ਹਿਸਾਬ ਦੇ ਨਾਲ ਇਹ ਬਿਲਕੁਲ ਬੇਤੁਕਾ ਸੀਗਾ, ਕਿਉਂਕਿ ਮੋਸ਼ਨ ਫॉर ਕੌਨਫੀਡੈਂਸ ਦੀ ਇੱਕ ਪ੍ਰੋਵੀਜ਼ਨ ਸਾਡੇ ਉਸ ਕਿਤਾਬ ਦੇ ਵਿੱਚ ਹੈ ਨਹੀਂ ਗੀ। ਨੋ ਕੌਨਫੀਡੈਂਸ ਦੀ ਪ੍ਰੋਵੀਜ਼ਨ ਹੈਗੀ ਹੈ। ਉਹ ਤਾਂ ਵਾ ਜੇ ਓਪੋਜੀਸ਼ਨ ਪਾਰਟੀਆਂ ਨੂੰ ਲੱਗੇ ਕਿ ਜਿਹੜੀ ਸਰਕਾਰ ਹੈ ਇਹ ਆਪਣਾ ਭਰੋਸਾ ਗਵਾ ਚੁੱਕੀ ਹੈ,
ਉਹਦੇ ਵਾਸਤੇ ਉਹ ਜਿਹੜਾ ਕਲੌਜ਼ ਆ ਉਹ ਸ਼ਾਇਦ ਚੈਪਟਰ 12 ਤੇ ਆ, ਕਲੌਜ਼ 58 ਐਂਡ ਪੈਰਾ 1। ਉਹ ਕਹਿੰਦਾ ਕਿ ਘੱਟੋ ਘੱਟ 1/5 ਆਫ ਦੀ ਮੈਂਬਰਸ ਆਫ ਪੰਜਾਬ ਵਿਧਾਨ ਸਭਾ, ਪੰਜਵਾਂ ਹਿੱਸਾ ਉਹ ਲਿਖ ਕੇ ਦੇਣ ਜਾਂ ਸਪੀਕਰ ਨੂੰ ਜਾਂ ਉਹ ਦੇਣ ਪੰਜਾਬ ਦੇ ਸਕੱਤਰ ਨੂੰ, ਵਿਧਾਨ ਸਭਾ ਦੇ ਨੂੰ। ਫਿਰ ਸਪੈਸ਼ਲ ਉਹਦੇ ਵਾਸਤੇ ਇੱਕ ਸਿਟਿੰਗ ਹੋਵੇਗੀ ਤੇ ਫਲੋਰ ਟੈਸਟ ਹੋਵੇਗਾ। ਸੋ ਜਦ ਸਾਡੀ ਵਿਧਾਨ ਸਭਾ ਦੀ ਪ੍ਰੋਸੀਡਿੰਗਸ ਦੇ ਵਿੱਚ ਇਹ ਪ੍ਰੋਵੀਜ਼ਨ ਨਹੀਂ ਗਈ, ਇਸ ਕਰਕੇ ਅਸੀਂ ਉਸ ਨੂੰ ਰੋਕਣ ਦਾ ਉਪਰਾਲਾ ਕੀਤਾ, ਕਿਉਂਕਿ ਜਾਂ ਤਾਂ ਹੋਵੇ ਨਾ ਕਿ ਉਸ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾ ਰਿਹਾ, ਉਹਦੇ 'ਚ 5-7-10 ਦਿਨ ਦਾ ਸੈਸ਼ਨ ਹੈ, ਜਿਹਦੇ 'ਚ SYL ਦਾ ਮੁੱਦਾ ਵੀ ਹੋਵੇਗਾ, ਜਿਹਦੇ 'ਚ ਬੇਅਦਬੀਆਂ ਦਾ ਮੁੱਦਾ ਵੀ ਹੋਵੇਗਾ, ਜਿਹਦੇ 'ਚ ਨਸ਼ੇ ਦਾ ਮੁੱਦਾ ਹੋਵੇਗਾ, ਜਿਹਦੇ 'ਚ ਜਿਹੜੇ ਨੌਜਵਾਨ ਨੌਕਰੀਆਂ ਮੰਗ ਰਹੇ ਨੇ ਉਹਨਾਂ ਦਾ ਮੁੱਦਾ ਹੋਵੇਗਾ। ਇਹ ਸਾਰੇ ਮੁੱਦੇ ਅਗਰ ਨਾਲ ਖੇਤੀ ਦੇ ਜਿਹੜੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ, ਖੇਤ ਮਜ਼ਦੂਰ ਮਰ ਰਿਹਾ ਵਾ, ਰੋਜ਼ ਆਤਮ ਹੱਤਿਆਵਾਂ ਹੋ ਰਹੀਆਂ, ਅਗਰ ਇਹ ਸਾਰੇ ਮੁੱਦੇ ਹੁੰਦੇ, ਇੱਕ ਫ੍ਰੀ ਐਂਡ ਫੇਅਰ ਡਿਸਕਸ਼ਨ ਹੁੰਦੀ, then there was no objection at all. But summoning the ਵਿਧਾਨ ਸਭਾ solely to prove their majority, ਜਿਹਦੀ ਕਿ ਕਿਸੇ ਨੇ ਮੰਗੀ ਨਹੀਂ, ਅਸੀਂ ਤਾਂ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਕਿ ਸਾਨੂੰ ਇਹਦੇ ਭਰੋਸਾ ਨਹੀਂਗਾ। ਔਰ ਇਹਦਾ ਆਧਾਰ ਸੁਣ ਲਓ ਕੀ ਆ ਬਾਟ ਸਾਹਿਬ, ਆਧਾਰ ਬਣਾਇਆ ਜਾ ਰਿਹਾ ਕੋਈ ਆਪਰੇਸ਼ਨ ਲੋਟਸ ਜੀ, ਸੁਣੀਆਂ ਸੁਣਾਈਆਂ ਗੱਲਾਂ, ਸਾਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂ। ਇਹੀ ਕਹਿੰਦੇ ਕਿ ਬੀਜੇਪੀ ਦੇ ਕੁਝ ਲੀਡਰਾਂ ਦੇ ਇਹਨਾਂ ਨੂੰ ਟੈਲੀਫੋਨ ਆਏ ਨੇ, ਉਹ ਕਹਿੰਦੇ ਜੀ 25-25 ਕਰੋੜ ਰੁਪਏ ਲੈ ਲਓ। ਹੁਣ ਉਹਦੇ 'ਚ ਵੀ ਅੰਤਰ ਬਹੁਤ ਆ। ਹਰਪਾਲ ਚੀਮਾ ਇੱਕ ਪ੍ਰੈਸ ਕਾਨਫਰੰਸ ਕਰਦਾ, ਉਹ ਇਹ ਕਹਿੰਦਾ ਕਿ 35 ਵਿਧਾਇਕਾਂ ਨੂੰ ਤੋੜਨ ਦੀ ਬੀਜੇਪੀ ਦੀ, ਉਹ ਨਾਲ ਇੱਕ ਫਿਗਰ ਵੀ ਦਿੰਦਾ ਖਰੇ 1375 ਕਰੋੜ ਰੁਪਈਆ। ਇਹੀ ਗੱਲ ਭਗਵੰਤ ਸਿੰਘ ਮਾਨ ਕਹਿੰਦੇ ਨੇ, ਉਹ ਕਹਿੰਦੇ ਜੀ 5 ਤੋਂ 7 ਸਾਡੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਬੀਜੇਪੀ। ਇਹੀ ਗੱਲ ਅਰਵਿੰਦ ਕੇਜਰੀਵਾਲ ਕਹਿੰਦੇ ਨੇ, ਉਹ ਕਹਿੰਦੇ ਸਾਡੇ 10 ਤੋਂ 12 ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ। ਸੋ ਇਹਨਾਂ ਦੀ ਆਪਣੀ ਕ੍ਰੈਡੀਬਿਲਿਟੀ ਆਪਣੀ ਜ਼ੁਬਾਨ ਦੇ ਨਾਲ ਉਹ ਡਾਊਟਫੁਲ ਹੋ ਜਾਂਦੀ, ਨੰਬਰ 1। ਨੰਬਰ 2, ਫਿਰ ਪੁਲਿਸ ਕੋ ਜਾਂਦੇ ਨੇ, DGP ਕੋ ਜਾਂਦੇ ਨੇ, ਉਹ ਕਹਿੰਦੇ ਜੀ ਹੁਣ ਤਾਂ ਪਰਚਾ ਦਰਜ ਕਰੋ, ਸਾਡੇ ਤਾਂ ਵਿਧਾਇਕ ਤੋੜਨ ਲੱਗੇ ਨੇ, ਹਾਰਸ ਟ੍ਰੇਡਿੰਗ ਹੋਣ ਲੱਗੀ ਹੈ। ਉਹ ਜਿਹੜੀ FIR ਦਰਜ ਕਰਦੀ ਪੁਲਿਸ, ਉਹਦੇ 'ਚ ਕਿਸੇ ਬੀਜੇਪੀ ਦੇ ਬੰਦੇ ਦਾ ਨਾਮ ਨਹੀਂਗਾ, ਕੋਈ ਮੋਬਾਈਲ ਨੰਬਰ, ਅਕਸਰ ਕਿਤਿਓਂ ਤਾਂ ਟੈਲੀਫੋਨ ਆਇਆ ਹੋਊਗਾ। ਸੋ ਸਾਡਾ ਇਹ ਮੰਨਣਾ ਸੀਗਾ ਕਿ ਸਾਰੀ ਮਨਘੜਤ ਕਹਾਣੀ ਆ, ਝੂਠੀ ਆ, ਇਟਸ ਅ ਵੇਸਟ ਆਫ ਟਾਈਮ, ਇਟਸ ਅ ਵੇਸਟ ਆਫ ਪਬਲਿਕ ਐਕਸਚੇਕਰ ਮਨੀ। ਤਾਂ ਕਰਕੇ ਇਸ ਨੂੰ ਅਪੋਜ਼ ਕੀਤਾ। ਐਂਡ ਗਵਰਨਰ ਵੈਲ ਵਿਦਨ ਹਿਜ਼ ਰਾਈਟਸ, ਬਿਕੋਜ਼ ਕਨਸਟੀਟਿਊਸ਼ਨਲ ਹੈਡ ਇਸ ਵੇਲੇ ਗਵਰਨਰ ਆ ਜੀ। ਔਰ ਜਦੋਂ ਤੁਹਾਨੂੰ ਯਾਦ ਹੋਊਗਾ, ਜਦੋਂ ਪਹਿਲਾ ਸੈਸ਼ਨ ਹੁੰਦਾ ਤੇ ਉਦੋਂ ਗਵਰਨਰ ਦਾ ਐਡਰੈਸ ਕਰਾਉਂਦੀ ਸਰਕਾਰ। ਸੋ ਅੱਜ ਇਹ ਗਵਰਨਰ ਨੂੰ ਗਾਲਾਂ ਕੱਢਣ ਲੱਗ ਗਏ ਨੇ। ਅਗਰ ਰੂਲਸ ਪ੍ਰੋਸੀਜਰਸ ਲੇਡ ਡਾਊਨ ਨੇ, ਇਹ ਸੰਵਿਧਾਨ ਬਣਾਇਆ ਕਿਹਨੇ ਆ? ਜਿਨ੍ਹਾਂ ਦੀ ਫੋਟੋ ਇਹਨਾਂ ਨੇ ਟੰਗੀ ਹੋਈ ਪਿੱਛੇ, ਬਾਬਾ ਸਾਹਿਬ ਅੰਬੇਦਕਰ ਸਾਡੇ ਬਹੁਤ ਸਤਿਕਾਰਯੋਗ ਨੇ, ਉਹਨਾਂ ਨੇ ਸੰਵਿਧਾਨ ਬਣਾਇਆ, ਅਸੀਂ ਤਾਂ ਬਣਾਇਆ ਨਹੀਂਗਾ। ਉਸੇ ਸੰਵਿਧਾਨ ਨੇ ਰੂਲਸ ਪ੍ਰੋਵਾਈਡ ਕੀਤੇ ਵਿਧਾਨ ਸਭਾ ਦੇ, ਉਹਦੇ 'ਚ ਪ੍ਰੋਵੀਜ਼ਨ ਹੀ ਹੈ ਨਹੀਂ। ਖਹਿਰਾ ਸਾਹਿਬ, ਤੁਹਾਡੀ ਗੱਲ ਜਿਹੜੀ ਹੈ ਉਹ ਸਪਸ਼ਟ ਹੋ ਗਈ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਕਾਂਗਰਸ ਪਾਰਟੀ ਵਾਲਿਆਂ ਦੇ ਤਾਂ ਬਿਸ਼ਨੋਈ ਸਾਹਿਬ ਨੂੰ ਵੀ ਹਰਿਆਣੇ ਚੋਂ ਅਗਲੇ ਖਿੱਚ ਕੇ ਲੈ ਗਿਆ, ਗੋਆ ਦੇ ਵਿੱਚੋਂ ਤੁਹਾਡੇ ਬੰਦਿਆਂ ਨੂੰ ਖਿੱਚ ਕੇ ਲੈ ਗਿਆ, ਹੋਰ ਕਈ ਸੂਬੇ ਨੇ ਕਰੈਕਟ ਜਿੱਥੋਂ ਕਾਂਗਰਸ ਪਾਰਟੀ ਨੂੰ ਜਿੱਦਾਂ ਲੱਡੂ ਭੋਰ ਕੇ ਖਾਈਦਾ, ਉਹ ਕਹਿੰਦੇ ਜੀ ਐਂ ਭੋਰ ਲਈ ਕਾਂਗਰਸ ਪਾਰਟੀ। ਫਿਰ ਕਾਂਗਰਸ ਪਾਰਟੀ ਡਿਨਾਈ ਕਿਵੇਂ ਕਰ ਸਕਦੀ ਹੈ ਕਿ ਭਾਈ ਭਾਰਤੀ ਜਨਤਾ ਪਾਰਟੀ ਬੰਦੇ ਨਹੀਂ ਤੋੜਦੀ? ਦੇਖੋ, ਜਿਹੜਾ ਜਿੱਥੇ ਕਿਤੇ ਠੋਸ ਗੱਲ ਨਜ਼ਰ ਆ ਰਹੀ, ਜਿੱਦਾਂ ਕਰਨਾਟਕਾ ਦੀ ਸਰਕਾਰ ਤੋੜੀ, ਮਹਾਰਾਸ਼ਟਰ ਦੀ ਤੋੜੀ, ਰਾਜਸਥਾਨ ਦੀ ਤੋੜਨ ਦੀ ਕੋਸ਼ਿਸ਼ ਕੀਤੀ, ਦੈਟ ਇਜ਼ ਕਾਲਡ ਹਾਰਸ ਟ੍ਰੇਡਿੰਗ ਜੀ। ਉਹ ਕਾਂਗਰਸ ਇਸ ਨੂੰ ਨੈਸ਼ਨਲ ਲੈਵਲ ਦੇ ਉੱਤੇ ਬਹੁਤ ਵੱਡੇ ਪੱਧਰ 'ਤੇ ਇਹਦਾ ਵਿਰੋਧ ਕਰਦੀ ਆ। ਗੋਆ ਦੇ ਵਿੱਚ ਹੁਣੇ MLA ਚੱਕੇ। ਇਹ ਸਾਨੂੰ ਹਾਸੋਹੀਣੀ ਗੱਲ ਲੱਗ ਰਹੀ ਹੈ ਨਾ। ਤੁਸੀਂ ਮੈਨੂੰ ਦੱਸੋ, ਡਜ਼ ਇਟ ਮੇਕ ਐਨੀ ਸੈਂਸ ਕਿ ਬੀਜੇਪੀ ਕੋਲ ਸਿਰਫ 2 ਮੈਂਬਰ ਨੇ ਪੰਜਾਬ ਵਿਧਾਨ ਸਭਾ 'ਚ, ਉਹਨਾਂ ਨੂੰ 57 ਹੋਰ ਚਾਹੀਦੇ ਨੇ, ਤੇ ਬਹੁਤ ਜ਼ੋਰ ਲਾ ਕੇ ਚੀਮੇ ਨੇ ਕਿਹਾ ਤੇ 35 ਗਣਾਏ ਨੇ ਨਾ, 35 ਨਾਲ 2 37 ਬਣਦੇ, ਸਰਕਾਰ ਤਾਂ ਬਣਦੀ ਨਹੀਂ ਗੀ। ਸੋ ਜਦੋਂ ਤੁਸੀਂ ਕੋਈ ਬਿਲਕੁਲ ਬੇਬੁਨਿਆਦ ਗੱਲ ਕਰਦੇ ਹੋ, ਉਹਦਾ ਵਿਰੋਧ ਕਰਨਾ ਬਣਦਾ ਵਾ ਯਾਰ। ਅਸੀਂ ਉਹ ਵਿਰੋਧ ਕੀਤਾ ਕਿ ਦਿਸ ਸੈਸ਼ਨ ਮਸਟ ਨਾਟ ਬੀ ਅਲਾਉਡ। ਜੇ ਸੈਸ਼ਨ ਕਰਨਾ ਹੀ ਆ ਤਾਂ ਜਿਹੜੇ ਮੈਂ ਮੁੱਦੇ ਗਣਾਏ ਨੇ ਪੰਜਾਬ ਦੇ, ਉਹ ਕਰੋ ਸੈਸ਼ਨ ਆਣ ਕੇ। ਔਰ ਇਹਨਾਂ ਦੀ ਗੱਲ ਸੁਣ ਲਓ ਜੀ, ਇਹ ਜਦੋਂ ਵਿਰੋਧੀ ਧਿਰ ਵਿੱਚ ਸੀਗੇ ਨਾ, ਇਹਨਾਂ ਦੀ ਰਿਪਰੈਜ਼ੈਂਟੇਸ਼ਨਾਂ ਇਹਨਾਂ ਦੇ ਮੂੰਹ ਤੇ ਦਿਖਾਈਆਂ ਮੈਂ ਸਾਰੀਆਂ। ਇਹ ਕਹਿੰਦੇ ਸੀ ਜੀ ਸੈਸ਼ਨ ਬੜੇ ਥੋੜੇ ਹੁੰਦੇ ਨੇ, ਇਹ ਸੈਸ਼ਨ ਜ਼ਿਆਦਾ ਚਾਹੀਦੇ ਨੇ। ਸਾਡਾ ਪਹਿਲਾ ਬਜਟ ਆਇਆ ਹੁਣੇ ਇਸੇ ਸਾਲ ਜੂਨ 'ਚ, ਸਭ ਤੋਂ ਛੋਟਾ ਬਜਟ ਸੈਸ਼ਨ ਆਮ ਆਦਮੀ ਪਾਰਟੀ ਦਾ ਹੁਣ ਤੱਕ ਦਾ। ਹੁਣੇ 6 ਦਿਨ 7 ਦਿਨ ਦਾ ਸੀ, ਉਹਦੇ 'ਚ 2 ਦਿਨ ਛੁੱਟੀਆਂ ਹੁੰਦੀਆਂ। ਨੋਰਮਲ ਕੋਰਸ ਵਿੱਚ ਰਵਾਇਤੀ ਪਾਰਟੀਆਂ 15 ਦਿਨ ਦਾ ਸੈਸ਼ਨ ਬੁਲਾਉਂਦੀਆਂ ਨੇ ਬਜਟ ਇਜਲਾਸ। ਇਸ ਕਰਕੇ ਤੁਸੀਂ ਇਹਨਾਂ ਦੀ ਕਹਿਣੀ ਤੇ ਕਥਨੀ 'ਚ ਬੜਾ ਫਰਕ ਆ ਰਿਹਾ ਹੁਣ। ਅੱਛਾ ਖਹਿਰਾ ਸਾਹਿਬ, ਮੈਨੂੰ ਇੱਕ ਚੀਜ਼ ਜ਼ਰੂਰ ਸਮਝਾਇਓ, ਕਹਿਣੀ ਤੇ ਕਥਨੀ ਦੇ ਵਿੱਚ ਜੇ ਫਰਕ ਆ ਗਿਆ, ਰੌਲਾ ਮੋਟਾ ਜਿਹਾ ਹੀ ਪੈਂਦਾ। ਤੁਸੀਂ ਰਾਜਸਥਾਨ ਦਾ ਜ਼ਿਕਰ ਕੀਤਾ, ਰਾਜਸਥਾਨ ਦੇ ਵਿੱਚ ਕਹਿੰਦੇ ਆ ਕਿ ਭਾਈ ਜਦੋਂ ਸਚਿਨ ਪਾਇਲਟ ਸਾਹਿਬ ਤੇ ਗਹਿਲੋਤ ਸਾਹਿਬ ਦਾ ਰੌਲਾ ਪਿਆ ਸੀ ਤੇ ਉਹਨਾਂ ਨੇ ਵੀ ਬਹੁਮਤ ਮੁੜ ਕੇ ਸਾਬਿਤ ਕੀਤਾ ਸੀ। ਜਾਣੀ ਕਦੇ ਕਦੇ ਲੱਗਦਾ ਹੁੰਦਾ ਕਿ ਕਿਤੇ ਦੋਹਰੇ ਜਿਹੇ ਅਰਥ ਤਾਂ ਨਹੀਂ ਕਿ ਜੇ ਇੱਥੇ ਰੌਲਾ ਪਾਉਣ। ਲੈਟ ਮੀ ਟੈਲ ਯੂ ਵਨ ਥਿੰਗ, ਐਵਰੀ ਵਿਧਾਨ ਸਭਾ ਇਜ਼ ਗਵਰਨਡ ਬਾਈ ਸੈਪਰੇਟ ਰੂਲਸ। ਠੀਕ ਹੈ ਜੀ। ਲੋਕ ਸਭਾ ਇਜ਼ ਗਵਰਨਡ ਬਾਈ ਸੈਪਰੇਟ ਰੂਲਸ। ਲੋਕ ਸਭਾ ਵਿੱਚ ਪ੍ਰੋਵੀਜ਼ਨ ਹੈਗੀ ਆ, ਮੋਸ਼ਨ ਫॉर ਕੌਨਫੀਡੈਂਸ ਚੌਧਰੀ ਚਰਨ ਸਿੰਘ, VP ਸਿੰਘ, ਦੇਵਾ ਗੌਡੇ, ਚੰਦਰ ਸ਼ੇਖਰ, ਉੱਥੇ ਪ੍ਰੋਵੀਜ਼ਨ ਹੈਗੀ ਆ ਨਾ।
ਜਿੱਥੇ ਕਿਤੇ ਕਾਨੂੰਨ ਵਿੱਚ ਪ੍ਰੋਵੀਜ਼ਨ ਹੈ ਯੂ ਕੈਨ ਡੂ ਇਟ। ਐਵਰੀ ਵਿਧਾਨ ਸਭਾ ਇਜ਼ ਗਵਰਨਡ ਬਾਈ ਸੈਪਰੇਟ ਰੂਲਸ। ਸਾਡੀ ਵਿਧਾਨ ਸਭਾ ਦੇ ਵੱਖਰੇ ਰੂਲ ਨੇ। ਸਾਡੇ ਐਡੀ ਵੱਡੀ ਕਿਤਾਬ ਹੈ ਪੰਜਾਬ ਵਿਧਾਨ ਸਭਾ ਰੂਲਸ ਆਫ ਪ੍ਰੋਸੀਜਰ ਐਂਡ ਕੰਡਕਟ ਆਫ ਬਿਜ਼ਨਸ, ਘੱਟੋ ਘੱਟ 100-150 ਸਫੇ ਦੀ ਕਿਤਾਬ ਹੈ, ਉਹਦੇ ਨਾਲ ਹੀ ਚੱਲਣ ਲੱਗੀ ਹੈ। ਹੁਣ ਕੱਲ ਅਮਨ ਅਰੋੜਾ ਕਹਿ ਰਿਹਾ ਸੀਗਾ ਜੀ ਕਿ ਉਹਨਾਂ ਨੇ ਆਪ ਮੰਨਿਆ ਕਿ ਮੋਸ਼ਨ ਫॉर ਕੌਨਫੀਡੈਂਸ ਦੇ ਇਹਦੇ 'ਚ ਕੋਈ ਪ੍ਰੋਵੀਜ਼ਨ ਨਹੀਂ ਗੀ, ਪਰ ਇਹਨੂੰ ਕਿਤੇ ਬਾਹਰ ਵੀ ਨਹੀਂ ਕੀਤਾ ਗਿਆ। ਹੁਣ ਇਹ ਤੁੱਕ ਦੀ ਗੱਲ ਸੁਣ ਲਓ ਜੇ ਮੈਂ ਇਹਦਾ ਜਵਾਬ ਦਿਆਂ। ਇਹਦਾ ਮਤਲਬ ਇਹ ਹੋ ਗਿਆ ਕਿ ਕੱਲ ਨੂੰ ਅਮਨ ਅਰੋੜਾ ਜੀ ਜਾਂ ਆਮ ਆਦਮੀ ਪਾਰਟੀ ਵਾਲੇ ਕਹਿਣਗੇ ਕਿ ਕਬੱਡੀ ਖੇਡਣ ਦੀ ਕੋਈ ਬਾਰ ਨਹੀਂ ਹੈਗੀ ਤੇ ਆਓ ਆਪਾਂ ਵਿਧਾਨ ਸਭਾ ਦੇ ਵਿੱਚ ਕਬੱਡੀ ਖੇਡਣੀ ਅੱਜ। ਕੀ ਆਪਾਂ ਕਬੱਡੀ ਖੇਡਾਂਗੇ ਉੱਥੇ? ਸਿੰਪਲ ਲੌਜਿਕ। ਨਹੀਂ ਠੀਕ ਹੈ ਜੀ। ਖਹਿਰਾ ਸਾਹਿਬ ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ ਤੁਸੀਂ ਦੋ ਚੀਜ਼ਾਂ ਤੁਹਾਡੀਆਂ ਮੈਨੂੰ ਸਮਝ ਆਈਆਂ ਕਿ ਸੈਸ਼ਨ ਸਭ ਤੋਂ ਛੋਟਾ ਰੱਖਿਆ, ਤੁਸੀਂ MLA ਹੋ, ਤੁਸੀਂ ਜ਼ੋਰਦਾਰ ਤਰੀਕੇ ਨਾਲ ਮੁੱਦੇ ਰੱਖਦੇ ਹੋ ਲੋਕਾਂ ਦੇ, ਤੁਸੀਂ ਚਾਹੁੰਦੇ ਹੋ ਕਿ ਸੈਸ਼ਨ ਹੁਣ ਤਾਂ ਅਸੀਂ ਗੱਲ ਰੱਖੀਏ। ਹਾਂਜੀ। ਕੀ ਇੱਦਾਂ ਨਹੀਂ ਸੰਭਵ ਹੋ ਸਕਦਾ ਸੀ ਕਿ ਇਹਨੂੰ ਰੋਕਣ ਦੀ ਥਾਂ ਇੱਦਾਂ ਕਹਿ ਲਿਆ ਜਾਂਦਾ ਕਿ ਭਾਈ ਤੁਸੀਂ ਸੈਸ਼ਨ ਵੀ 2 ਦਿਨ ਦਾ ਭਾਵੇਂ ਕਰ ਲਓ ਤਾਂ 15-20 ਮਿੰਟਾਂ 'ਚ ਆਪਣਾ ਕੰਮ ਕਾ ਲਿਓ, 92 ਬੰਦੇ ਪੇਸ਼ ਕਰ ਦਿਓ, 5-7 ਮੁੱਦੇ ਸਾਨੂੰ ਚੱਕਣ ਦੇ ਦਿਓ। 2 ਦਿਨ ਦਾ ਤਾਂ ਕੱਢਿਆ ਨਹੀਂ ਨਾ ਇਹਨਾਂ ਨੇ ਜੀ। ਇਹਨਾਂ ਦਾ ਏਜੰਡਾ ਹੀ ਕੱਢਿਆ ਬਕਾਇਦਾ ਤੌਰ ਤੇ ਟੂ ਪ੍ਰੂਵ ਮੈਜੋਰਿਟੀ ਫਲੋਰ ਟੈਸਟ ਔਨ ਦਾ ਵਿਧਾਨ ਸਭਾ। ਏਜੰਡਾ ਹੀ ਇੱਕ ਸੀ ਨਾ, ਅਸੀਂ ਕਿੱਦਾਂ ਹੋਰ ਗੱਲਾਂ ਕਰ ਲੈਂਦੇ ਜੀ। ਫਿਰ ਸਪੀਕਰ ਨੇ ਕਹਿਣਾ ਸੀ ਨਹੀਂ ਜੀ ਏਜੰਡਾ ਨਹੀਂਗਾ। ਠੀਕ ਹੈ। ਜਦੋਂ ਵਿਧਾਨ ਸਭਾ ਦਾ ਸੈਸ਼ਨ ਆਉਂਦਾ ਨਾ, ਜਿੱਦਾਂ ਬਜਟ ਅਜਲਾਸ ਹੋ, ਹਰ ਦਿਨ ਦਾ ਏਜੰਡਾ ਹੁੰਦਾ ਕਿ ਇਸ ਦਿਨ ਅਸੀਂ ਬਿੱਲ ਪਾਸ ਕਰਾਂਗੇ, ਇਸ ਦਿਨ ਆਹ ਗੱਲਾਂ ਦੇ ਉੱਤੇ ਬਹਿਸ ਹੋਵੇਗੀ। ਇੱਕ ਦਿਨ ਵੀਰਵਾਰ ਸਾਡਾ ਨਾਨ ਆਫੀਸ਼ੀਅਲ ਡੇ ਹੁੰਦਾ, ਉਹਦੇ ਤੇ ਸਿਰਫ ਰੈਜ਼ੋਲੂਸ਼ਨ ਲਿਆ ਕੇ ਡਿਸਕਸ਼ਨ ਹੁੰਦੀ। ਸੋ ਏਜੰਡਾ ਜਾਂ ਤਾਂ ਕਲੈਰੀਫਾਈ ਕਰ ਦਿੰਦੇ। ਹੁਣ ਮੈਨੂੰ ਪਤਾ ਲੱਗਿਆ ਕਿ ਮੰਗਲਵਾਰ ਨੂੰ ਲਿਆ ਰਹੇ ਨੇ ਸੈਸ਼ਨ, ਠੀਕ ਹੈ, ਉਹ ਅਟੈਂਡ ਕਰਾਂਗੇ ਅਸੀਂ। ਸਾਰੇ ਇਸ਼ੂਜ਼ ਲਿਸਟ ਹੋਣਗੇ, ਸਾਰੀਆਂ ਡਿਸਕਸ਼ਨਸ ਕਰਾਂਗੇ। ਨਾਲ ਇੱਕ ਗੱਲ ਮੈਂ ਹੋਰ ਕਹਿਣਾ, ਇਹਦਾ ਅੰਤਰ ਇੱਕ ਹੋਰ ਦੇਖੋ। ਪਿਛਲਾ ਵਿਧਾਨ ਸਭਾ ਦਾ ਸੈਸ਼ਨ ਤੁਸੀਂ ਅੱਛੀ ਤਰ੍ਹਾਂ ਬਰੀਕੀ ਨਾਲ ਕੱਢੋ। ਭਗਵੰਤ ਸਿੰਘ ਮਾਨ ਬਤੌਰ ਚੀਫ ਮਿਨਿਸਟਰ ਆਪ ਬਹਿੰਦੇ ਨੇਗੇ ਉੱਥੇ ਵਿਧਾਨ ਸਭਾ ਦੇ ਵਿੱਚ। ਸਿਰਫ ਜਦੋਂ ਦੇਖਿਆ ਕਿ ਜਦੋਂ ਉਹਨਾਂ ਨੇ ਆਉਣਾ ਕੈਮਰੇ ਰੈਡੀ ਨੇ, ਆਪਣੀ ਗੱਲ ਕਹੀ, ਗੁੱਸੇ 'ਚ ਬਹੁਤ ਆਉਂਦੇ ਨੇ ਤੈਸ਼। ਚੀਫ ਮਿਨਿਸਟਰ ਮੈਂ ਪ੍ਰਕਾਸ਼ ਸਿੰਘ ਬਾਦਲ ਹਾਂ ਕਿ ਸਾਡੇ ਵਿਰੋਧੀ ਨੇ ਜੀ, ਕੈਪਟਨ ਅਮਰਿੰਦਰ ਸਿੰਘ ਦਾ ਕੰਡਕਟ ਦੇਖਿਆ, ਪੂਰਾ ਬੈਠਦੇ ਸੀਗੇ ਔਰ ਹਰ ਇੱਕ ਦੀ ਗੱਲ ਸੁਣਦੇ ਸੀ। ਜਿਹੜਾ ਚੀਫ ਮਿਨਿਸਟਰ ਹੁੰਦਾ ਨਾ, ਉਹਦਾ ਥੋੜ੍ਹਾ ਜਿਹਾ ਕ੍ਰਿਟਿਸਿਜ਼ਮ ਦਾ ਮਾਦਾ, ਉਹਦਾ ਥੋੜ੍ਹਾ ਦਿਲ ਵੱਡਾ ਰੱਖਣਾ ਪੈਂਦਾ। ਸਭ ਨੇ ਗੱਲਾਂ ਕਰਨੀਆਂ ਨੇ। ਚੀਫ ਮਿਨਿਸਟਰ ਅਖੀਰ ਵਿੱਚ ਜਦੋਂ ਆਪਣੀ ਗੱਲ ਕਰਦਾ, ਉਹਦੇ 'ਚੋਂ ਜੇ ਲੋੜ ਸਮਝੇ ਤਾਂ ਦੂਜਿਆਂ ਦੀ ਜਵਾਬ। ਇਹ ਤਾਂ ਮਿੰਟ ਬਾਅਦ ਉੱਠਦੇ ਨੇ। ਮੇਰੇ ਤੇ ਕੀ ਇਲਜ਼ਾਮ ਲਾਇਆ ਸੀਗਾ ਜੀ, ਆਖੇ ਲੋਕ ਤੇ ਲੋਕ ਦਾ ਫਰਕ ਨਹੀਂ। ਕਿੰਨੀ ਕੁ ਵੱਡੀ ਗੱਲ ਹੈ ਜੀ। ਇਟਸ ਅ ਵੇਸਟ ਆਫ ਟਾਈਮ ਆਫ ਦਾ ਵਿਧਾਨ ਸਭਾ। ਕਿੰਨੀਆਂ ਹੋਰ ਗੱਲਾਂ ਨੇ ਕਰਨ ਵਾਲੀਆਂ, ਤੇ ਫਿਰ ਬਾਅਦ 'ਚ ਆਪ ਹੀ ਫੜੇ ਗਏ। ਇੱਕ ਵਾਰੀ ਨਹੀਂ, 2 ਵਾਰੀ ਨਹੀਂ, 10 ਵਾਰੀ ਫੜੇ ਗਏ। ਇਹਨਾਂ ਦੇ MLA, ਜਿਨ੍ਹਾਂ ਦੇ ਮਿਨਿਸਟਰਸ ਅੰਗਰੇਜ਼ੀ ਵੀ ਬੋਲਦੇ ਨੇ, ਔਰ ਅੰਗਰੇਜ਼ੀ ਬੋਲਣਾ, ਚਲੋ ਹਿੰਦੀ ਦੇ ਵੀ ਕੋਈ ਸ਼ਬਦ ਇਨਕੋਰਪੋਰੇਟ ਕਰਨਾ, ਗੱਲ ਤਾਂ ਸਮਝਾਉਣ ਦੀ ਆ ਤੁਹਾਨੂੰ। ਮੈਂ ਕਮਿਊਨੀਕੇਟ ਹੋ ਜਾਏ। ਹਾਂ, ਮੈਂ ਕੋਈ ਪਤਾ ਨਹੀਂ ਕਿਹੜੀ ਜ਼ੁਬਾਨ ਬੋਲਦੇ ਸੀ ਭਗਵੰਤ ਸਿੰਘ ਮਾਨ, ਬਿਲਬੋਸਤੀ। ਮੈਂ ਬਿਲਬੋਸਤੀ ਤਾਂ ਨਹੀਂ ਬੋਲ ਰਿਹਾ ਸੀਗਾ। ਗੱਲ ਤਾਂ ਇਹ ਸਮਝਾਉਣੀ। ਅੱਜ ਕੱਲ੍ਹ ਦ ਵਰਲਡ ਹੈਜ਼ ਚੇਂਜ ਟੂ ਸੱਚ ਐਨ ਐਕਸਟੈਂਟ ਕਿ ਸਾਰਾ ਮਿਕਸ ਐਂਡ ਮੈਚ ਚੱਲ ਰਿਹਾ ਵਾ ਜ਼ੁਬਾਨਾਂ ਦਾ। ਆਪਣੇ ਪੰਜਾਬ ਦੇ ਪਿੰਡਾਂ ਦੇ ਵਿੱਚ ਹੁਣ ਬਹੁਤ ਸਾਰੇ ਅੰਗਰੇਜ਼ੀ ਦੇ ਲਫ਼ਜ਼ ਲੋਕ ਇਸਤੇਮਾਲ ਕਰਦੇ ਆ। ਅੱਛਾ ਖਹਿਰਾ ਸਾਹਿਬ, ਇੱਕ ਚੀਜ਼ ਜ਼ਰੂਰ ਦੱਸਿਓ, ਕਦੇ ਐਂ ਲੱਗਦਾ ਹੁੰਦਾ ਕਿ ਪੰਜਾਬ ਦੇ ਵਿੱਚ ਨਾ ਸਮੱਸਿਆਵਾਂ ਬੜੀਆਂ। ਪਿੱਛੇ ਜਿਹੇ ਰਿਪੋਰਟ ਆਈ ਸੀ ਕਿ 12-13 ਜ਼ਿਲ੍ਹੇ ਤਾਂ ਪਾਣੀ ਜਾਣੀ ਖਤਮ ਨਾਲ ਦਾ ਹੀ ਲਾ ਲਓ ਕਿ ਇੰਨਾ ਥੱਲੇ ਚਲੇ ਗਿਆ। ਹੋਰ ਵੀ ਸਮੱਸਿਆਵਾਂ ਨੇ, ਭਾਵੇਂ ਉਹ ਨਸ਼ੇ ਦੀ ਹੈ, ਐਜੂਕੇਸ਼ਨ ਦੀ ਹੈ। ਲੋਕ ਕੱਸੇ ਹੋਏ ਨੇ, ਐਨ ਬੁਰੇ ਤਰੀਕੇ ਨਾਲ ਫਸੇ ਆ। ਪਰ ਇਹਦੇ ਬਾਵਜੂਦ ਵੀ ਇੱਕ ਲੀਡਰ ਕੱਲ੍ਹ ਕਹਿੰਦਾ ਹੈ, ਕਿਉਂਕਿ ਅਸੀਂ ਤਾਂ ਤੁਹਾਡੇ ਲੀਡਰਾਂ ਦੀ ਜਮਾਤ ਨੂੰ ਇੱਕੋ ਹੀ ਮੰਨਦੇ ਨੇ ਜਿੱਦਾਂ ਪੱਤਰਕਾਰਾਂ ਦੀ ਜਮਾਤ ਇੱਕੋ ਹੀ ਆ। ਉਹ ਕਹਿੰਦੇ ਜੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਨਾ, ਇਹਨਾਂ ਨੇ BJP ਚਲ ਜਾਣਾ। ਬਾਜਵਾ ਸਾਹਿਬ ਕਹਿੰਦੇ ਜੀ ਭਗਵੰਤ ਮਾਨ ਸਾਹਿਬ ਨੇ BJP ਚਲੇ ਜਾਣਾ। ਕਦੇ ਐਂ ਲੱਗਦਾ ਹੁੰਦਾ ਕਿ ਗੱਲਾਂ ਹਲਕੀਆਂ ਹੋਣ ਲੱਗ ਪਈਆਂ। ਕਿੱਥੇ ਲੀਡਰਸ਼ਿਪ ਨੂੰ ਲੋਕਾਂ ਨੇ ਤੁਹਾਨੂੰ ਭਲੱਥ ਤੋਂ ਵੋਟਾਂ ਪਾਈਆਂ, ਲੋਕਾਂ ਦਾ ਯਕੀਨ ਹੋਊਗਾ ਕਿ ਭਾਈ ਸੁਖਪਾਲ ਸਿੰਘ ਖਹਿਰਾ ਗੱਲ ਰੱਖਣਗੇ, ਤੇ ਉੱਥੇ ਜਾ ਕੇ ਜੇ ਅਸੀਂ ਇੱਕ ਦੂਜੇ ਦੇ ਲੀੜੇ ਹੀ ਪਾੜਦੇ ਰਹਾਂਗੇ, ਚਾਹੇ ਗੱਲਾਂ ਬਾਤਾਂ ਨਹੀਂ ਸਹੀ, ਉਹਦੇ ਨਾਲ ਕਦੇ ਮਨ ਦੁਖੀ ਹੁੰਦਾ ਕਿ ਸਿਆਸਤ ਮੈਨੂੰ ਦੱਸੋ ਨਾ, ਮੇਰੇ ਤੇ ਟਿੱਪਣੀ ਭਗਵੰਤ ਮਾਨ ਨੇ ਕਿੰਨਾ ਗੁੱਸਾ ਕੀਤਾ ਕਿ ਤੂੰ ਆਹ ਕਰਤਾ। ਫਿਰ ਬੋਲਦੇ ਵੀ ਬੜੀ, ਜ਼ੁਬਾਨ ਵੀ ਜਿਹੜੀ ਬੋਡੀ ਲੈਂਗੁਏਜ ਸੀ ਬੜੀ ਐਰੋਗੈਂਟ ਸੀਗੀ। ਜਾਂ ਪ੍ਰਤਾਪ ਬਾਜਵੇ ਨੂੰ ਫਲਾਨੀ ਗੱਲ ਘੁੱਟਾਂ। ਇਹ ਟਾਂਚਾ ਵਾਲਾ ਸਦਨ ਨਹੀਂਗਾ। ਆਹ ਜਿਹੜੇ ਤੁਸੀਂ ਮੁੱਦੇ ਰੱਖੇ ਨੇ, ਸਾਡਾ ਪੰਜਾਬ ਦਾ ਗਰਾਊਂਡ ਵਾਟਰ ਡਿਪਲੀਟ ਹੋ ਰਿਹਾ ਵਾ। ਉਹ ਇਸ ਲਈ ਹੋ ਰਿਹਾ ਕਿ ਸਾਡਾ ਦਰਿਆਵਾਂ ਦਾ ਪਾਣੀ ਜਿਹੜਾ ਉਹ ਦੂਜੇ ਸੂਬਿਆਂ ਨੂੰ ਜਾ ਚੁੱਕਾ ਵਾ। ਅਸੀਂ ਸਾਡੀ ਪੁਰਾਣੀ ਜਿਹੜੀ ਰਵਾਇਤੀ ਜੋ ਵੀ ਸਿਸਟਮ ਸੀਗਾ, ਸਾਡੇ ਬਜ਼ੁਰਗ ਲੀਡਰਾਂ ਨੇ ਨਹੀਂ ਧਿਆਨ ਕੀਤਾ, ਉਹਦਾ ਖਮਿਆਜ਼ਾ ਅਸੀਂ ਹੁਣ ਭੁਗਤ ਰਹੇ ਹਾਂ। ਸਾਡਾ 13-14 ਲੱਖ ਟਿਊਬਵੈੱਲ ਨਾਲ ਅਸੀਂ ਪੰਪ ਆਊਟ ਕਰ ਰਹੇ ਪਾਣੀ। ਹੁਣ ਇਸੇ ਵਿਧਾਨ ਸਭਾ ਦੇ ਦੀਜ਼ ਆਰ ਦਾ ਇਸ਼ੂਜ਼ ਟੂ ਬੀ ਡਿਸਕਸਡ। ਕਿਸਾਨਾਂ ਦੇ ਮੁੱਦੇ, ਉਹਨਾਂ ਦੀਆਂ ਆਤਮ ਹੱਤਿਆਵਾਂ, ਉਹਨਾਂ ਦਾ ਕਰਜ਼ਾ, ਜਿਹੜੇ ਬੇਰੁਜ਼ਗਾਰ ਵਿਚਾਰੇ ਬੱਚੇ ਵਿਦੇਸ਼ਾਂ ਵਿੱਚ ਭੱਜ ਰਹੇ ਨੇ, ਇਹਨਾਂ ਦੇ ਕਿੱਦਾਂ ਆਪਾਂ ਸਾਧਨ ਕਰਨਾ। ਬਦਕਿਸਮਤੀ ਇਹ ਆ ਕਿ ਕੋਈ ਨਾ ਕੋਈ ਇਹੋ ਜਿਹੀ ਟੀਚਰ ਕਰ ਦਿੰਦਾ ਇੱਕ ਆਦਮੀ। ਹੁਣ ਟੀਚਰ ਦਾ ਜਵਾਬ ਜੇ ਤੁਸੀਂ ਨਹੀਂ ਦਿੰਦੇ ਤੇ ਇਹ ਪਰਸੈਪਸ਼ਨ ਜਾ ਰਹੀ ਆ ਬਾਹਰ ਕਿ ਇਹ ਡਰ ਗਿਆ ਹੋਊਗਾ ਜੀ, ਜਾਂ ਇਹ ਘਬਰਾਉਂਦਾ ਵਾ। ਹੁਣ ਅੱਜ ਸਵੇਰੇ ਹੀ ਪ੍ਰਤਾਪ ਬਾਜਵੇ ਨੂੰ ਕੁਲਦੀਪ ਧਾਲੀਵਾਲ ਕਹਿ ਰਿਹਾ ਸੀ ਜੀ ਇਹ ਤਾਂ BJP ਦਾ ਸਾਥ ਦੇ ਰਹੇ ਕਿਉਂਕਿ ਇਹਨੇ ਆਪਣੀ ਸਿਕਿਉਰਿਟੀ ਬਰਕਰਾਰ ਰੱਖਣੀ ਹੈ। ਤੇ ਭਗਵੰਤ ਸਿੰਘ ਮਾਨ ਕੋਲ ਸਿਕਿਉਰਿਟੀ ਘੱਟ ਹੈ ਜੀ।
ਇਹਨਾਂ ਦੇ ਮਾਤਾ ਜੀ ਕੋਲ ਆ, ਇਹਨਾਂ ਦੀ ਭੈਣ ਜੀ ਕੋਲ ਆ, ਇਹਨਾਂ ਦੀ ਘਰਵਾਲੀ ਕੋਲ ਆ, ਇਹ ਘੱਟੋ ਘੱਟ 1000 ਬੰਦਾ ਲਈ ਫਿਰਦੇ ਨੇ ਸਿਕਿਉਰਿਟੀ। ਲੈ ਇੱਥੇ ਗੱਲ ਆਪਾਂ ਸ਼ੁਰੂ ਕਰ ਲੈਂਦੇ ਹਾਂ ਕਿ ਜਿਹੜੀ ਪਾਰਟੀ ਦਾ ਆਧਾਰ ਹੀ ਇਹ ਸੀਗਾ ਕਿ ਅਸੀਂ ਸਾਦਗੀ 'ਚ ਰਹਿਣਾ, ਅਸੀਂ ਮਕਾਨ ਸਰਕਾਰੀ ਨਹੀਂ ਲੈਣੇ, ਕੇਜਰੀਵਾਲ ਦੀਆਂ ਗੱਲਾਂ ਕੱਢ ਲਓ ਸਾਰੀਆਂ ਪੁਰਾਣੀਆਂ, ਦੇ ਹੈਵ ਗੋਨ ਕੰਪਲੀਟਲੀ 110% ਅਗੇਂਸਟ ਆਲ ਦੋਜ਼ ਪ੍ਰਿੰਸੀਪਲਸ। ਖਹਿਰਾ ਸਾਹਿਬ ਤੁਹਾਡੇ ਹੀ ਸਾਥੀ ਨੇ ਪੁਰਾਣੇ। ਹਾਂ, ਮੈਂ ਤਾਂ ਕਹਿੰਦਾ ਤਾਈਓ ਮੇਰੀ ਬਣੀ ਨਹੀਂ ਨਾ ਉਹਨਾਂ ਨਾਲ। ਮੈਂ ਜਦੋਂ ਦੇਖਿਆ ਕਿ ਤਾਂ ਦੋਗਲੇ ਬੰਦੇ ਨੇ, ਕਹਿੰਦੇ ਕੁਛ ਨੇ ਕਰਦੇ ਕੁਛ ਨੇ, ਔਰ ਜਿਸ ਢੰਗ ਦੇ ਨਾਲ ਮੈਂ ਆਪਣਾ ਕੰਮ ਕੀਤਾ, ਮੈਂ ਅੱਜ ਵੀ ਉੱਥੇ ਖੜਾ ਵਾਂ ਜਿਹੜਾ ਮੈਂ ਰਾਣੇ ਗੁਰਜੀਤ ਨੂੰ ਕਢਾਇਆ ਸੀ ਮਾਈਨਿੰਗ ਮਾਫੀਆ, ਤਾਂ ਉੱਥੇ ਖੜਾ ਵਾਂ, ਔਰ ਉਹਦਾ ਖਮਿਆਜ਼ਾ ਮੈਂ ਭੁਗਤ ਰਿਹਾ। ਇਕੱਲਾ ਈਡੀ ਦਾ ਮੁਕੱਦਮਾ ਮੈਂ ਚੱਲ ਰਿਹਾ, ਈਡੀ ਦਾ ਮੁਕੱਦਮਾ ਉਸੇ ਗੱਲ ਨਾਲ ਕਨੈਕਟਡ ਹੀ ਆ। ਉਦੋਂ ਹੀ ਮੇਰੇ ਤੇ NDPS ਦਾ ਪਰਚਾ ਦਰਜ ਕੀਤਾ ਗਿਆ ਉੱਥੇ ਫਾਜ਼ਿਲਕਾ ਦੀ ਅਦਾਲਤ ਵਿੱਚ, ਮਨ ਘੜਤ ਝੂਠਾ, ਜਿਹੜਾ ਸੁਪਰੀਮ ਕੋਰਟ ਨੇ ਸਟੇ ਕੀਤਾ। ਮੈਂ ਕਿਸੇ ਤੋਂ ਮਾਫੀ ਨਹੀਂ ਮੰਗੀ ਅੱਜ ਤੱਕ। ਤੇ ਕੇਜਰੀਵਾਲ ਸਾਹਿਬ ਤਾਂ ਬਿਕਰਮ ਮਜੀਠੇ ਦੇ ਨਿੱਕੇ ਜਿਹੇ ਡੈਫਾਮੇਸ਼ਨ ਕੇਸ ਤੋਂ ਭੱਜ ਗਏ ਮਾਫੀ ਮੰਗ ਕੇ। ਖਹਿਰਾ ਸਾਹਿਬ ਕਦੀ ਹਾਈ ਕਮਾਂਡ ਨੇ ਹੁਣ ਤੁਹਾਨੂੰ ਬੜਾ ਵੱਡਾ ਅਹੁਦਾ ਦਿੱਤਾ, ਮੈਂ ਉਧਰਲੇ ਪਾਸੇ ਜਾਣਾ ਨਹੀਂ ਸੀ, ਚਲੋ ਤੁਸੀਂ ਰਾਣਾ ਗੁਰਜੀਤ ਸਿੰਘ ਹੋਰਾਂ ਦਾ ਨਾਂ ਜ਼ਿਕਰ ਕਰ ਲਿਆ। ਤੁਸੀਂ ਹੁਣ ਨੈਸ਼ਨਲ ਲੈਵਲ ਦੇ ਉੱਤੇ ਇੱਕ ਵਿੰਗ ਦੇ ਪ੍ਰੈਜ਼ੀਡੈਂਟ ਹੋ, ਤੇ ਉਹ ਭਾਰਤ ਕਿਉਂਕਿ ਖੇਤੀਬਾੜੀ ਵਾਲਾ ਦੇਸ਼ ਹੈ, ਸਾਨੂੰ ਲੱਗਦਾ ਬੜਾ ਇੰਪੋਰਟੈਂਟ ਅਹੁਦਾ। ਜੇ ਉਹਨੂੰ ਤੁਸੀਂ ਬਹੁਤ ਚੰਗੇ ਤਰੀਕੇ ਨਿਭਾਇਆ ਤਾਂ ਨਾ ਹੋਊਗਾ। ਹੁਣ ਕਦੀ ਹਾਈ ਕਮਾਂਡ ਕੋ ਜਾ ਕੇ ਕਿਹਾ ਨਹੀਂ, ਜੇ ਤੁਸੀਂ ਕਹਿੰਦੇ ਕਿ ਮੈਂ ਸਟੈਂਡ ਕਰਦਾ ਰਾਣਾ ਗੁਰਜੀਤ ਸਿੰਘ ਹੋਰਾਂ ਵਾਲੇ ਮਸਲੇ ਦੇ ਉੱਤੇ ਕਢਾਇਆ, ਉਹਨਾਂ ਨੂੰ ਕਦੇ ਜਾ ਕੇ ਕਿਹਾ ਨਹੀਂ ਕਿ ਭਾਈ ਅਸੀਂ ਇੱਕੋ ਮਿਆਨ ਦੇ ਵਿੱਚ ਦੋ ਤਲਵਾਰਾਂ ਕਿੱਦਾਂ ਪੈ ਰਹੀ ਹੈ ਕਿ ਭਾਈ ਇੱਧਰ ਕਰ ਲਓ ਜਾਂ ਉੱਧਰ ਕਰ ਲਓ? ਨਹੀਂ, ਹੁਣ ਮੇਰਾ ਉਹਨਾਂ ਨਾਲ ਕੋਈ, ਮੈਂ ਤਾਂ ਜੋ ਆਪਣਾ ਕੰਮ ਕਰਨਾ ਸੀ ਬਤੌਰ ਲੀਡਰ ਆਫ ਆਪੋਜੀਸ਼ਨ ਕਰ ਦਿੱਤਾ ਵਾ, ਸਮਝ ਗਏ। ਔਰ ਮੈਂ ਉਸ ਗੱਲ ਦਾ ਮੈਂ ਕਿਹਾ ਤੁਹਾਨੂੰ ਕਿ ਮੈਂ ਉਹਦਾ ਖਮਿਆਜ਼ਾ ਭੁਗਤ ਰਿਹਾ ਵਾਂ, ਮੈਂ ਤੁਹਾਨੂੰ ਉਦਾਹਰਨ ਦਿੱਤਾ ਵਾ। ਸੋ ਨਾਓ ਇਟਸ ਨਾਟ ਮਾਈ ਕਿ ਮੈਂ ਇਸ ਤਰ੍ਹਾਂ ਦੀ ਛੋਟੀ ਗੱਲ ਵਿੱਚ ਉਲਝਾਂ। ਮੈਨੂੰ ਇੱਕ ਲਾਰਜਰ ਇੰਟਰ ਦਿੱਤਾ ਹੋਇਆ। ਮੈਂ ਹੁਣ ਪਿਛਲੇ ਚੰਦ ਹਫ਼ਤਿਆਂ 'ਚ ਮੈਂ ਤਾਮਿਲਨਾਡੂ ਵਿਜ਼ਿਟ ਕੀਤਾ, ਮੈਂ ਕੇਰਲਾ ਸਟੇਟ ਵਿਜ਼ਿਟ ਕੀਤੀ, ਸਾਡੇ ਯੂਨਿਟਸ ਬੜੇ ਸਟਰੋਂਗ ਨੇ ਉੱਥੇ। ਮੈਂ ਉੜੀਸਾ ਗਿਆ, ਔਰ ਹੁਣ ਮੈਂ ਮੱਧ ਪ੍ਰਦੇਸ਼ ਜਾਣਾ ਵਾ ਔਨ ਦ 15th of October। ਸੋ ਮੇਰੀ ਕੋਸ਼ਿਸ਼ ਹੋਊਗੀ ਕਿ ਇੱਕ ਵਾਰੀ ਮੈਂ ਸਾਰੇ ਆਪਣੇ ਦੇਸ਼ ਦੇ ਯੂਨਿਟਸ ਨੂੰ ਅੱਛੀ ਤਰ੍ਹਾਂ ਉਹਨਾਂ ਦੀ ਸੰਗਠਨ ਕਰਕੇ ਕਾਇਮ, ਤੇ ਜਿਹੜੇ ਸਾਡੇ ਵੱਡੇ ਮੁੱਦੇ ਨੇ ਕਿਸਾਨਾਂ ਦੇ, ਜਿੱਦਾਂ MSP ਤੋਂ ਭੱਜ ਰਹੀ ਆ ਮੋਦੀ ਸਰਕਾਰ, ਜਾਂ ਜਿਹੜੇ ਕਿਸਾਨ ਦੇ ਜਿਹੜਾ ਸੰਘਰਸ਼ ਕੀਤਾ ਸੀ SKM ਦੇ ਨਾਲ ਸਮਝੌਤਾ ਹੋਇਆ ਸੀਗਾ ਕਿ ਜਿਹੜੇ ਤੁਹਾਡਾ ਅਸੀਂ MSP ਦਿਆਂਗੇ ਗੈਰੰਟੀਡ ਪ੍ਰਾਈਸ, ਜਿਹੜੇ 35-40 ਹਜ਼ਾਰ ਕ੍ਰਿਮੀਨਲ ਕੇਸਿਸ ਕਿਸਾਨਾਂ ਤੇ ਹੋਇਆ ਉਹ ਅੱਜ ਤੱਕ ਵਾਪਸ ਨਹੀਂ ਹੋਏ। ਇਹਦੇ 'ਚ ਇੱਕ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਵੀ ਸੀਗਾ ਜਿਹਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਸੀ ਅਸੀਂ ਨਹੀਂ ਲੈ ਕੇ ਆਵਾਂਗੇ, BJP ਨੇ ਲੈ ਆਂਦਾ ਪਾਰਲੀਮੈਂਟ ਵਿੱਚ। ਉਸ ਹਿਸਾਬ ਨਾਲ ਸਾਰੀਆਂ ਸਟੇਟਾਂ ਦੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਤੇ ਬਿਜਲੀ ਬੋਰਡਾਂ ਤੇ ਡਾਇਰੈਕਟ ਡਾਕਾ ਵਾ, ਉਹ ਆਪਣੇ ਰੈਗੂਲੇਟਰਸ ਲਾਉਣਗੇ, ਔਰ ਸਾਰੇ ਦੇਸ਼ ਦੇ ਬਿਜਲੀ ਜਿਹੜੇ ਜਿੱਦਾਂ ਸਾਡਾ PSPCL ਆ, ਇਹਦੀ ਸਾਰਾ ਡਿਸਟ੍ਰੀਬਿਊਸ਼ਨ ਦਾ ਕੰਮ, ਇਹਦਾ ਸਾਰਾ ਨੈਟਵਰਕ ਦਾ ਕੰਮ 100% ਸਰਕਾਰ ਨੇ ਕੀਤਾ। ਤੇ ਅਲਟੀਮੇਟਲੀ ਜੇ ਸਾਡੇ ਤੇ ਕੋਈ ਰੈਗੂਲੇਟਰ ਲਾ ਕੇ ਉਹਨਾਂ ਨੇ ਕਹਿਤਾ ਜੀ ਕਿ ਅਸੀਂ ਇਹ ਟਾਟਾ ਨੂੰ ਦੇਣ ਲੱਗੇ ਤੁਹਾਡੀ ਬਿਜਲੀ ਦਾ ਸਾਰਾ, ਅਸੀਂ ਕਿਹਨੂੰ ਰੋਕਾਂਗੇ ਜਾ ਕੇ? ਸੋ ਇਹ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ 'ਚ ਵਨਸ ਆਈ ਲਾਈਕ ਸਟ੍ਰੀਮਲਾਈਨ ਮਾਈ ਆਰਗੇਨਾਈਜੇਸ਼ਨ, ਇਹ ਸਾਰੇ ਮੁੱਦਿਆਂ ਤੇ ਸੰਘਰਸ਼ ਕਰਾਂਗੇ। ਔਰ ਇੱਕ ਗੱਲ ਮੈਂ ਇਹਦੇ 'ਚ ਐਡ ਕਰ ਦੇਣਾ, ਦੇਖੋ ਕਿੱਡਾ ਵੱਡਾ ਵਿਤਕਰਾ ਵਾ BJP ਦੀ ਸਰਕਾਰ ਕਰ ਰਹੀ ਆ। ਇਸੇ ਬਜਟ 'ਚ ਰਾਜ ਸਭਾ ਦੇ ਵਿੱਚ ਖੁਲਾਸਾ ਕੀਤਾ ਕਿ ਪਿਛਲੇ 5 ਸਾਲਾਂ 'ਚ 10 ਲੱਖ ਕਰੋੜ ਰੁਪਇਆ ਮਾਫ ਕੀਤਾ ਵਾ ਕਾਰਪੋਰੇਟ ਘਰਾਣਿਆਂ ਦਾ, 10 ਲੱਖ ਕਰੋੜ ਰੁਪਇਆ। ਤੇ ਪੰਜਾਬ ਦਾ ਕਿਸਾਨ ਔਰ ਇਹ ਜਿਹੜਾ 10 ਲੱਖ ਕਰੋੜ ਰੁਪਇਆ ਇਹ ਚੰਦ ਬੰਦਿਆਂ ਦਾ ਵਾ, ਮੈਕਸਿਮਮ ਇਹ ਕੁਝ ਸੈਂਕੜੇ ਬੰਦਿਆਂ ਦਾ ਹੋਊਗਾ, 150-200 ਬੰਦਿਆਂ ਦਾ, ਬਿਕੋਜ਼ ਕਿਸੇ ਦਾ 5000 ਕਰੋੜ ਰੁਪਇਆ ਮਾਫ ਹੋ ਗਿਆ, ਕਿਸੇ ਦਾ 10000 ਕਰੋੜ ਰੁਪਇਆ ਮਾਫ। ਪੰਜਾਬ ਦੇ ਕਿਸਾਨ ਦਾ, ਅਸੀਂ 11 ਲੱਖ ਫਾਰਮਿੰਗ ਯੂਨਿਟਸ ਆ ਪੰਜਾਬ ਦੇ ਵਿੱਚ, ਸਾਡਾ ਕਰਜ਼ਾ ਹੈਗਾ 1 ਲੱਖ ਕਰੋੜ ਰੁਪਇਆ, 10ਵਾਂ ਹਿੱਸਾ ਉਹਦਾ। ਤੇ ਅਸੀਂ ਮਜਬੂਰ ਨਹੀਂ ਕਰ ਸਕਦੇ BJP ਨੂੰ ਕਿ ਤੁਸੀਂ ਉਧਰ ਤਾਂ ਦੇ ਰਹੇ ਹੈਗੇ ਹੋ, ਤੁਸੀਂ ਸਾਡੇ ਕਿਸਾਨਾਂ ਦਾ ਕਰਜ਼ਾ ਮਾਫ ਕਰੋ। ਇਹ ਦਿਸ ਆਰ ਦਾ ਏਜੰਡਾਸ ਨਾਲ ਖੇਤ ਮਜ਼ਦੂਰ। ਮੈਂ ਨਾਲ ਲੱਗਦੀ ਗੱਲ ਜੋੜਦਾ, ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਜੇ ਵੱਡਿਆਂ ਦਾ ਮਾਫ ਹੋ ਸਕਦਾ, ਕਿਸਾਨ ਤਾਂ ਕਿਉਂਕਿ ਰੋਟੀ ਦਿੰਦੇ ਸਾਰਿਆਂ ਨੂੰ। ਪਰ ਜਦੋਂ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਆਏ ਆ ਤਾਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਆਏ ਆ, ਤੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਭਾਈ ਅਸੀਂ ਸਾਰੇ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਮਾਫ ਕਰਾਂਗੇ। ਉਦੋਂ ਗੱਲ ਤੁਹਾਡੇ ਜ਼ਿਹਨ 'ਚ ਸੀ? ਇਹ ਮੇਰਾ ਖਿਆਲ ਤੁਸੀਂ ਨਾ ਥੋੜੀ ਮਿਸਕਨਸੈਪਸ਼ਨ ਹੈ ਕਿ ਕੈਪਟਨ ਨਾਲ ਆਇਆ ਵਾਂ। ਕੈਪਟਨ ਵਾਸ ਦ ਚੀਫ ਮਿਨਿਸਟਰ। ਮੇਰੀ ਉਸ ਵੇਲੇ ਪਹਿਲਾਂ ਰਾਹੁਲ ਗਾਂਧੀ ਜੀ ਨਾਲ ਮੀਟਿੰਗ ਹੋਈ ਆ, ਹਰੀਸ਼ ਰਾਵ, ਹਾਂ ਯੈਸ ਐਵਰੀਥਿੰਗ ਵਾਸ ਡਿਸਾਈਡਡ, ਠੀਕ ਹੈ ਜੀ। ਪਰ ਅਮਰਿੰਦਰ ਸਿੰਘ ਨੇ ਕਿਸੇ ਦਿੱਲੀ ਉਦੋਂ ਜਾਣਾ ਸੀਗਾ, ਉਹਨਾਂ ਨੇ ਮੈਨੂੰ ਬੁਲਾ ਕੇ ਸਪੈਸ਼ਲ ਤੌਰ ਦੇ ਉੱਤੇ ਕੋਈ ਗੱਲ ਕਹਿਣੀ ਸੀਗੀ, ਤੇ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਮਿਲ ਲਿਆ। ਉਹ ਐ ਲੱਗਿਆ ਕਿ ਜਿੱਦਾਂ ਕੈਪਟਨ ਮੈਂ ਕਾਂਗਰਸ ਜੁਆਇਨ ਕੀਤੀ, ਮੈਂ ਕੋਈ ਇੰਡੀਵਿਜੂਅਲ ਨਹੀਂ ਜੁਆਇਨ ਕੀਤਾ। ਔਰ ਯਾਦ ਰਹੇ ਕਿ ਮੈਂ ਕਾਂਗਰਸ ਵਿੱਚ ਪਿਛਲੇ 25 ਸਾਲ ਤੋਂ 97 ਮੈਂ ਜਦੋਂ ਪਹਿਲੀ ਵਾਰੀ MLA ਬਣਿਆ, ਮੇਰੇ ਤੇ 7 ਮੁਕੱਦਮੇ ਦਰਜ ਕੀਤੇ 2007 ਤੋਂ ਲੈ ਕੇ 2012 ਤੱਕ ਬਾਦਲ ਸਾਹਿਬ ਦੀ ਸਰਕਾਰ ਨੇ ਜੀ। ਸੋ ਮੈਂ ਹਮੇਸ਼ਾ ਆਪਣੇ ਪਿਛਲੇ ਪੋਲੀਟੀਕਲ ਕਰੀਅਰ ਵਿੱਚ 25 ਸਾਲਾਂ 'ਚ ਜਾਇਜ਼ ਗੱਲਾਂ ਤੇ ਖੜਾ ਵਾਂ, ਜਾਇਜ਼ ਗੱਲ ਦੀ ਲੜਾਈ ਲੜਦਾ ਵਾਂ ਜੀ। ਤਾਈਓ ਵਾਹਿਗੁਰੂ ਦੀ ਕਿਰਪਾ ਦੇ ਨਾਲ ਭਾਵਾਂ ਕਿ ਮੇਰੇ ਤੋਂ ਕੁਝ ਗਲਤੀਆਂ ਹੋਈਆਂ ਪਿਛਲੇ ਸਮੇਂ 'ਚ, ਮੈਂ ਆਮ ਆਦਮੀ ਪਾਰਟੀ ਵਾਸ ਅ ਬਲੰਡਰ, ਆਈ ਸ਼ੁਡ ਨਾਟ ਹੈਵ ਗੋਨ। ਜੇ ਮੈਂ ਨਾ ਜਾਂਦਾ ਤਾਂ ਮੈਂ ਪਿਛਲੀ ਕਾਂਗਰਸ ਸਰਕਾਰ ਵਿੱਚ ਵਨ ਆਫ ਦ ਸੀਨੀਅਰ ਮੋਸਟ ਮਿਨਿਸਟਰ ਹੋਣਾ ਸੀਗਾ। ਪਰ ਮੈਂ ਇਹਨਾਂ ਦੇ ਝਾਂਸੇ 'ਚ ਆ ਗਿਆ ਕਿ ਬੜੇ ਇਮਾਨਦਾਰ ਬੰਦੇ ਹੈਗੇ ਨੇ। ਦੈਨ ਉਹ ਜਿਹੜੀ ਗਲਤੀ ਦੇ ਬਾਵਜੂਦ ਵੀ
ਔਰ ਕਿੰਨਾ ਕੁਛ ਮੇਰੇ ਤੇ ਹਮਲੇ ਹੋਏ, ਮਤਲਬ ਬੀਜੇਪੀ ਨੇ ਈਡੀ ਦਾ ਛਾਪਾ ਮਾਰਿਆ, ਮੈਨੂੰ ਅਰੈਸਟ ਕੀਤਾ। ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਦੁਬਾਰਾ ਇਲੈਕਟ ਹੋ ਕੇ ਆਇਆ ਇਸ ਵਗਦੀ ਹਨੇਰੀ ਦੇ ਵਿੱਚ। ਅੱਛਾ ਖਹਿਰਾ ਸਾਹਿਬ, ਤੁਸੀਂ ਕਿਹਾ ਜੇ ਝਾਂਸੇ ਦੇ ਵਿੱਚ ਆ ਗਏ, ਜਾਣੀ ਐਸੀ ਕੀ ਗੱਲ ਹੋ ਗਈ? ਤੁਸੀਂ ਤਾਂ ਸਿਆਣੇ ਹੋ, ਤੁਸੀਂ ਵੱਖ-ਵੱਖ ਭਾਸ਼ਾਵਾਂ ਜਾਣਦੇ ਹੋ, ਤੁਸੀਂ ਤਾਂ ਬੜੇ ਜਾਣੀ ਤੁਹਾਡਾ ਧੜੱਲੇਦਾਰ ਭਾਸ਼ਣ ਹੁੰਦਾ, ਤੁਸੀਂ ਹਰ ਇੱਕ ਗੱਲ ਕੋਟ ਕਰਦੇ ਹੋ ਤੇ ਅੰਕੜੇ ਦੇ ਕੇ ਕਰਦੇ ਹੋ। ਜਾਣੀ ਜੇ ਤੁਹਾਡੇ ਵਰਗਾ ਬੰਦਾ ਝਾਂਸੇ ਦੇ ਵਿੱਚ ਆ ਗਿਆ ਫਿਰ ਤਾਂ ਆਮ ਲੋਕ ਤਾਂ ਨਹੀਂ, ਪਤਾ ਨਹੀਂ ਨਾ ਲੱਗਦਾ ਕਿ ਆਈ ਐਮ ਆਲਸੋ ਐਜ਼ ਆਫਟਰ ਆਲ ਆਮ ਅ ਹਿਊਮਨ ਬੀਇੰਗ। ਅਰਵਿੰਦ ਕੇਜਰੀਵਾਲ ਅੰਨਾ ਹਜ਼ਾਰੇ ਮੂਵਮੈਂਟ ਚੋਂ ਪੈਦਾ ਹੋਇਆ ਸੀਗਾ, ਜਿਹੜੀਆਂ ਉਹਨਾਂ ਗੱਲਾਂ ਉਦੋਂ ਕੀਤੀਆਂ ਸੀਗਾ, ਉਹਦਾ ਤੇ ਅੱਜ ਦਾ ਅੰਤਰ ਤੁਸੀਂ ਆਪ ਮੈਨੂੰ ਅੱਛੀ ਤਰ੍ਹਾਂ ਉਹਦਾ ਵਿਸ਼ਲੇਸ਼ਣ ਕਰਕੇ ਦੱਸ ਦਿਓ ਕਿ ਅੱਜ ਉਹਦੇ ਕੋਲ 2 Z+ ਸਿਕਿਉਰਿਟੀ ਆ। ਇੱਕ ਦਿੱਲੀ ਨੈਸ਼ਨਲ ਪੱਧਰ ਤੇ ਜਿਹੜੀ ਉੱਥੋਂ ਮਿਲੀ ਹੋਈ ਆ ਐਜ਼ ਅ ਚੀਫ ਮਿਨਿਸਟਰ, ਇੱਕ ਇੱਥੇ Z+ ਸਿਕਿਉਰਿਟੀ ਹਾਈ ਕੋਰਟ ਵਿੱਚ ਦਸਤਾਵੇਜ਼ ਸਾਡੇ ਕੋਲ ਨੇ। ਇੱਥੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਕਨਵੀਨਰ ਆ ਤੇ ਇੱਥੋਂ Z+ ਸਿਕਿਉਰਿਟੀ ਲਈ ਸਾਡੇ 90 ਕਮਾਂਡੋ ਨੇ ਉਹਦੇ ਕੋਲ, ਤੇ Z+ ਸਿਕਿਉਰਿਟੀ ਦੇਤੀ ਰਾਘਵ ਚੱਡੇ ਨੂੰ। ਸੋ ਝਾਂਸੇ 'ਚ ਕਈ ਵਾਰੀ ਬੰਦੇ ਤੋਂ ਗਲਤੀ ਜ਼ਿੰਦਗੀ 'ਚ ਹੋ ਜਾਂਦੀ, ਆਪਾਂ ਸਾਰੇ ਆਪਾਂ ਭੁੱਲਣਹਾਰ ਹੈਗੇ ਆ। ਠੀਕ ਹੈ ਜੀ। ਸੋ ਜਦੋਂ ਮੈਂ ਉੱਥੇ ਗਿਆ, ਔਰ ਕੇਜਰੀਵਾਲ ਦੀ ਇੱਕ ਗੱਲ ਮੈਂ ਪਹਿਲਾਂ ਵੀ ਕਿਹਾ, ਤੁਹਾਨੂੰ ਦੁਬਾਰਾ ਕਹਿ ਰਿਹਾ, ਮੈਂ ਗਲਤ ਨਹੀਂ ਕਹਿ ਰਿਹਾ, ਕੈਮਰੇ 'ਚ ਅੱਖ ਪਾ ਕੇ ਕਹਿ ਸਕਦਾ, ਇਹ ਕਿਸੇ ਵੀ ਇੰਡੀਪੈਂਡੈਂਟ ਮਾਈਂਡਡ ਬੰਦੇ ਨੂੰ ਝੱਲ ਹੀ ਨਹੀਂ ਸਕਦਾ। ਤੁਸੀਂ ਦੱਸੋ ਕਿਹੜਾ ਰਹਿਣ ਦਿੱਤਾ ਇਹਨੇ? ਪ੍ਰਸ਼ਾਂਤ ਭੂਸ਼ਣ ਇਹਨੇ ਕੱਢ ਦਿੱਤਾ, ਜੋਗਿੰਦਰ ਯਾਦਵ ਤੋਂ ਲੈ ਕੇ ਥੱਲੇ ਛੋਟੇਪੁਰ, ਘੁੱਗੀ, ਫੂਲਕਾ ਸਾਹਿਬ, ਜਿਹੜੇ ਵੀ ਬੰਦੇ ਕੋਈ ਥੋੜੀ ਜਿਹੀ ਬੇਬਾਕ ਗੱਲ ਕਰਦੇ, ਹੀ ਡਜ਼ ਨਾਟ ਵਾਂਟ ਐਨੀਬਡੀ ਜਿਹੜਾ ਅੱਗੇ ਉਹਨਾਂ ਨੂੰ ਕੋਈ ਸਵਾਲ ਜਵਾਬ ਕਰ ਸਕੇ। ਇਹ ਚਾਹੁੰਦਾ ਬਿਲਕੁਲ ਯੈਸ ਮੈਨ। ਔਰ ਅੱਜ ਭਗਵੰਤ ਮਾਨ ਵੀ ਕ੍ਰਾਈਸਿਸ ਵਿੱਚ ਆ, ਕਿਉਂਕਿ ਭਗਵੰਤ ਮਾਨ ਲਿਖੀ ਜਾਂਦਾ, ਕਿੰਨਾ ਕੁ ਲਿਖ ਜਾਊਗਾ? ਉਹ ਤਾਂ ਕਹਿੰਦੇ ਬਿਲਕੁਲ ਇੰਡੀਪੈਂਡੈਂਟ ਅਸੀਂ। ਨਹੀਂ, ਨਾਟ ਐਟ ਆਲ। ਤੁਸੀਂ ਮੈਨੂੰ ਦੱਸੋ, ਰਾਜ ਸਭਾ ਦੇ ਮੈਂਬਰ ਆਏ ਨੇ ਜਿਹੜੇ, ਉਹ ਭਗਵੰਤ ਮਾਨ ਦੀ ਰਿਕਮੈਂਡੇਸ਼ਨ ਨਾਲ? ਕੀ ਸੀਗਾ ਲਵਲੀ ਯੂਨੀਵਰਸਿਟੀ ਦਾ, ਕੀ ਉਹਦਾ ਯੋਗਦਾਨ ਕੀ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨੂੰ? ਉਹ ਸਨੀ ਅਰੋੜਾ ਜਿਹੜਾ ਪ੍ਰੋਪਰਟੀ ਡੀਲਰ ਸੀ ਲੁਧਿਆਣੇ ਦਾ, ਦਿੱਲੀ ਰਹਿੰਦਾ, ਉਹਦਾ ਕੀ ਯੋਗਦਾਨ ਸੀਗਾ? ਆ ਜਿਹੜੇ ਦੂਜੇ ਗੈਰ ਬੰਦੇ ਬਣਾਏ ਨੇ, ਉਹਨਾਂ ਦਾ ਯੋਗਦਾਨ ਕੀ ਆ ਆਮ ਆਦਮੀ ਪਾਰਟੀ ਆ? ਭਗਵੰਤ ਮਾਨ ਦੀ ਰਿਕਮੈਂਡੇਸ਼ਨ ਵੱਧ ਤੋਂ ਵੱਧ ਸੱਤਾ ਦੇ ਵਿੱਚ ਮੈਨੂੰ ਜੇ ਕੋਈ ਨਜ਼ਰ ਆਊਗੀ ਜੀ, ਉਹ ਸੀਚੇਵਾਲ ਬਲਬੀਰ ਸਿੰਘ ਦੀ ਹੋ ਸਕਦੀ, ਤੇ ਸ਼ਾਇਦ ਹਰਭਜਨ ਕ੍ਰਿਕਟਰ ਦੀ। ਦੈਟ ਇਜ਼ ਆਲ। ਮਤਲਬ ਆਊਟ ਆਫ 7 ਜਸਟ 2 ਚੀਫ ਮਿਨਿਸਟਰ ਹੈ। ਔਰ ਫਿਰ ਰਾਘਵ ਚੱਡੇ ਨੂੰ ਉੱਤੇ ਕੀ ਲਾਉਣ ਦੀ ਲੋੜ ਸੀ ਜੀ? ਅੱਛਾ, ਚੇਅਰਮੈਨ ਐਡਵਾਈਜ਼ਰੀ ਕਮੇਟੀ, ਅੱਗੇ ਸੁਪਰ ਚੀਫ ਮਿਨਿਸਟਰ, ਰਾਜ ਸਭਾ ਦਾ ਤੁਸੀਂ ਮੈਂਬਰ ਬਣਾਤਾ, ਤੁਸੀਂ ਉਹ ਠੀਕ ਹੈ, ਲੇਕਿਨ ਉਹਦੇ ਚੀਫ ਮਿਨਿਸਟਰ ਦੇ ਉੱਤੇ ਲਾਉਣ ਨਾਲ ਸੰਕੇਤ ਕੀ ਦਿੱਤਾ ਵਾ? ਉਹਨੇ ਜਾਣ ਕੇ ਸੰਕੇਤ ਦਿੱਤਾ ਵਾ ਕਿ ਹਮ ਚਲਾएंगे ਸਰਕਾਰ ਵਹਾਂ ਸੇ। ਖਹਿਰਾ ਸਾਹਿਬ, ਕਈ ਵਾਰ ਇਹ ਗੱਲ ਤੁਹਾਡੀ ਠੀਕ ਹੈ ਕਿ ਭਾਈ ਜੇ ਚੀਫ ਮਿਨਿਸਟਰ ਦੀ ਨਹੀਂ ਚੱਲਦੀ, ਜੇ ਆਪਾਂ ਤੁਹਾਡੀ ਵੀ ਮੰਨੀਏ, ਪਰ ਉਹ ਮੂਹਰੇ ਕਹਿੰਦੇ ਜੀ ਡਾਕਟਰ ਮਨਮੋਹਨ ਸਿੰਘ ਰਾਜ ਸਭਾ ਦੇ ਮੈਂਬਰ ਕਿੱਥੋਂ ਬਣਦੇ ਸੀ? ਹੋਰ ਬੜੇ ਬੰਦੇ ਨੇ ਜਿਹੜੇ ਕਿ ਇੱਧਰ ਉੱਧਰੋਂ ਬਣਦੇ ਰਹੇ। ਆਲ ਰਾਈਟ, ਵੈਰੀ ਗੁੱਡ ਕੁਐਸਚਨ। ਇਹ ਮਨਮੋਹਨ ਸਿੰਘ ਨਾਲ ਤੁਲਨਾ ਸਨੀ ਅਰੋੜਾ ਦੀ ਕਰਾਂਗੇ, ਅਸ਼ੋਕ ਮਿੱਤਲ ਦੀ ਕਰਾਂਗੇ? ਮਨਮੋਹਨ ਸਿੰਘ ਇੱਕ ਵੈਲਿਊਬਲ ਐਸੈਟ ਸੀ ਆ ਇਸ ਦੇਸ਼ ਦਾ। ਪੰਜਾਬ ਦੇ ਵਿੱਚ ਉਸ ਵੇਲੇ ਸਪੇਸ ਨਹੀਂ ਸੀਗੀ। ਠੀਕ ਹੈ। ਉਹਨਾਂ ਨੂੰ ਜਦੋਂ ਸਾਡੇ ਕੋਲ ਫਰਜ਼ ਕਰੋ ਉਹਨਾਂ ਨੇ ਪ੍ਰਾਈਮ ਮਿਨਿਸਟਰ ਬਣਨਾ, ਐਂਡ ਫॉर ਪ੍ਰਾਈਮ ਮਿਨਿਸਟਰ ਵਿਦਿਨ 6 ਮੰਥਸ ਤੁਹਾਨੂੰ ਲੋਕ ਸਭਾ ਦੇ ਜਾਂ ਰਾਜ ਸਭਾ ਦਾ ਮੈਂਬਰ ਬਣਨਾ ਪੈਂਦਾ। ਇੱਧਰਲੇ ਪਾਸੇ ਸੀਟਾਂ ਨਹੀਂ ਖਾਲੀ, ਕਿਉਂਕਿ ਸਾਡੀ ਵਾਰੀ ਆਉਂਦੀ ਇਕੱਠੀ 6 ਸਾਲ ਬਾਅਦ ਜੀ, 7 ਮੈਂਬਰਾਂ ਦੀ ਇਕੱਠੀ ਆਉਂਦੀ ਆ, ਤੇ ਅਸਾਮ ਵਿੱਚ ਸੀਗੀ ਅਵੇਲੇਬਲ, ਤੇ ਉੱਥੋਂ ਬਣਾਤਾ। ਹਾਊ ਕੈਨ ਦੇ ਜਸਟ ਈਵਨ ਥਿੰਕ ਕਿ ਅਸੀਂ ਡਾਕਟਰ ਮਨਮੋਹਨ ਸਿੰਘ ਨਾਲ ਤੁਲਨਾ ਕਰ ਰਹੇ ਹਾਂ ਸਨੀ ਅਰੋੜੇ ਦੀ? ਜੀ ਠੀਕ ਹੈ। ਖਹਿਰਾ ਸਾਹਿਬ, 2-3 ਛੋਟੇ ਸਵਾਲ ਜਿਹੜੇ ਮੈਂ ਨਾਲ ਲੱਗਦੇ, ਤੁਸੀਂ 3-4 ਗੱਲਾਂ, ਕਿਉਂਕਿ ਸਾਫ਼ ਮੰਨਿਆ ਜਾਂਦਾ ਕਿ ਤੁਸੀਂ ਜਿਹੜੀ ਗੱਲ ਕਰਦੇ ਹੋ ਸਾਫ਼ ਕਰਦੇ ਹੋ। ਤੁਸੀਂ ਜੇ ਯੂਆਪਾ ਦੇ ਖਿਲਾਫ ਵੀ ਤੁਰੇ ਸੀ ਤਾਂ ਸਾਫ਼ ਹੀ ਤੁਰੇ ਸੀ। ਤੁਸੀਂ ਕਹਿ ਦਿੱਤਾ ਜੀ ਭਗਵੰਤ ਮਾਨ ਸਾਹਿਬ ਲਿਖੀ ਜਾਂਦੇ ਆ, ਤੁਸੀਂ ਇਹ ਵੀ ਕਹਿ ਦਿੱਤਾ ਜੀ ਉਹਨਾਂ ਦੇ ਪਰਿਵਾਰ ਦੇ ਕੋਲੇ ਵੀ ਸਾਰੀ ਸਿਕਿਉਰਿਟੀ ਹੈ, ਤੁਸੀਂ ਹੋਰ ਵੀ ਕਹਿ ਦਿੱਤਾ ਕਿ ਇਹ ਸੈਸ਼ਨ ਗਲਤ ਸੱਦਿਆ ਗਿਆ ਸੀ। ਮੈਂ 2-3 ਚੀਜ਼ਾਂ ਪੁੱਛਦਾ, ਕਿਉਂਕਿ ਸਾਨੂੰ ਐਂ ਲੱਗਦਾ ਹੁੰਦਾ ਕਿ ਹਰ ਸਰਕਾਰ, ਚਾਹੇ ਬਾਦਲ ਸਾਹਿਬ ਦੀ ਸੀ, ਕੈਪਟਨ ਸਾਹਿਬ ਦੀ, ਚੰਨੀ ਸਾਹਿਬ ਦੀ, ਚਾਹੇ ਹਰ ਸਰਕਾਰ ਨਾ ਤਾਂ 0 ਹੁੰਦੀ ਹੈ ਨਾ 100 ਹੁੰਦੀ ਹੈ ਹੁਣ ਤੱਕ ਜੋ ਪੰਜਾਬ ਦਾ ਹਿਸਾਬ ਕਿਤਾਬ ਹੈ। ਕੀ ਸੁਖਪਾਲ ਸਿੰਘ ਖਹਿਰਾ ਜਿਹੜੇ ਦਾਅਵਾ ਕਰਦੇ ਆ ਕਿ ਅਸੀਂ ਲੋਕਾਂ ਦੇ ਹੱਕ ਲਈ ਤੁਸੀਂ ਖੜਦੇ ਹੋ, ਇੱਕ ਪੈਨਸ਼ਨ ਵਾਲੇ ਸੌਦੇ ਦੇ ਨਾਲ ਸਹਿਮਤ ਹੋ? 100% ਅਸੀਂ ਅੰਦਰ ਸਪੋਰਟ ਕੀਤੀ ਹੈ ਇਸ ਦੀ, ਪਰ ਹੁਣ ਇਹਦੇ 'ਚ ਵੀ ਡਬਲ ਸਟੈਂਡਰਡ ਆ। ਆਈਲ ਟੈਲ ਯੂ ਹਾਊ। ਇਹਨਾਂ ਨੇ ਜਿਹੜੀ ਸਿੰਗਲ ਪੈਨਸ਼ਨ ਕੀਤੀ ਆ ਜੀ, ਠੀਕ ਹੈ, ਉਹਦੇ ਨਾਲ ਪਤਾ ਕਿੰਨੇ ਪੈਸੇ ਬਚਾਏ ਨੇ ਪੂਰੇ ਸਾਲ ਦੇ? 19 ਕਰੋੜ 53 ਲੱਖ ਰੁਪਏ। ਠੀਕ ਹੈ, ਅਸੀਂ ਸਵਾਗਤ ਕੀਤਾ ਉਹਦਾ। ਬੱਚਤ ਹੋਣੀ ਚਾਹੀਦੀ ਆ। ਨੋਬਡੀ ਹੈਜ਼ ਅ ਰਾਈਟ ਟੂ ਮਲਟੀਪਲ ਪੈਨਸ਼ਨਸ। ਜਿਹੜੀ ਲਾਸਟ ਵਿੱਚ ਬਹਿਸ ਹੋਈ ਸੀ ਉਹ ਡਾਕਟਰ ਸੁੱਖੀ ਅਕਾਲੀ ਦਲ ਦੇ ਮੈਂਬਰ ਨੇ ਉਠਾਈ ਸੀਗੀ, ਔਰ ਉਹਨਾਂ ਨੇ ਕੁਝ ਲੋਕਾਂ ਨੇ ਉੱਥੇ ਪਟੀਸ਼ਨ ਵੀ ਕਰਤੀ ਹਾਈ ਕੋਰਟ ਵਿੱਚ ਜਾ ਕੇ, ਉਹਨਾਂ ਦਾ ਅਧਿਕਾਰ ਖੇਤਰ ਹੈਗਾ ਵਾ। ਇਹਦੇ ਮੁਕਾਬਲੇ ਤੇ ਜਦੋਂ ਅਸੀਂ ਵਿਧਾਨ ਸਭਾ 'ਚ ਖੜ ਕੇ ਇਹਨਾਂ ਨੂੰ ਕੁਝ ਸਮਝਾਇਆ, ਜਿੱਦਾਂ ਆਟਾ ਦਾਲ ਸੀ ਜੀ, ਤੁਹਾਨੂੰ ਪਤਾ ਵਾ ਕਿ ਪੰਜਾਬ ਦੇ ਵਿੱਚ ਕਿਸੇ ਬੰਦੇ ਨੇ, ਇੱਕ ਬੰਦੇ ਨੇ ਨਹੀਂ ਮੰਗਿਆ ਕਿ ਸਾਨੂੰ ਘਰਾਂ ਦੇ ਵਿੱਚ ਬੈਠੇ ਬਿਠਾਏ ਪੀਸਿਆ ਪਸਾਇਆ ਆਟਾ ਚਾਹੀਦਾ ਵਾ। ਕਣਕ ਜਾਂਦੀ ਸੀਗੀ, ਜਿੰਨਾ ਲੋੜ ਆ ਚੱਕੀ ਤੋਂ ਪਿਸਾ ਕੇ ਤੇ ਆਪਣਾ ਕੰਮ ਕਰ ਲੈਂਦੇ ਸੀ। ਬਜਟ ਮੈਂ ਜਦੋਂ ਖੋਲ੍ਹਿਆ ਦੇਖਿਆ 497 ਕਰੋੜ ਰੁਪਈਆ ਫ੍ਰੀ ਆਟਾ ਡਿਲੀਵਰੀ, ਸਿਰਫ ਡਿਲੀਵਰ ਕਰਨ ਦਾ। ਹਾਂ, ਨਹੀਂ, ਉਹਨੂੰ ਪੀਸ ਕੇ ਓਕੇ, ਉਹਦੇ ਟੈਂਡਰ ਹੋਣਗੇ ਸਾਰੇ ਪੰਜਾਬ ਦੇ ਵਿੱਚ। ਤੁਸੀਂ ਦੇਖੋ ਕਿੱਡਾ ਵੱਡਾ ਘੁਟਾਲਾ ਸੀਗਾ। ਜਿਹੜੀ ਗੱਲ ਤੁਸੀਂ ਮੰਗੀ ਨਹੀਂ, ਮੰਗਦੇ ਤਾਂ ਕਿਸਾਨ ਨੇ ਗੰਨੇ ਦਾ ਬਕਾਇਆ,
ਮੰਗਦੇ ਸਾਡੇ ਬੱਚੇ ਨੇ ਜੌਬਸ, ਮੰਗਦੇ ਅਸੀਂ MSP ਆ, ਮੰਗਦੇ ਅਸੀਂ ਮੂੰਗੀ ਦੀ ਅਦਾਇਗੀ ਆ, ਦਿੱਤਾ ਜਾ ਰਿਹਾ ਸਾਨੂੰ ਫ੍ਰੀ ਆਟਾ। ਉਹ ਹਾਈ ਕੋਰਟ ਨੇ ਸਟੇ ਕਰਤਾ ਹੁਣ, ਬਿਕੋਜ਼ ਇਟ ਵਾਸ ਸੱਚ ਏ ਵਾਟ ਸ਼ੁਡ ਆਈ ਸੇ, ਇੱਕ ਐਡੀ ਕੋਝੀ ਚਾਲ ਸੀਗੀ ਔਰ ਕਿਸੇ ਦਿੱਲੀ ਦੇ ਬੰਦੇ ਦੀ ਸ਼ਰਾਰਤੀ ਚਾਲ ਸੀਗੀ ਕਿ 500 ਕਰੋੜ 497 500 ਕਰੋੜ ਹੋ ਗਿਆ, ਇਹਨਾਂ ਨੇ 100 ਕਰੋੜ ਰੁਪਏ ਕੁੱਟਣਾ ਉਹਦੇ ਚੋਂ। ਹੁਣ ਤੁਸੀਂ ਦੱਸੋ ਮੈਨੂੰ ਕਿ ਜਦੋਂ ਆਟਾ ਪੀਸਣਗੇ ਬਲਕ ਵਿੱਚ, ਫਿਰ ਉਹਦੀ ਪੈਕਿੰਗ ਹੋਊਗੀ, ਵਿੱਚ ਹੀ ਸੁਸਰੀ ਪੀਸ ਦੇਣੀ ਆ, ਵਿੱਚ ਹੀ ਗੰਦ ਪੀਸ ਦੇਣਾ ਵਾ ਤੇ ਘਰਾਂ ਦੇ ਵਿੱਚ ਪਹੁੰਚਾਉਣਾ ਸੀਗਾ। ਨੋ ਇਹ ਦੱਸੋ ਮੈਨੂੰ, ਅੰਗਰੇਜ਼ੀ 'ਚ ਕਹਿੰਦੇ ਨੇ ਪੈਨੀ ਵਾਈਜ਼ ਐਂਡ ਪਾਊਂਡ ਫੁਲਿਸ਼। 19 ਕਰੋੜ 53 ਲੱਖ ਰੁਪਇਆ ਬਚਾਉਣਾ ਅਕਲਮੰਦੀ ਆ ਕਿ 500 ਕਰੋੜ ਰੁਪਇਆ ਜਾਇਆ ਕਰਨਾ ਅਕਲਮੰਦੀ ਆ? ਬਸ ਇਹ ਵੀ ਦਿਖਾਇਆ, ਉਹਨਾਂ ਨੂੰ ਸਮਝਾਇਆ। ਠੀਕ ਹੈ ਜੀ, ਵਿਧਾਨ ਸਭਾ ਦੇ ਅੰਦਰ ਹੀ। ਯੈਸ, ਸਾਹਮਣੇ। ਅੱਛਾ ਖਹਿਰਾ ਸਾਹਿਬ, ਇੱਕ ਚੀਜ਼ ਹੋਰ ਦੱਸਿਓ, ਪੰਜਾਬ ਦੇ ਵਿੱਚ ਨਾ ਤੁਸੀਂ ਜਦੋਂ ਦਿੱਲੀ ਨੂੰ ਜਾਂਦੇ ਹੋ, ਕਿਉਂਕਿ ਤੁਸੀਂ ਕਾਂਗਰਸ ਪਾਰਟੀ ਦੇ ਆਲ ਇੰਡੀਆ ਵਿੰਗ ਦੇ ਪ੍ਰੈਜ਼ੀਡੈਂਟ ਹੋ, ਤਾਂ ਹਰਿਆਣੇ ਵਿੱਚ ਦੀ ਆਪਾਂ ਲੰਘੀਦਾ। ਹਰਿਆਣਾ ਖੇਡਾਂ ਦੇ ਵਿੱਚ ਬੜਾ ਵਧੀਆ, ਬੜਾ ਉੱਚਾ। ਆਪਾਂ ਹਰ ਵਾਰੀ ਕਹਿੰਦੇ ਯਾਰ ਜੇ ਹਰਿਆਣਾ ਹੋ ਸਕਦਾ ਤਾਂ ਸਾਡੇ ਕਿਹੜਾ ਗੋਡਿਆਂ ਦੀ ਗਰੀਸ ਮੁੱਕੀ ਸੀ, ਕਿਉਂ ਨਹੀਂ ਹੋ ਸਕਦੇ? ਹੁਣ ਤੁਸੀਂ ਮੀਥੇਰ ਹੋਰੀ, ਜਿਹੜੇ ਗੁਰਮੀਤ ਸਿੰਘ ਮੀਥੇਰ ਸਪੋਰਟਸ ਮਿਨਿਸਟਰ ਨੇ, ਮੈਨੂੰ ਨਹੀਂ ਪਤਾ ਕਿ ਅੰਜਾਮ ਕੀ ਹੋਊਗਾ। ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕਰ ਲਿਆ ਜੀ ਕਿ 1 ਮਹੀਨਾ ਸਾਰੇ ਪੰਜਾਬ 'ਚ ਖੇਡਾਂ ਹੋਣਗੀਆਂ, ਖਿਡਾਰੀ ਵੀ ਵਾਹਵਾ ਆ ਰਹੇ ਨੇ, ਵਜ਼ੀਫਿਆਂ ਦਾ ਵੀ ਉਹਨਾਂ ਨੇ ਐਲਾਨ ਕਰਤਾ ਕਿ 14-14 ਹਜ਼ਾਰ ਰੁਪਈਆ ਡਾਈਟ ਪਾ ਕੇ ਮਿਲੂ। ਕੀ ਇੱਦਾਂ ਦੇ ਕਦਮ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਵੀ ਉਹਨਾਂ ਦੀ ਸ਼ਲਾਘਾ ਕਰਦੇ ਹੋ ਜਾਂ? 100% ਕਰਾਂਗੇ। ਦੇਖੋ, ਪਹਿਲਾਂ ਇਹਨਾਂ ਨੇ ਸ਼ੁਰੂਆਤ 'ਚ 5-4 ਫੈਸਲੇ ਲਏ ਕਿ ਅਸੀਂ ਪੋਲੀਟੀਕਲ ਬੰਦਿਆਂ ਦੀ ਸਿਕਿਉਰਿਟੀ ਪ੍ਰੂਨ ਕਰਾਂਗੇ, ਘਟਾਈ। ਸਭ ਤੋਂ ਪਹਿਲਾਂ ਮੈਂ ਉਹਦੀ ਵਧਾਈ ਦਿੱਤੀ। ਠੀਕ ਹੈ। ਇਹਨਾਂ ਨੇ ਡਾਕਟਰ ਸਿੰਗਲੇ ਨੂੰ ਜਦੋਂ ਆਪਣੇ ਬੰਦੇ ਨੂੰ, ਮਿਨਿਸਟਰ ਨੂੰ ਅਰੈਸਟ ਕੀਤਾ, ਅਸੀਂ ਉਹਦਾ ਸਵਾਗਤ ਕੀਤਾ, ਲੇਕਿਨ ਬਾਅਦ 'ਚ ਰਿਅਲਾਈਜ਼ ਕੀਤਾ ਕਿ ਇਹ ਤਾਂ ਇੱਕ ਚਾਲ ਸੀ। ਇਹ ਵੀ ਸਿੰਗਲੇ ਦਾ ਤਾਂ ਵਿਚਾਰੇ ਦੀ ਆਡੀਓ ਨਹੀਂ ਪਤਾ ਲੱਗਣ ਦੀ ਕਿੱਥੇ ਆ। ਉਹ ਅੰਦਰ ਵੀ ਜਾਇਆ, ਅਰੈਸਟ ਵੀ ਹੋ ਗਿਆ। ਫੌਜਾ ਸਿੰਘ ਸਰਾਰੀ ਜੀ, ਜਿਹੜਾ ਇਹਨਾਂ ਦਾ ਮਿਨਿਸਟਰ ਆ, ਜਿਹਦੀ ਆਡੀਓ ਸਾਰੇ ਜੱਗ 'ਚ ਵਾਇਰਲ ਹੋ ਚੁੱਕੀ ਹੈ, ਜਿਹੜਾ ਕਹਿੰਦਾ ਆਪਣੇ ਬੰਦੇ ਨਾਲ ਸਾਜ਼ਿਸ਼ ਕਰ ਰਿਹਾ ਕਿ ਯਾਰ ਆਪਾਂ ਬੰਦੇ ਘੇਰ ਕੇ ਇਹਨਾਂ ਤੋਂ ਪੈਸੇ ਉਗਰਾਉਣੇ ਨੇ। ਦੇਖੋ, ਕਰਪਸ਼ਨ ਇੱਕ ਚੀਜ਼ ਆ, ਐਕਸਟੋਰਸ਼ਨ ਇਜ਼ ਮਚ ਮੋਰ ਡੇਂਜਰਸ। ਮੈਂ ਅੱਜ ਮੇਰੇ ਕੋਲ ਪੁਲਿਸ ਦਾ ਸਾਥ ਹੈਗਾ, ਸਰਕਾਰ ਮੇਰੇ ਨਾਲ ਆ, ਮੈਨੂੰ ਪਤਾ ਕਿ ਪਰਮਵੀਰ ਬਾਠ ਜਿਹੜਾ ਵਾ, ਇਹਨੇ ਫਲਾਣੇ ਦਿਨ ਨੂੰ ਕੈਨੇਡਾ ਜਾਣਾ ਵਾ, ਮੈਂ ਤੁਹਾਡੇ ਤੇ ਕੋਈ ਨਾ ਕੋਈ ਗਲਤ ਪਰਚਾ ਦਰਜ ਕਰਾ ਕੇ ਤੁਹਾਨੂੰ ਫਸਵਾ ਲਵਾਂ ਤੇ ਫਿਰ ਦੂਜੇ ਪਾਸੇ ਤੁਹਾਡੇ ਕੋਲ ਪੈਸੇ ਮੰਗਾ। ਦਿਸ ਇਜ਼ ਕਾਲਡ ਐਕਸਟੋਰਸ਼ਨ। ਸੋ ਜਦੋਂ ਮੈਨੂੰ ਹੁਣ ਉਹ ਵੀ ਨਜ਼ਰ ਆਉਂਦਾ ਕਿ ਅਸੀਂ ਕਰਤਾ ਦਿੱਤਾ ਸਵਾਗਤ, ਇਹ ਚੰਗੀਆਂ ਗੱਲਾਂ ਕਰਨਗੇ। ਮੈਂ ਭਗਵੰਤ ਮਾਨ ਨੂੰ ਉੱਥੇ ਵਿਧਾਨ ਸਭਾ 'ਚ ਕਿਹਾ ਜਿੰਨੇ ਚੰਗੇ ਕੰਮ ਕਰੋਗੇ ਸਵਾਗਤ ਕਰਾਂਗੇ, ਪਰ ਚੰਗਾ ਕਰਨ ਤਾਂ ਸਹੀ ਨਾ। ਇਹ ਤਾਂ ਉਲਝ ਗਏ ਨੇ ਜੀ, ਇਹ ਤਾਂ ਰਿਕਾਰਡ ਪੁਰਾਣਿਆਂ ਤੋੜੀ ਆਉਂਦੇ ਨੇ। ਬਿਲਕੁਲ ਠੀਕ ਹੈ। ਮੈਂ ਤੁਹਾਨੂੰ ਮੈਂ ਕਦੀ ਗਲਤ ਗੱਲ ਨਹੀਂ ਕੀਤੀ। ਮੈਂ ਆ ਮੂੰਗੀ ਦੀ ਦਾਲ ਸੁਣ ਲਓ, ਇਹਨਾਂ ਨੇ ਕਿਹਾ ਕਿ ਅਸੀਂ MSP ਦਿਆਂਗੇ ਜੀ, ਲੋਕਾਂ ਨੇ ਫਸਲ ਬੀਜ ਦਿੱਤੀ। ਡੂ ਯੂ ਨੋ ਹਾਊ ਮਚ 89% ਕਿਸਾਨਾਂ ਨੇ ਡਿਸਟ੍ਰੈਸ ਸੇਲ ਕੀਤੀ ਆ। 7275 ਰੁਪਏ ਕੁਇੰਟਲ ਦਾ ਸਿਰਫ 11% ਨੂੰ ਮਿਲਿਆ ਵਾ। ਹੁਣ ਦੱਸੋ ਇਹਦਾ ਸਵਾਗਤ ਨਾ ਕਰੀਏ, ਇਹਨੂੰ ਕੰਡੈਮ ਨਾ, ਜੇ ਸਵਾਗਤ ਕਰੀਏ ਕਿ ਕੰਡੈਮ ਕਰੀਏ? ਨਹੀਂ, ਉਹ ਤਾਂ ਕਹਿੰਦੇ 500 ਤੋਂ ਲੈ ਕੇ 2000 ਰੁਪਈਆ ਤੱਕ ਕੋਲੋਂ ਦੇਵਾਂਗੇ, ਜਿਨ੍ਹਾਂ ਦੇ ਘੱਟ ਰੇਟ ਤੇ ਵਿਕੀ ਹੈ। ਹਾਂਜੀ, ਉਹੀ ਮੈਂ ਕਹਿ ਰਿਹਾ ਨਾ, ਇਹ ਸਾਰਾ ਰਿਕਾਰਡ ਮੈਂ RTI 'ਚ ਹਾਸਲ ਕਰ ਲਿਆ ਵਾ। ਅੱਛਾ, ਕਰ ਲਿਆ? ਹਾਂਜੀ, ਕਰ ਲਿਆ ਸਾਰਾ। ਉਹ ਸਭ ਤੋਂ ਜ਼ਿਆਦਾ ਮੂੰਗੀ ਹੋਈ ਆ ਮਾਨਸਾ ਜ਼ਿਲ੍ਹੇ 'ਚ, ਨੈਕਸਟ ਹੋਈ ਆ ਜਗਰਾਉਂ ਮੰਡੀ ਦੇ ਵਿੱਚ। ਸਾਰੇ ਪੰਜਾਬ ਦੇ ਵਿੱਚ ਜਿੰਨੀ ਵੀ ਮੂੰਗੀ ਆਈ, ਮੈਨੂੰ ਮਾਨਸਾ ਦਾ ਟੋਟਲ ਰਿਕਾਰਡ ਚੇਤੇ ਆ, ਉਹਨਾਂ ਨੇ ਕਿਹਾ ਕਿ 1.5 ਲੱਖ ਕੁਇੰਟਲ ਮਾਨਸਾ 'ਚ, 1.5 ਲੱਖ 'ਚੋਂ ਸਿਰਫ 25,000 ਕੁਇੰਟਲ ਦੀ MSP 7275 ਰੁਪਏ ਤੇ ਅਦਾਇਗੀ ਹੋਈ ਆ। 1.25 ਲੱਖ ਆੜਤੀਆਂ ਨੇ ਪ੍ਰਾਈਵੇਟ ਖਰੀਦੀ ਆ। ਕਿਸੇ ਦੀ 3,000 ਨੂੰ ਕੁਇੰਟਲ ਗਈ ਆ, ਕਿਸੇ ਦੀ 4,000 ਨੂੰ ਗਈ, ਕਿਸੇ ਦੀ 4.5 ਨੂੰ। ਸੋ ਸਾਰੇ ਪੰਜਾਬ ਦੇ ਵਿੱਚ ਜਿਹੜਾ ਰਿਕਾਰਡ ਆਇਆ, ਉਹਦੇ ਹਿਸਾਬ ਨਾਲ 89% ਕਿਸਾਨਾਂ ਦੀ ਮੂੰਗੀ ਪ੍ਰਾਈਵੇਟ ਵਪਾਰੀਆਂ ਨੇ ਖਰੀਦ ਕੇ ਉਹਨਾਂ ਨੂੰ 2-2, 3-3 ਹਜ਼ਾਰ ਰੁਪਇਆ ਕੁਇੰਟਲ ਦਾ ਕੱਟ ਦਿੱਤਾ ਵਾ। ਇੱਕ ਕਿਸਾਨ ਨੂੰ 1 ਕਿੱਲੇ ਦਾ 15 ਤੋਂ 20 ਹਜ਼ਾਰ ਰੁਪਇਆ ਉਹਦੀ ਆਮਦਨ ਟੁੱਟੀ ਆ। ਹੁਣ ਜੇ ਅਸੀਂ ਕੰਡੈਮ ਨਹੀਂ ਕਰਾਂਗੇ ਤਾਂ ਕੀ ਕਰਾਂਗੇ? ਇਹ ਕਿਸੇ ਪੁਰਾਣੀ ਪਾਰਟੀ ਨੇ ਕਦੀ ਇੱਦਾਂ ਕਿਹਾ ਹੀ ਨਹੀਂ ਹੈ, ਕਦੀ MSP ਦਾ ਵਾਅਦਾ ਕੀਤਾ ਹੀ ਨਹੀਂ ਗਾ। ਆਪਾਂ ਵਾਅਦਾ ਕੀਤਾ ਵਾ, ਆਪਾਂ ਦੇ ਨਹੀਂ ਸਕੇ ਹੈਗੇ। ਇੱਦਾਂ ਦੇ ਕਈ ਇਹਨਾਂ ਦੇ ਇਸ਼ੂਜ਼ ਨੇ ਜਿਹੜੇ ਇਹ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਰਹੇ ਨੇ। ਦੇਖੋ, ਤੁਸੀਂ ਮੀਥੇਰ ਦੀ ਗੱਲ ਕੀਤੀ ਜੀ, ਯੰਗ ਮੁੰਡਾ ਵਾ, ਤੇ ਆ ਪਰਸੋਂ ਚੌਥ ਉਹਨਾਂ ਨੇ ਕੁੱਟੇ ਕਿੰਨੇ ਨੇ ਮੁਲਾਜ਼ਮ? ਮੈਂ ਉਧਰ ਆਉਣ ਹੀ ਲੱਗਾ ਸੀ। ਕਿੰਨੇ ਕੁੱਟੇ ਨੇ ਉਹਨੂੰ? ਇੱਕ ਹੈਂਡੀਕੈਪਡ ਮੁੰਡਾ ਵਾ, ਜੋਧਾ ਸਿੰਘ ਜੀ, PhD ਬੋਟਨੀ ਆ, ਉਹਦੀ ਇੱਕ ਲੱਤ ਪਹਿਲਾਂ ਡਿਸੇਬਲਡ ਆ, ਉਹਦੇ ਡਾਂਗਾ ਭਰਾ ਕੇ ਉਹਦੀ ਖਰੇ ਹੱਥ ਕੇ ਉਂਗਲ ਤੋੜ ਦਿੱਤੀ ਉੱਥੇ। ਉਹਦੀ ਫੋਟੋ ਸਾਰੇ ਟਵਿੱਟਰ ਤੇ ਮੈਂ ਵੀ ਸ਼ੇਅਰ ਕੀਤੀ ਆ। ਠੀਕ ਹੈ, ਤੁਹਾਡੇ ਕੋਲ ਤੁਸੀਂ ਇਹੀ ਕਹਿੰਦੇ ਸੀ ਨਾ ਕੈਪਟਨ ਜੀ, ਇਹ ਧਰਨੇ ਲੱਗਦੇ ਨੇ ਜੀ, ਸਿਰਫ ਕੁਛ ਨਹੀਂ ਹੁੰਦਾ, ਧਰਨਿਆਂ ਦਾ ਥਾਂ ਬਦਲਦਾ। ਪਹਿਲਾਂ ਬਾਦਲ ਪਿੰਡ ਵਿੱਚ ਲੱਗਦੇ ਸੀ, ਬਾਅਦ 'ਚ ਪਟਿਆਲੇ ਲੱਗਦੇ, ਤੇ ਹੁਣ ਸੰਗਰੂਰ ਲੱਗਣ ਦੇ ਨੇ। ਮੈਂ ਪੁੱਛਿਆ ਸੀ, ਮੈਂ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਉਹ ਭਰਤੀ ਜਿਸ ਧਿਰ ਦੇ ਵਿੱਚ, ਜਿਸ ਪਾਰਟੀ 'ਚ ਤੁਸੀਂ ਹੋ, ਉਸ ਸਰਕਾਰ ਦੀ ਹੋਈ ਹੋ ਸੀ, ਤੇ ਉਹ ਕਹਿੰਦੇ ਜੀ ਸ਼ੁਰੂਆਤ ਗਲਤ ਹੋਈ, ਇਸ ਕਰਕੇ ਹਾਈ ਕੋਰਟ ਨੇ ਉਹਦੇ ਤੇ ਰੋਕ ਲਾਈ ਹੈ, ਸਾਡਾ ਕਸੂਰ ਕੀ ਹੈ? ਨਹੀਂ, ਹਾਈ ਕੋਰਟ ਵਿੱਚ ਪੇਸ਼ ਹੋ ਕੇ ਕਹਿ ਦੇਣ, ਰੈਕਟੀਫਾਈ ਕਰਾ ਦੇਣ। ਗਵਰਨਮੈਂਟ ਚਾਹੁੰਦੀ ਨਾ ਜੀ, ਪਰਮਵੀਰ ਸਾਰੀਆਂ ਗੱਲਾਂ ਕਹਿਣ ਨੂੰ ਹੁੰਦੀਆਂ। ਠੀਕ ਹੈ ਜੀ। ਇਫ ਦ ਗਵਰਨਮੈਂਟ ਇਜ਼ ਇੰਟਰਸਟਿਡ, ਦੇ ਕੈਨ ਜਸਟ ਵਿਦਡਰਾ ਦੈਟ ਪਟੀਸ਼ਨ। ਇਹਨਾਂ ਨੇ ਕਿਤੇ ਚੈਲੰਜ ਕੀਤੀ ਹੋਣੀ ਕਿ ਜੀ ਭਰਤੀ ਗਲਤ ਹੋਈ ਆ, ਜਸਟ ਵਿਦਡਰਾ ਦ ਪਟੀਸ਼ਨ। ਉਹਨਾਂ ਨੂੰ ਬੁਲਾ ਲਓ ਕਿ ਤੁਹਾਡੇ ਆਹ ਬੰਦੇ ਵੀ ਇੰਨੇ ਅਸੀਂ ਰੱਖ ਸਕਦੇ ਹੀ ਨੇ। ਦੇਖੋ, ਜਿੰਨੇ ਵੀ ਆਰਗੇਨਾਈਜੇਸ਼ਨਸ ਆ, ਯੂਨੀਅਨਾਂ ਨੇ,
ਉਹ ਜਿਹੜੀ ਸਿੱਪੀ ਕੁੜੀ ਹੈਗੀ ਸੀ ਜੀ ਸਿੱਪੀ ਸ਼ਰਮਾ, ਉਹ ਸੁਹਾਣਾ ਪਿੰਡ ਮੋਹਾਲੀ ਦੇ ਟੈਂਕੀ ਤੇ ਚੜੀ ਹੋਈ ਸੀ ਇਲੈਕਸ਼ਨ ਤੋਂ ਪਹਿਲਾਂ। ਕੇਜਰੀਵਾਲ ਸਾਹਿਬ ਨੇ ਬੇਟਾ ਨੀਚੇ ਆ ਜਾਓ, ਹਮਾਰੀ ਸਰਕਾਰ ਆ ਰਹੀ ਹੈ। ਭਗਵੰਤ ਕਹਿੰਦਾ ਭੈਣ ਜੀ ਨੀਚੇ ਆ ਜਾਓ, ਸਾਡੀ ਭੈਣ ਆ ਤੂੰ। ਖਰੇ ਰੱਖੜੀ ਵੀ ਬਣਾਈ ਸੀਗੀ ਤੇ ਉਹੀ ਸਿੱਪੀ ਦੇ ਹੁਣ ਡੰਡੇ ਵੱਜ ਰਹੇ ਨੇ ਵਿਚਾਰੀ ਦੇ। ਸੋ ਆਈ ਓਨਲੀ ਵਾਂਟ ਟੂ ਸੇ, ਮੈਂ ਹਰ ਗੱਲ ਨੂੰ ਕੰਡੈਮ ਨਹੀਂ ਕਰ ਰਿਹਾ, ਕਾਰੀ ਗਲਤ ਰਹੇ ਨੇ ਸਾਰਾ। ਜਾਂ ਤਾਂ ਤੁਸੀਂ ਪਹਿਲਾਂ ਵਾਅਦੇ ਨਾ ਕਰੋ ਜੀ ਨੇ ਕਿ ਅਸੀਂ ਬਦਲਾਵ ਇਦਾਂ ਦਾ ਲਿਆ ਦਾਂਗੇ। ਲੋਕਾਂ ਨੇ ਵਿਚਾਰਿਆਂ ਨੇ ਭੋਲੇ ਭਾਲੇ ਲੋਕ ਸੀ ਪੰਜਾਬ ਦੇ, ਉਹਨਾਂ ਨੇ ਕਿਹਾ ਪਤਾ ਨਹੀਂ ਇਹ ਕਿੱਡਾ ਕੁ ਵੱਡਾ ਮਤਲਬ ਬਦਲਾਓ, ਹਨੇਰੀ ਵਾਂਗੂ ਬਦਲਾਵ ਆਵੇਗਾ। ਉਹਨਾਂ ਨੇ ਹਨੇਰੀ ਵਾਂਗੂ ਵੋਟਾਂ ਪਾਈਆਂ। ਯੂ ਟੈਲ ਮੀ ਓਨੈਸਟਲੀ what is the change? I want to ask you a counter question. Any change in the government functioning? ਇਹਨਾਂ ਦੇ ਐਮਐਲਏ ਸਾਰੇ ਕੋਈ ਤਹਿਸੀਲੇ ਵੜ ਜਾਂਦਾ। ਕੱਲ ਜਲੰਧਰ ਇੱਕ ਡੀਸੀਪੀ ਨਾਲ ਚਪੇੜੀ ਹੋ ਗਿਆ, ਉਲਟਾ ਪਰਚਾ ਪੁਲਿਸ ਵਾਲੇ ਤੇ ਹੁਣ ਕਰਾ ਦੇਣਾ ਵਾ। ਇਹਨਾਂ ਦਾ ਕੰਡਕਟ ਤਾਂ ਦੇਖੋ ਤੁਸੀਂ। ਐਮਐਲਏ, ਇਹਨਾਂ ਦੇ ਐਮਐਲਏਜ਼ ਨੂੰ ਇੰਨਾ ਹੀ ਨਹੀਂ ਪਤਾ ਕਿ ਸਾਡੇ ਅਧਿਕਾਰ ਕੀ। ਲੈਟ ਮੀ ਟੈਲ ਯੂ ਔਨ ਦ ਕੈਮਰਾ, ਐਮਐਲਏ ਦੇ ਕੋਲ ਕੋਈ ਐਗਜ਼ੈਕਟਿਵ ਪਾਵਰਸ ਨਹੀਂ ਆ। ਵੀ ਹੈਵ ਨੋ ਐਡਮਿਨਿਸਟ੍ਰੇਟਿਵ ਪਾਵਰਸ। ਅਸੀਂ ਕਿਸੇ ਥਾਣੇ ਨੂੰ, ਕਿਸੇ ਤਹਿਸੀਲ ਨੂੰ ਚੈੱਕ ਨਹੀਂ ਕਰ ਸਕਦੇ, ਵਿਜ਼ਿਟ ਕਰ ਸਕਦੇ ਹਾਂ। ਅਸੀਂ ਕਿਸੇ ਨੂੰ ਸਸਪੈਂਡ ਨਹੀਂ ਕਰ ਸਕਦੇ। ਸਾਨੂੰ ਕੋਈ ਗ੍ਰੀਵੈਂਸ ਹੈਗੀ ਆ, ਅਸੀਂ ਆਪਣੇ ਮਿਨਿਸਟਰ ਨੂੰ ਜਾਂ ਹੈਡ ਆਫ ਡਿਪਾਰਟਮੈਂਟ ਨੂੰ ਕੰਪਲੇਂਟ ਕਰ ਸਕਦੇ ਹਾਂ ਕਿ ਵੀ ਫਲਾਣੇ ਦੇ ਖਿਲਾਫ ਮੇਰੀ ਆ ਸ਼ਿਕਾਇਤ ਹੈ, ਐਕਸ਼ਨ ਉਸਨੇ ਲੈਣਾ ਵਾ ਜੀ। ਇਹ ਤਾਂ ਸਿੱਧੇ ਹੀ ਪੈ ਗਏ ਨੇ ਬਿਲਕੁਲ ਹੀ। ਪਠਾਨ ਮਾਜਰਾ ਐਮਐਲਏ ਇਹਨਾਂ ਦਾ, ਇਹ ਕਿੱਡਾ ਕੁ ਵੱਡਾ ਬਦਲਾਅ ਵਾਲਾ ਦੱਸਿਓ ਜੀ। ਔਰਤਾਂ ਸ਼ਰੇਆਮ ਬਾਹਰ ਆਣ ਕੇ ਬੋਲਦੇ ਨੇ, ਫਿਰ ਬੜੇ ਮਹਿਸੂਸ ਵੀ ਨਹੀਂ ਕਰਦੇ, ਸ਼ਰਮ ਵੀ ਮਹਿਸੂਸ ਨਹੀਂ ਕਰਦੇ। ਐਡੇ ਵੱਡੇ ਮਤਲਬ ਬਦਅਖਲਾਕੀ ਕਰਕੇ ਫਿਰ ਕੈਮਰੇ ਦੇ ਆਣ ਕੇ ਆਪਣੀ ਗੱਲ ਨੂੰ ਡਿਫੈਂਡ ਕਰਨਾ। ਸੋ ਆਈ ਓਨਲੀ ਵਾਂਟ ਟੂ ਟੈਲ ਯੂ ਕਿ ਕੁਛ ਖਾਸ ਚੇਂਜ ਨਹੀਂ ਹੋਇਆ। ਹਾਂ, ਇਹਨਾਂ ਨੂੰ ਪਤਾ ਕਿ ਸਾਡੇ ਕੋਲ ਪੈਸੇ ਹੈ ਨਹੀਂ, ਸਰਕਾਰ ਨਹੀਂ ਚੱਲ ਰਹੀ। 1200 ਕਰੋੜ ਰੁਪਏ ਕੱਲ ਪਰਸੋਂ ਚੱਕਿਆ ਵਰਲਡ ਬੈਂਕ ਤੋਂ, ਠੀਕ ਹੈ। ਚੀਮਾ ਸਾਹਿਬ ਕਹਿੰਦੇ ਸੀ ਅਸੀਂ ਤਾਂ ਕਰਜ਼ਾ ਲਾਵਾਂਗੇ। ਪਿਛਲੇ 6 ਮਹੀਨਿਆਂ 'ਚ 12000 ਕਰੋੜ ਰੁਪਏ ਕਰਜ਼ਾ ਐਡ ਕੀਤਾ ਇਹਨਾਂ ਨੇ। ਉਹ ਕਹਿੰਦੇ ਸੀ ਅਸੀਂ ਵੱਧ ਲਾਇਆ, ਨਹੀਂ ਲਾਇਆ। ਇਹ ਸਾਰੀ ਗੱਲਾਂ ਫਿਰ ਦੁਬਾਰਾ ਦਿਸ ਇਜ਼ ਕਾਲਡ ਫਜਿੰਗ ਆਫ ਫਿਗਰਸ। ਸਿਰਫ ਅੰਕੜਿਆਂ ਦਾ ਹੇਰ ਫੇਰ ਕਰਕੇ ਲੋਕਾਂ ਨੂੰ ਦੱਸਣਾ। ਤੁਸੀਂ ਮਾਈਨਿਊਟਲੀ ਦੇਖੋਗੇ ਜੀ, ਥੋੜਾ ਬਹੁਤਾ ਕਰਜ਼ਾ ਵਾਪਸ ਕੀਤਾ ਹੋਣਾ, ਉਹ ਕਰਨਾ ਹੀ ਪੈਣਾ ਵਾ। ਜਿਹੜਾ ਸਾਨੂੰ ਇੰਟਰਸਟ ਚੜ ਰਿਹਾ 3 ਲੱਖ ਕਰੋੜ ਰੁਪਇਆ ਕਰਜ਼ਾ ਹੋ ਗਿਆ, ਅਸੀਂ 25000 ਰੁਪਇਆ ਵਿਆਜ ਤਾਂ ਦੇਣਾ ਹੀ ਦੇਣਾ ਵਾ। ਔਰ ਜਿਹੜੀਆਂ ਸਕੀਮਸ ਅਸੀਂ ਜਿੱਦਾਂ ਹੁਣ ਇਹਨਾਂ ਨੇ ਕਾਰਪੋਰੇਸ਼ਨਾਂ ਬੋਰਡਾਂ ਦੇ ਚੇਅਰਮੈਨ ਲਾਏ ਆ ਜੀ, ਜੇ ਬਦਲਾਵ ਕਰਨਾ ਸੀ ਨਾ, ਇਹ ਸਾਰੀਆਂ ਕਾਰਪੋਰੇਸ਼ਨਾਂ ਬੋਰਡਾਂ ਇਹ ਸਾਰੀਆਂ ਘਾਟੇ 'ਚ ਨੇ। ਇਹ ਘੱਟੋ ਘੱਟ 50000 ਕਰੋੜ ਰੁਪਈਆ ਇਹਨਾਂ ਕਾਰਪੋਰੇਸ਼ਨਾਂ ਬੋਰਡਾਂ ਦੇ, ਜਿਨ੍ਹਾਂ ਦੇ ਚੇਅਰਮੈਨ ਤੇ ਗੱਡੀਆਂ ਮੋਟਰਾਂ ਤੇ ਸਟਾਫ ਇਹਨਾਂ ਨੂੰ ਦਿੱਤਾ ਹੁਣੇ ਆਪਣੇ ਬੰਦਿਆਂ ਨੂੰ, ਇਹ ਸਾਰੀਆਂ ਕਰਦੇ ਬੰਦ। ਇਹਨਾਂ ਦੇ ਸਾਰੇ EMPLOYEES ਨੂੰ ਮਰਜ ਕਰ ਦਿੰਦੇ। ਪੇਰੈਂਟ ਡਿਪਾਰਟਮੈਂਟ ਜਿੱਦਾਂ ਮਾਰਕਫੈਡ ਹੈ ਉਹਨੂੰ ਐਗਰੀਕਲਚਰ 'ਚ ਕਰ ਦਿੰਦੇ, ਪਨਸਪ ਹੈ ਉਹਨੂੰ ਐਗਰੀਕਲਚਰ 'ਚ ਕਰ ਦਿੰਦੇ। ਜਿਹੜੀਆਂ ਕਾਰਪੋਰੇਸ਼ਨਾਂ ਤੇ ਬੋਰਡ ਘਾਟੇ 'ਚ ਨੇ, ਤੁਸੀਂ ਉਹਨਾਂ ਤੇ ਹੋਰ ਬੋਝ ਪਾਉਣ ਵਾਸਤੇ, ਫਿਰ ਇਹਦਾ ਮਤਲਬ ਤੁਹਾਡੀ ਸਿੰਗਲ ਪੈਨਸ਼ਨ ਵਾਲਾ ਕੰਮ ਗਲਤ ਸੀ ਨਾ, ਉਹ ਸਿਰਫ ਦਿਖਾਵਾ ਸੀਗਾ। ਇੱਧਰਲੇ ਹੱਥ ਦਿਖਾਤਾ ਕਿ ਸਿੰਗਲ ਪੈਨਸ਼ਨ ਹੈ, ਇੱਧਰਲੇ ਪਾਸੇ ਕਹਿੰਦੇ ਦੱਬੀ ਚਲੋ, ਗੱਡੀਆਂ ਵੀ ਲੈ ਲਓ, ਸਭ ਕੁਝ ਕਰ ਲਓ। ਖੈਰ ਸਾਹਿਬ, ਮੈਂ ਇੱਕ ਚੀਜ਼, ਕਿਉਂਕਿ ਸਮਾਂ ਆਪਣਾ ਘਟਦਾ ਜਾਂਦਾ, ਜਿੰਨਾ ਕੁ ਸਮਾਂ ਤੁਸੀਂ ਦਿੱਤਾ ਸੀ ਉਹਦੇ ਵਿੱਚ 2 ਸਵਾਲ ਜਿਹੜੇ ਆ ਉਹ ਜ਼ਰੂਰ ਹੋਰ ਪੁੱਛਣੇ ਆ। ਬਾਰ-ਬਾਰ ਜ਼ਿਕਰ ਆਇਆ। ਮੈਂ ਉਹ ਰਾਜ ਸਭਾ ਵਾਲੀ, ਮੈਂ ਉੱਧਰ ਉਲਝਣ ਨਹੀਂ ਸੀ ਚਾਹੁੰਦਾ ਕਿ ਪਹਿਲਾਂ ਮੇਨ ਜਿਹੜੇ ਮੁੱਦੇ ਹੋ ਜਾਣ। ਤੁਸੀਂ ਕਿਹਾ ਜੀ ਬੰਦੇ ਉਹ ਹੋਰ ਪਾਸਿਓਂ ਲਾਤੇ। ਭਗਵੰਤ ਮਾਨ ਸਾਹਿਬ ਦੇ 2 ਨੇ। ਫਿਰ ਇਹ ਜੀ ਦਿੱਲੀ ਦਾ ਹੀ ਪ੍ਰਭਾਵ ਪਈ ਜਾ ਰਿਹਾ, ਦਿੱਲੀ ਵਾਲੇ ਹੀ ਕਰੀ ਜਾ ਰਿਹਾ ਤੇ ਭਗਵੰਤ ਮਾਨ ਸਾਹਿਬ ਲਿਖੀ ਜਾ ਰਿਹਾ। ਮੈਂ ਤੁਹਾਡੇ ਵਾਲੇ ਸ਼ਬਦ ਵਰਤ ਰਿਹਾ। ਮੈਂ ਸਿਰਫ ਇਹ ਪੁੱਛਣਾ ਚਾਹੁੰਦਾ, ਹੈ ਸਾਡੇ ਲਈ ਮਾੜਾ ਜੇ ਇਦਾਂ ਹੋ ਰਿਹਾ? ਜਿਸ ਦਿਨ ਤੁਹਾਡੀ ਪਾਰਟੀ ਦੇ ਵਿੱਚ ਤੁਹਾਡੇ ਨਾਲ ਹੀ ਬੰਦੇ ਹੁੰਦੇ ਸੀ, ਜਾਖੜ ਸਾਹਿਬ, ਉਹਨਾਂ ਨੇ ਬਾਰ-ਬਾਰ ਇਹ ਮੁੱਦਾ ਚੁੱਕਿਆ ਕਿ ਭਾਈ ਚੰਨੀ ਸਾਹਿਬ ਨੂੰ ਵੋਟਾਂ 2 ਹੀ ਪਈਆਂ, ਉਹਨਾਂ ਨੂੰ ਚੀਫ ਮਿਨਿਸਟਰ ਦਿੱਲੀ ਵਾਲਿਆਂ ਨੇ ਬਣਾਇਆ ਹੋਣਾ। ਉਦੋਂ ਜਾਣੀ ਉਦੋਂ ਸੀ ਤੁਸੀਂ ਜਾਂ ਪਾਰਟੀ 'ਚ ਨਹੀਂ ਸੀ, ਉਹ ਇੱਕ ਵੱਖਰੀ ਗੱਲ ਹੈ। ਕਹਿਣ ਦਾ ਭਾਵ ਹੈ ਕਿ ਇਹਦਾ ਮਤਲਬ ਹੈ ਕਿ ਸਾਰੇ ਇੱਕੋ ਰਸੇ ਬੰਦ ਹੀ ਅਸੀਂ। ਨਹੀਂ, ਦੇयर इज अ लॉट ऑफ डिफरेंस। ਲੈਟ ਮੀ ਟੈਲ ਯੂ ਵਨ ਥਿੰਗ, ਸਾਡੀ ਪਾਰਟੀ ਦੀ ਹਾਈ ਕਮਾਂਡ ਹੈਗੀ ਆ, ਕੋਈ ਡਿਨਾਈਲ ਨਹੀਂਗਾ। ਉਹ ਚੀਫ ਮਿਨਿਸਟਰ ਜਦੋਂ MLAs ਦਾ ਵਿਊਜ਼ ਲੈ ਕੇ ਜਾਂਦੇ ਨੇ, ਚਲੋ ਹੁਣ ਜਾਖੜ ਸਾਹਿਬ ਨੇ ਕਹਿ ਦਿੱਤਾ ਕਿ 2 ਆ, ਉਹ ਤਾਂ ਸਾਡੀ ਅੰਦਰਲੀ ਵਿਊ ਸੀਗੀ ਨਾ। ਹਰ MLA ਨੂੰ ਕਾਲ ਆ ਕੇ ਹਰ ਚੰਡੀਗੜ੍ਹ ਮੀਟਿੰਗ ਹੋਈ ਆ, ਫਿਰ ਉਹ ਇੱਕ ਪ੍ਰਕਿਰਿਆ ਅਡਾਪਟ ਕੀਤੀ ਗਈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕਦੀ ਸੋਨੀਆ ਗਾਂਧੀ ਨੇ ਸਾਡੇ ਚੀਫ ਸੈਕਟਰੀ ਨੂੰ ਸਿੱਧਾ ਸੱਦਿਆ, ਪੰਜਾਬ ਵਾਲੇ ਨੂੰ, ਕਿਸੇ ਅਫਸਰ ਨੂੰ ਸੱਦਿਆ, ਕਿਸੇ ਪਾਵਰ ਸੈਕਟਰੀ ਨੂੰ ਸੱਦਿਆ? ਕੇਜਰੀਵਾਲ ਸਾਹਿਬ ਨੇ ਸਾਰੇ ਅਫਸਰ, ਚੀਫ ਮਿਨਿਸਟਰ ਹੈ ਨਹੀਂਗਾ, ਪਾਵਰ ਮਿਨਿਸਟਰ ਹੈ ਨਹੀਂਗਾ, ਸਾਰੇ ਅਫਸਰ ਦਿੱਲੀ ਸੱਦੇ। ਜਦੋਂ ਸ਼ੋਰ ਮਚਿਆ, ਫਿਰ ਕਹਿੰਦੇ ਜੀ ਅਸੀਂ ਇੱਕ ਨਾ ਬਣਾਉਣਾ ਵਾ, ਇੱਕ ਐਗਰੀਮੈਂਟ ਕਰ ਲਿਆ, ਨੌਲੇਜ ਸ਼ੇਅਰਿੰਗ ਐਗਰੀਮੈਂਟ। ਉਹ ਕਿੱਥੇ ਆ WhatsApp ਨੌਲੇਜ ਸ਼ੇਅਰਿੰਗ ਐਗਰੀਮੈਂਟ? ਪਿਛਲੇ 6 ਮਹੀਨੇ ਕਦੀ ਸੁਣਿਆ ਐਨੀ ਮੀਟਿੰਗ ਕੋਈ ਨੌਲੇਜ ਟ੍ਰਾਂਸਫਰ ਹੋਈ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ? ਨੈਵਰ। ਉਹ ਸਿਰਫ ਇੱਕ ਕਵਰ ਅਪ ਸੀਗਾ। ਸੋ ਇਹਨਾਂ ਦੀ ਮੁਦਾਖਲਤ ਅਸੀਂ ਇਹ ਕਹਿ ਰਹੇ ਕਿ ਡੇ ਟੂ ਡੇ ਫੰਕਸ਼ਨਿੰਗ 'ਚ ਆ। ਦੇਖੋ ਜੀ, ਕਿਸੇ ਨੂੰ ਲੀਡਰ ਅਪਾਇੰਟ ਕਰਨਾ, ਕਿਸੇ ਨੂੰ ਪ੍ਰਧਾਨ ਬਣਾਉਣਾ, ਇਹ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ। ਲੇਕਿਨ ਕਦੀ ਕਿਸੇ ਦੂਜੀ ਪਾਰਟੀ ਨੇ ਆਣ ਕੇ ਅਫਸਰਾਂ ਨੂੰ ਸੱਦ ਕੇ, ਜਾਂ ਇੱਕ ਸਾਡੇ ਉੱਤੇ ਚੀਫ ਮਿਨਿਸਟਰ ਦੇ ਸੁਪਰ ਚੀਫ ਮਿਨਿਸਟਰ ਇੱਕ ਐਡਵਾਈਜ਼ਰੀ ਕਮੇਟੀ ਬਣਾ ਕੇ ਉਹਦਾ ਚੇਅਰਮੈਨ ਬਣਾ ਦਿੱਤਾ, ਇਹ ਤਾਂ ਨਹੀਂ ਕਦੀ ਬਣਾਇਆ ਸੀਗਾ। ਦੱਸ ਦਿਓ ਜੇ ਬਣਾਇਆ ਤਾਂ। ਖਹਿਰਾ ਸਾਹਿਬ, ਇੱਕ ਚੀਜ਼ ਹੋਰ ਥੋੜ੍ਹੀ ਜਿਹੀ ਦੱਸਿਓ ਕਿ ਲੋਕਤੰਤਰ ਵਿਰੋਧੀ ਪਾਰਟੀ ਦੇ ਸਿਰ ਤੇ ਜਿਉਂਦਾ ਰਹਿੰਦਾ, ਕਿ ਵਿਰੋਧੀ ਪਾਰਟੀ ਜੇ ਆਪਣੀ ਭੂਮਿਕਾ ਚੰਗੇ ਤਰੀਕੇ ਨਿਭਾਉਂਦੀ ਆ ਤਾਂ ਲੋਕਤੰਤਰ ਜਿਉਂਦਾ, ਮਜ਼ਬੂਤ ਹੁੰਦਾ, ਸਰਕਾਰ ਦੇ ਉੱਤੇ ਨਜ਼ਰ ਹੁੰਦੀ ਹੈ।
ਪਰ ਜਿਹੜੀ ਵਿਰੋਧੀ ਪਾਰਟੀ ਸੀ 17-18 ਸੀਟਾਂ ਤੁਹਾਡੀ ਪਾਰਟੀ ਨੂੰ ਮਿਲੀਆਂ, ਅਕਾਲੀ ਦਲ ਨੂੰ 3 ਹੀ ਮਿਲੀਆਂ, ਉਧਰਲੇ ਪਾਸੇ ਇੱਕ ਨੂੰ 2 ਮਿਲੀਆਂ, ਇੱਕ ਨੂੰ 1 ਮਿਲੀਆਂ, ਤੁਹਾਡੇ ਕੋਲ 18 ਬਥੇਰੀਆਂ ਨੇ। ਹਾਂਜੀ, ਇਹਦੇ ਬਾਵਜੂਦ ਵੀ ਮੈਨੂੰ ਇਹ ਲੱਗਦਾ ਕਿ ਪਹਿਲਾ ਸੰਘਰਸ਼ ਲੁਧਿਆਣੇ ਦੇ ਵਿੱਚ ਇੱਕ ਸਰਕਾਰੀ ਦਫ਼ਤਰ ਦੇ ਮੂਹਰੇ ਬਹਿ ਕੇ ਲੜਿਆ ਤੁਸੀਂ, ਹਾਲਾਂਕਿ ਚਲੋ ਟਵੀਟ ਵੀ ਕੀਤਾ ਤੁਸੀਂ, ਵਿਰੋਧ ਵੀ ਕੀਤਾ, ਪਰ ਪਾਰਟੀ ਦੇ ਤਾਂ ਤੁਸੀਂ ਨੁਮਾਇੰਦੇ ਹੋ। ਉਦੋਂ ਐਂ ਮਹਿਸੂਸ ਹੋਣ ਲੱਗ ਪਿਆ ਸੀ ਯਾਰ ਪੰਜਾਬ ਦੇ ਲੋਕਾਂ ਦੇ ਮੁੱਦੇ ਹੀ ਮੁੱਕ ਗਏ, ਕਿਸੇ ਮੁੱਦੇ ਦੇ ਉੱਤੇ ਸੰਘਰਸ਼ ਕਰਨਾ। ਉਹਦੇ ਤੋਂ ਬਾਅਦ ਨੋਟਸੀ ਦਾ ਰੌਲਾ ਰੱਪਾ ਪੈ ਗਿਆ ਸੀ। ਹਾਂਜੀ, ਉਹ ਹੁਣ ਸਮਝਾਇਓ ਥੋੜਾ ਜਿਹਾ। ਨਹੀਂ ਕੁਛ ਨਹੀਂ, ਮੈਂ ਸਮਝਾਉਣਾ। ਉਹਦੇ 'ਚ ਮੈਂ ਜਿਹੜਾ ਟਵੀਟ ਕੀਤਾ ਸੀਗਾ ਉਸ ਟਵੀਟ ਤੇ ਮੈਂ ਅੱਜ ਵੀ ਖੜਾ ਹਾਂ। ਮੇਰਾ ਇੱਕ ਪਾਰਟੀ ਦੇ ਕਹਿਣਾ ਸੀਗਾ, ਮੇਰਾ ਪਾਰਟੀ ਨੂੰ, ਕਿ ਆਪਾਂ ਬਜਾਏ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਪਿੱਛੇ ਸ਼ਕਤੀ ਝੋਕਣ ਦੇ ਆਪਾਂ ਲੋਕਾਂ ਦੇ ਮੁੱਦੇ ਲੜੀਏ। ਔਰ ਇਹ ਗੱਲ ਆਵਾਜ਼ ਮੈਨੂੰ ਥੱਲਿਓਂ ਆ ਰਹੀ ਸੀ ਜੀ, ਔਰ ਮੈਂ ਉਸ ਟਵੀਟ ਦੇ ਉੱਤੇ ਪਿੱਛੇ ਨਹੀਂ ਹਟਿਆ, ਮੈਂ ਉਸ ਟਵੀਟ ਦੇ ਉੱਤੇ ਅੱਜ ਵੀ ਖੜਾ ਵਾਂ। ਔਰ ਜਿਹੜਾ ਪਾਰਟੀ ਦਾ ਇਤਰਾਜ਼ ਇਹ ਹੁੰਦਾ ਜੀ ਕਿ ਤੁਸੀਂ ਸਾਨੂੰ ਇਹ ਗੱਲ ਅੰਦਰ ਰੱਖਣੀ ਸੀਗੀ, ਤੁਸੀਂ ਪਾਰਟੀ ਦੇ ਦਾਇਰੇ ਦੇ ਬਾਹਰ ਰੱਖੀ ਆ। ਠੀਕ ਹੈ, ਨੋਟਿਸ ਵਗੈਰਾ ਤੁਸੀਂ ਸਾਰਾ ਕੁਝ ਸੁਣ ਲਿਆ, ਹਰੀਸ਼ ਚੌਧਰੀ ਨੇ ਕਹਿਤਾ ਕਿ ਕੋਈ ਨੋਟਿਸ ਨਹੀਂ ਦਿੱਤਾ। ਸੋ ਆਈ ਸਟੈਂਡ ਵੇਅਰ ਆਈ ਐਮ ਸਟੈਂਡਿੰਗ। ਔਰ ਮੈਂ ਹੁਣ ਵੀ ਹਮੇਸ਼ਾ ਪਾਰਟੀ 'ਚ ਕਹਿੰਦਾ ਵਾਂ ਕਿ ਠੀਕ ਹੈ, ਸਾਨੂੰ ਨਾ ਇੱਕ ਲਕੀਰ ਥੋੜੀ ਜਿਹੀ ਖਿੱਚਣੀ ਪੈਣੀ ਹੈ ਬਿਟਵੀਨ ਬਦਲਾਖੋਰੀ ਹੋ ਰਹੀ ਹੈ ਇੱਥੇ ਤੇ ਕਰਪਸ਼ਨ। ਹੁਣ ਪਾਰਟੀ 'ਚ ਇਹ ਰੱਖਿਆ ਗਿਆ ਸੀ ਮਤਾ ਕਿ ਜਿਹੜੇ ਬੰਦੇ ਤੇ ਇਲਜ਼ਾਮ ਲੱਗ ਰਿਹਾ, ਪਹਿਲਾਂ ਤੁਸੀਂ ਆਪ ਆਪਣੀ ਸਫਾਈ ਦਿਓ ਕਿ ਆਹ ਮੇਰੇ ਤੇ 10 ਇਲਜ਼ਾਮ ਨੇ, ਆਹ ਇਲਜ਼ਾਮ ਇੱਦਾਂ ਗਲਤ ਹੈ, ਇਹ ਇੱਦਾਂ ਗਲਤ ਹੈ। ਜਿਹੜਾ ਬੰਦਾ ਆਪ ਨਹੀਂ ਬੋਲਦਾ ਉਹਨੂੰ ਅਸੀਂ ਕਿੱਦਾਂ ਡਿਫੈਂਡ ਕਰ ਸਕਦੇ ਜੀ? ਮੇਰੇ ਤੇ ਈਡੀ ਨੇ ਰੇਡ ਕੀਤਾ, ਮੈਂ ਇਕੱਲੇ ਇਲਜ਼ਾਮ ਨੂੰ ਨਕਾਰਿਆ, ਇੱਕ ਇਲਜ਼ਾਮ ਨੂੰ ਖੜ ਕੇ ਨਕਾਰਿਆ ਮੀਡੀਆ ਦੇ ਸਾਹਮਣੇ ਜਾ ਕੇ। ਠੀਕ ਹੈ, ਹਾਲਾਂਕਿ ਮੇਰੇ ਪਿੱਛੇ ਉਸ ਵੇਲੇ ਪਾਰਟੀ ਨਹੀਂ ਆਈ ਸੀ, ਮੈਨੂੰ ਕੋਈ ਇਤਰਾਜ਼ ਵੀ ਨਹੀਂ ਹੋਇਆ ਕਿਉਂਕਿ ਮੈਨੂੰ ਪਾਰਟੀ ਨੇ ਜੇਲ੍ਹ 'ਚ ਬੈਠਿਆ ਟਿਕਟ ਦਿੱਤੀ। ਔਰ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੈਨੂੰ ਭੁਲੱਥ ਦੇ ਲੋਕਾਂ ਨੇ ਵੋਟਾਂ ਪਾ ਕੇ ਕਾਮਯਾਬ ਕੀਤਾ। ਮੈਂ ਆਪਣੀ ਪਾਰਟੀ 'ਚ ਹਮੇਸ਼ਾ ਰੱਖਦਾ ਤੇ ਅੱਜ ਵੀ ਮੈਂ ਤੁਹਾਡੇ ਕੈਮਰੇ ਤੇ ਕਹਿੰਦਾ, ਮੈਂ ਮੁੱਦਈ ਇਸ ਗੱਲ ਦਾ ਵਾਂ ਕਿ ਦੇयर ਹੈਜ਼ ਟੂ ਬੀ ਲਾਈਨ ਡਰਾਨ ਬਿਟਵੀਨ ਪੋਲੀਟੀਕਲ ਵੈਂਡੇਟਾ ਐਂਡ ਕਰਪਟ ਲੀਡਰਸ਼ਿਪ। ਜੀ, ਪੋਲੀਟੀਕਲ ਵੈਂਡੇਟਾ ਦੇ ਹੱਕ 'ਚ ਖੜੇ ਅਸੀਂ। ਹੁਣ ਜਿੱਦਾਂ ਇੱਕ ਮਿੰਟ ਲਈ ਕੱਲ ਰਾਣੇ ਕੇਪੀ ਨੇ ਕਿਹਾ, ਉੱਤੇ ਇਲਜ਼ਾਮ ਲਾਇਆ ਜੀ ਹਰਜੋਤ ਬੈਂਸ ਨੇ, ਕਿਉਂਕਿ ਉਹਦਾ ਇਮੀਡੀਏਟ ਰਾਈਵਲ ਆ ਜੀ, ਆਖੇ ਜੀ ਇਹਦੇ ਤੇ CBI ਇਨਕੁਆਇਰੀ ਦੇ ਹੁਕਮ ਆਏ ਸੀ ਕੈਪਟਨ ਵੇਲੇ, ਉਹ ਇੱਕ ਅਨੋਨਿਮਸ ਕੰਪਲੇਂਟ ਸੀ, ਗਲਤ ਗੱਲ ਹੈ, ਉਹਦੀ ਕਿਸੇ ਦੇ ਸਾਈਨ ਹੀ ਹੈ ਨਹੀਂ ਉਸ ਕੰਪਲੇਂਟ ਦੇ ਉੱਤੇ, ਉਹਦੇ ਕੋਲ ਹੈ ਰਾਣੇ ਦੇ ਉਹ ਕੰਪਲੇਂਟ ਦੀ ਕਾਪੀ। ਫਿਰ ਕਹਿੰਦੇ ਜੀ ਇਹਨੇ ਮਾਈਨਿੰਗ ਕੀਤੀ ਗੈਰ ਕਾਨੂੰਨੀ। ਅਸੀਂ ਕਿਹਾ ਕਰਾਓ ਜਾਂਚ, ਅਸੀਂ ਆਪ ਖੁੱਲ੍ਹਾ ਗੱਲ ਦੇ ਕੇ ਆਏ ਚੈਲੰਜ, ਔਰ ਤੁਹਾਡੇ ਕੈਮਰੇ ਤੇ ਕਹਿਣਾ ਕਿ ਵਿਜੀਲੈਂਸ ਬਿਊਰੋ ਦੀ ਬਜਾਏ CBI ਦੀ ਜਾਂਚ ਕਰਾਓ, 50 ਸਾਲਾਂ ਦੀ ਕਰਾਓ ਮਗਰਲਿਆਂ ਦੀ, ਤੇ 6 ਮਹੀਨੇ ਹੁਣ ਵੀ ਕਰਾਓ, ਕਿਉਂਕਿ 6 ਮਹੀਨਿਆਂ 'ਚ ਵੀ ਮਾਈਨਿੰਗ ਚੱਲ ਰਹੀ ਹੈ ਜੀ। ਮੈਂ ਨਹੀਂ ਕਹਿ ਰਿਹਾ, ਆਰਮੀ ਦੇ ਐਫੀਡੇਵਿਟ ਆ, BSF ਦਾ ਐਫੀਡੇਵਿਟ ਆ ਕਿ ਬਾਰਡਰ ਏਰੀਆਜ਼ ਦੇ ਉੱਤੇ 24 ਘੰਟੇ, ਔਰ ਬਰਸਾਤ ਦਾ ਮੌਸਮ ਹੁੰਦਾ ਨਾ ਜਦੋਂ ਮੌਨਸੂਨ ਸ਼ੁਰੂ ਹੋ ਜਾਂਦੀ, ਪ੍ਰੋਬੇਬਲੀ ਆਈ ਥਿੰਕ 1 ਜੁਲਾਈ ਤੋਂ ਲੈ ਕੇ ਸ਼ਾਇਦ 31 ਸਪਟੈਂਬਰ ਤਾਈਂ ਕੋਈ ਬੰਦਾ ਜਾਇਜ਼ ਮਾਈਨਿੰਗ ਵੀ ਨਹੀਂ ਕਰ ਸਕਦਾ। ਜਿਹੜੇ ਟੈਂਡਰ ਹੋਏ ਨਾ, ਮਾਈਨਿੰਗ ਅਲਾਟ ਹੋਈ, ਉਹ ਵੀ ਨਹੀਂ ਕਰ ਸਕਦਾ। ਤੇ ਇਹਨਾਂ ਦਿਨਾਂ ਵਿੱਚ ਹੀ ਹਾਈ ਕੋਰਟ 'ਚ BSF ਤੇ ਆਰਮੀ ਕਹਿ ਰਹੀ ਕਿ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਅਸੀਂ ਕਿ ਕਰਾਓ ਜਾਂਚ ਤੇ ਆਪਣੇ 6 ਮਹੀਨੇ ਵੀ ਪਾ ਲਓ, ਤੁਹਾਨੂੰ ਪਤਾ ਲੱਗ ਜਾਊਗਾ। ਸੋ ਅਸੀਂ ਕਿਸੇ ਗੱਲ ਤੋਂ ਭੱਜਦੇ ਨਹੀਂ। ਹਾਂ, ਜੇ ਆਦਮੀ ਆਪਣੇ ਆਪ ਨੂੰ, ਜਿੱਦਾਂ ਕੱਲ ਰਾਣਾ ਕੇਪੀ ਆਇਆ ਮੋਰੇ ਨੇ ਆਪਣੀ ਗੱਲ ਕਹੀ ਆ ਜੀ, ਅਸੀਂ ਉਹਦੇ ਨਾਲ ਖੜੇ ਹਾਂ, ਫਿਰ ਜਾਂਚ ਹੋ ਲੈਣ ਦਿਓ, ਅਗਰ ਝੂਠਾ ਪਾਇਆ ਜਾਊਗਾ ਤਾਂ ਭੁਗਤੂਗਾ ਆਪੇ ਉਸ ਗੱਲ ਦੇ ਉੱਤੇ। ਲੇਕਿਨ ਕਾਫੀ ਹੱਦ ਤੱਕ ਮੇਰੇ ਤੇ ਹੁਣ ਇਹਨਾਂ ਨੇ ਉਹ FIR ਦਰਜ ਕੀਤੀ, ਰਾਜੇ ਵੜਿੰਗ ਤੇ ਵੀ ਕੀਤੀ। ਵਾਟ ਫॉर? ਇੱਕ ਟਵੀਟ ਕੀਤਾ ਪਰਮਵੀਰ, ਔਰ ਟਵੀਟ ਜਿੱਥੋਂ ਚੱਕਿਆ ਕੋਈ ਇਹਨਾਂ ਦਾ ਸੋਸ਼ਲ ਮੀਡੀਆ ਦਾ, ਉਹਦੇ ਪੇਜ ਤੇ ਅੱਜ ਵੀ ਪਈ ਹੋਈ ਉਹ ਲਿਸਟ, ਮੈਂ ਉਹਦਾ ਨਾਮ ਭੁੱਲ ਗਿਆ, ਅੰਕਿਤ ਸਕਸੇਨਾ, ਅੰਕਿਤ ਕੇ ਕੁਛ ਦਾ ਨਾਂ, ਠੀਕ ਹੈ, ਉਹਨੇ ਸ਼ੇਅਰ ਕੀਤਾ ਆਪਣੇ ਫੇਸਬੁੱਕ ਦੇ ਉੱਤੇ ਉਹ ਲਿਸਟ, ਕੇਜਰੀਵਾਲ ਦੇ ਸਾਈਨ, ਸਾਰਾ ਕੁਝ ਉਹਦੇ ਕੋਲ ਅੱਜ ਵੀ ਪਈ, ਤੁਸੀਂ ਹੁਣ ਵੀ ਸਰਚ ਕਰ ਲਓ ਅੱਜ ਵੀ। ਤੇ ਸਾਡੇ ਤੇ ਇਲਜ਼ਾਮ ਲਾਤਾ ਜੀ ਕਿ ਇਹਨਾਂ ਨੇ ਜੀ ਕੇਜਰੀਵਾਲ ਦੇ ਸਾਈਨ ਫੱਜ ਕੀਤੇ, ਇਹਨਾਂ ਨੇ ID ਝੂਠੀ ਬਣਾਈ। ਬਿਲਕੁਲ ਨਹੀਂ ਬਣਾਈ, ਔਰ ਸਾਰਾ ਕੁਝ ਮੈਂ ਮੀਡੀਆ ਦੇ ਸਾਹਮਣੇ ਆਣ ਕੇ ਖੁਲਾਸਾ ਕਰ ਦਿੱਤਾ, ਪਰ ਪਰਚਾ ਤਾਂ ਦਰਜ ਕਰ ਦਿੱਤਾ ਨਾ, ਸਿਰਫ ਦੈਟ ਇਜ਼ ਕਾਲਡ ਪੋਲੀਟੀਕਲ ਵੈਂਡੇਟਾ। ਖਹਿਰਾ ਸਾਹਿਬ, ਇੱਕ ਚੀਜ਼ ਹੋਰ ਜ਼ਰੂਰ ਥੋੜੀ ਦੱਸਣ ਦੀ ਖੇਚਲ ਕਰਿਓ। ਪੰਜਾਬ ਦੇ ਵਿੱਚ ਮੈਨੂੰ ਉਹ ਦਿਨ ਚੇਤੇ ਆਉਂਦਾ, ਇੱਕੋ ਦਿਨ 3 ਮਾਰਚ ਸੀ, 3 ਵੱਡੇ ਇਕੱਠ ਸੀ। ਪਟਿਆਲੇ ਵਾਲਿਆਂ ਨੇ ਲੰਬੀ ਵਾਲ ਕੀਤਾ ਸੀ, ਲੰਬੀ ਵਾਲਿਆਂ ਨੇ ਪਟਿਆਲੇ ਵਾਲ ਕੀਤਾ ਸੀ। ਹਾਂਜੀ, 14 ਅਕਤੂਬਰ। ਤੇ ਤੁਸੀਂ ਇੱਕ ਖਾਸ ਇਸ਼ੂ ਦੇ ਉੱਤੇ ਤੁਸੀਂ ਬਾਕੀ ਸੱਜਣਾ ਦੇ ਨਾਲ ਇੱਕ ਅਗਵਾਈ ਕੀਤੀ ਸੀ, ਤੇ ਉਦੋਂ ਮੰਨਿਆ ਜਾਂਦਾ ਸੀ ਕਿ ਤੁਹਾਡਾ ਇਕੱਠ ਸਭ ਤੋਂ ਵੱਧ ਸੀ। ਹਾਂਜੀ, ਉਹ ਇਸ਼ੂ, ਉਹ ਮੁੱਦਾ ਅੱਜ ਤੱਕ ਜਿਉਂ ਦਾ ਤਿਉਂ ਆ। ਐਗਜ਼ੈਕਟਲੀ। ਸਰਕਾਰ ਤੁਹਾਡੀ ਪਾਰਟੀ ਦੀ ਵੀ 5 ਸਾਲ ਲੰਘ ਗਈ, 2 ਮੁੱਖ ਮੰਤਰੀ ਬਦਲ ਗਏ, ਹੁਣ ਦੁਬਾਰਾ ਤੁਸੀਂ ਵਿਰੋਧੀ ਧਿਰ ਦੇ ਵਿੱਚ ਵੀ ਹੋ। ਆ ਜਿੰਨੀ ਪਿਛਲੇ 26 ਘੰਟੇ ਦੇ ਵਿੱਚ ਰੌਲਾ ਰੱਪਾ ਪਿਆ ਇੱਕ ਵਿਧਾਨ ਸਭਾ ਦੇ ਸੈਸ਼ਨ ਤੇ, ਦੂਜੇ ਪਾਸੇ ਹੁਣ ਬਹੁਤੇ ਲੀਡਰਾਂ ਦੀ ਚੁੱਪੀ ਹੈ, ਲੋਕ ਇਨਸਾਫ ਭਾਲਦੇ ਆ। ਬੇਅਦਬੀ ਵਾਲਾ ਮੁੱਦਾ ਦੇਖੋ, ਮੈਂ ਉੱਥੇ ਬੇਅਦਬੀ ਦੀ ਗੱਲ ਕਰੀ, ਮੈਂ ਉੱਥੇ ਖੜਾ। ਫਿਰ ਆ ਪਿਛਲਾ ਇਕੱਠ ਕੀਤਾ 1 ਤਰੀਕ ਨੂੰ ਸ਼ਾਇਦ ਕੀਤਾ ਉਹਨੇ, ਸੁਖਰਾਜ ਬੈਠਾ ਨਾ ਧਰਨੇ ਤੇ, ਜਿਹੜਾ ਕ੍ਰਿਸ਼ਨ ਭਗਵਾਨ ਦਾ ਮੁੰਡਾ, ਮੈਂ ਗਿਆ ਉੱਥੇ। ਉਸ ਤੋਂ ਪਹਿਲਾਂ ਇੱਕ ਉਹਨੇ ਇਕੱਠ ਫੇਰ ਕੀਤਾ, ਮੈਂ ਉੱਥੇ ਵੀ ਜਾ ਕੇ ਆਇਆ। ਔਰ ਬਹੁਤ ਥੋੜੇ ਕਾਂਗਰਸ ਦੇ ਲੀਡਰਸ ਹੈ ਜਿਨ੍ਹਾਂ ਨੂੰ ਇੱਦਾਂ ਦੇ ਇਕੱਠਾਂ ਵਿੱਚ ਲੋਕੀ ਬੋਲਣ ਦਿੰਦੇ ਨੇ। ਔਰ ਹੁਣ ਅਸੀਂ ਇਕੱਠ ਰੱਖਿਆ ਉਹੀ 14 ਅਕਤੂਬਰ ਜਿਹੜਾ 2018 'ਚ ਕੀਤਾ ਸੀ ਨਾ,
ਉਹੀ 14 ਅਕਤੂਬਰ ਨੂੰ ਇੱਕ ਵਾਰੀ ਫੇਰ ਕਾਲ ਦਿੱਤੀ ਆ ਤੇ ਮੈਂ 14 ਅਕਤੂਬਰ ਨੂੰ ਫਿਰ ਉੱਥੇ ਜਾਣਾ ਔਰ ਇਸ ਦੀ ਲੜਾਈ ਨਿਰੰਤਰ ਲੜਾਂਗੇ। ਔਰ ਬੇਅਦਬੀ ਕੇਜਰੀਵਾਲ ਦੇ ਬਿਆਨ ਕਰ ਲਓ, ਹੁਣ ਅਗੇਨ ਫਿਰ ਆ ਜਾਂਦਾ ਕ੍ਰਿਟਿਸਿਜ਼ਮ। ਉਹ ਕੀ ਕਹਿੰਦਾ ਸੀਗਾ ਕਿ 24 ਘੰਟੇ 'ਚ ਹੱਲ ਕਰੂੰਗਾ, 6 ਮਹੀਨੇ ਹੋ ਗਏ ਨੇ। ਇਹਨਾਂ ਦਾ ਆਪਣਾ MLA ਕੁੰਵਰ ਵਿਜੇ ਪ੍ਰਤਾਪ, ਉਹਨੂੰ ਟਾਈਮ ਨਹੀਂ ਦਿੰਦੇ ਪੰਜਾਬ ਦੀ ਵਿਧਾਨ ਸਭਾ 'ਚ ਬੋਲਣ ਦੀ, ਹਾਲਾਂਕਿ ਉਹਨੇ ਤਹਿਕੀਕਾਤ ਕੀਤੀ ਸਾਰੀ, ਉਹਨੂੰ ਨੌਲੇਜ ਸੀਗੀ ਸਾਰੀ ਗੱਲ ਦੀ, ਤੇ ਜਿਉਂ ਦਾ ਤਿਉਂ ਉੱਥੇ ਖੜਾ ਹੈਗਾ ਬੇਅਦਬੀ ਦਾ। ਦੇਖੋ ਗੱਲ ਇਹ ਸਿਧਾਂਤਕ ਗੱਲ ਹੈ, ਦਿਸ ਇਜ਼ ਨਾਟ ਨਥਿੰਗ ਟੂ ਡੂ ਵਿਦ ਆਮ ਆਦਮੀ ਪਾਰਟੀ। ਤੁਸੀਂ ਕਹਿੰਦੇ ਕਾਂਗਰਸ ਦੇ ਵੇਲੇ ਨਹੀਂ ਕੀਤਾ, ਤੇ ਕਾਂਗਰਸ ਨੂੰ ਲੋਕਾਂ ਨੇ ਕੱਢ ਵੀ ਦਿੱਤਾ ਨਾ ਬਾਹਰ। ਜੇ ਕੈਪਟਨ ਨੇ ਕਰਜ਼ੇ ਮਾਫ ਨਹੀਂ ਕੀਤੇ, ਜੇ ਕੈਪਟਨ ਨੇ ਨਸ਼ਾ ਦੇ ਐਕਸ਼ਨ ਲਿਆ, ਕੱਢ ਕੇ ਬਾਹਰ ਮਾਰੇ ਨੇ ਸਾਰੇ। ਯਾਰ ਕਿਹੜਾ ਬੰਦਾ ਬਚਿਆ ਪੰਜਾਬ ਦੀ ਰਾਜਨੀਤੀ ਵਿੱਚ? ਮਤਲਬ ਬਾਦਲ ਸਾਹਿਬ ਵਰਗੇ ਜਿਹੜੇ ਕਹਿੰਦੇ ਸੀ ਕਦੀ ਹਾਰ ਨਹੀਂ ਸਕਦੇ ਜ਼ਿੰਦਗੀ 'ਚ, ਦੇ ਆਰ ਆਲ ਆਊਟ ਆਫ ਦ ਗੇਮ। ਅਗਰ ਤੁਸੀਂ ਪਰਫਾਰਮ ਨਹੀਂ ਕੀਤਾ, ਯੂ ਵਿਲ ਪੈਰਿਸ਼। ਸੋ ਇਹੀ ਗੱਲ ਇਹਨਾਂ ਤੇ ਵੀ ਲਾਗੂ ਹੁੰਦੀ ਹੈ। ਪਰ ਮੈਂ ਬੇਅਦਬੀ ਦਾ ਇਹ ਕਹਿਣਾ ਚਾਹੁੰਦਾ ਕਿ ਦਿਸ ਇਜ਼ ਅ ਵੈਰੀ ਇੰਪੋਰਟੈਂਟ ਇਸ਼ੂ। ਕੁਛ ਲੋਕ ਕਹਿੰਦੇ ਨੇ ਜੀ ਕਿ ਧਰਮ ਦੀ ਗੱਲ ਹੈ, ਨਾ। ਜਦੋਂ ਅਸੀਂ ਬੇਅਦਬੀ ਦੀ ਗੱਲ ਕਰਦੇ ਹਾਂ, ਇਹਦਾ ਮਤਲਬ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਦੇ ਵਿੱਚ ਇਨਸਾਫ ਨਹੀਂ ਮਿਲਣਾ ਤੇ ਗੁਜਰਾਤ 'ਚ ਮਿਲੂਗਾ, ਛੱਤੀਸਗੜ੍ਹ 'ਚ ਮਿਲੂਗਾ। ਸਾਡੇ ਗੁਰੂਆਂ ਦਾ ਇੱਥੇ ਧਰਤੀ ਖੂਨ ਨਾਲ ਸਿੰਜੀ ਹੋਈ ਧਰਤੀ ਆ, ਉਹਨਾਂ ਦੇ ਦਿੱਤਿਆ ਹੋਇਆ ਸਾਨੂੰ ਇੱਕ ਗੁਰੂ ਗ੍ਰੰਥ ਸਾਹਿਬ ਜਿਹਨੂੰ ਆਪਾਂ ਕਹਿੰਦੇ ਕਿ ਸਾਡਾ ਇਹ ਸ਼ਬਦ ਗੁਰੂ ਆ, ਜੇ ਅਸੀਂ ਉਸ ਨੂੰ ਇਨਸਾਫ ਨਹੀਂ ਦਿਵਾ ਸਕਦੇ ਤੇ ਫਿਰ ਫਿਰ ਤੁਹਾਨੂੰ ਜਾਂ ਇਹਨਾਂ ਨੂੰ ਜਾਂ ਮੈਨੂੰ ਇਨਸਾਫ ਦੀ ਕੀ ਉਮੀਦ ਹੋ ਸਕਦੀ ਸਾਰੇ ਸਿਸਟਮ 'ਚੋਂ? ਦਿਸ ਫਾਈਟ ਵਿਲ ਕੰਟੀਨਿਊ ਅੰਟਿਲ ਦੀ ਐਕਚੁਅਲ ਕਲਪ੍ਰੇਟਸ ਆਰ ਨੈਬਡ। ਐਕਚੁਅਲ ਕਲਪ੍ਰੇਟਸ ਹੁਣ ਸੁਣੋ ਕੌਣ ਆ? ਥਾਣੇਦਾਰ ਹੌਲਦਾਰ ਨਹੀਂ ਗੇ। ਇਹਦੇ ਵਿੱਚ ਬਾਦਲ ਦਾ ਟੱਬਰ ਇਨਵੋਲਵਡ ਆ, ਸਿੱਧਾ ਡੇਰਾ ਸੱਚਾ ਸੌਦਾ ਦੇ ਉਹਦੇ ਨਾਲ ਸਾਥ ਦੇ ਨਾਲ ਵੋਟਾਂ ਦਾ ਸਮਝੌਤਾ ਹੋਇਆ। 2012 'ਚ ਪੁਸ਼ਾਕ ਦਾ ਕੇਸ ਸੀ ਜਿਹੜਾ ਉੱਤੇ ਬਣਿਆ 295 ਦਾ ਡੇਰਾ ਸੱਚਾ ਸੌਦਾ ਦੇ ਸਾਥ ਦੇ ਉੱਤੇ, ਉਹ ਸੁਖਬੀਰ ਸਿੰਘ ਬਾਦਲ ਨੇ ਬਠਿੰਡੇ ਦੀ ਸੈਸ਼ਨ ਕੋਰਟ 'ਚੋਂ ਵਾਪਸ ਲਿਆ। 12 ਵਿੱਚ ਆਪਸ ਭੁਗਤੇ ਨੇ। ਉਸ ਤੋਂ ਬਾਅਦ ਉਹਨਾਂ ਦੇ ਹੌਸਲੇ ਏਡੇ ਵੱਧ ਗਏ ਕਿ ਉਹਨਾਂ ਨੇ ਉਹ ਜਿਹੜੀ ਫਿਲਮ ਵਾਲਾ ਮਸਲਾ ਆ ਗਿਆ, MSG ਮੈਸੇਂਜਰ ਆਫ ਗੋਡ, ਉਹ ਸਾਰਾ ਜਿਹੜਾ ਵਿਵਾਦ ਜਦੋਂ ਉੱਠਿਆ, ਉਹਦੇ ਤੋਂ ਬਾਅਦ ਪੁਸ਼ਾਕ ਵਾਲੇ 'ਤੇ ਮੈਂ ਜਾ ਰਿਹਾ ਵਾਪਸ, ਉਹਨੂੰ ਫਰਜ਼ੀ ਮਾਫੀ ਦਵਾਈ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਦੀ ਬਾਂਹ ਮਰੋੜ ਕੇ, ਫਿਰ ਉਹ ਵਾਪਸ ਮਾਫੀ ਵਾਪਸ ਲੈਣੀ ਪਈ। ਸੋ ਇਹਨਾਂ ਦਾ ਕਨੈਕਸ਼ਨ ਜਿਹੜਾ ਸੀਗਾ, ਇੱਕ ਤਾਂ ਇਹ ਗੁਨਾਹਗਾਰ ਨੇ ਦੋ ਪਾਰਟੀਆਂ। ਮੈਂ ਖੈਰ ਦੂਸਰਾ ਇੱਕੋ ਸੈਕਿੰਡ ਲਈ ਤੁਸੀਂ ਇੱਥੇ ਦੂਸਰਾ ਹੀ ਦੱਸਿਓ। ਹੁਣੇ ਤੁਸੀਂ ਕਿਹਾ ਸੀ ਕਿ ਭਾਈ DGP ਸਾਹਿਬ ਕੋ ਆਮ ਆਦਮੀ ਪਾਰਟੀ ਵਾਲੇ ਗਏ ਆ, ਕੋਈ ਸਬੂਤ ਕੋਈ ਨਾਂ ਤਾਂ ਨਹੀਂ ਦਿੱਤਾ। ਹੁਣ ਤੁਸੀਂ ਬਾਦਲ ਪਰਿਵਾਰ ਦੇ ਉੱਤੇ ਸਿੱਧਾ ਦੋਸ਼ ਲਾਤਾ, ਉਹਦੇ ਗਰਾਊਂਡ ਸਬੂਤ ਹੈਗੇ ਉਹਦੇ ਗਰਾਊਂਡ ਆਲ ਟੈਲ ਯੂ ਕਮ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਇੱਕ ਐਫੀਡੇਵਿਟ ਫਾਈਲ ਕੀਤਾ ਸੁਮੇਧ ਸਿੰਘ ਸੈਣੀ ਨੇ, DGP ਨੇ ਜੀ। ਉਸਨੇ ਕਿਹਾ ਕਿ ਮੈਨੂੰ ਰਾਤ 2 ਵਜੇ 14 ਅਕਤੂਬਰ ਦੀ ਰਾਤ 2 ਵਜੇ ਚੀਫ ਮਿਨਿਸਟਰ ਦਾ ਟੈਲੀਫੋਨ ਆਇਆ। ਹੁਣ ਦੱਸੋ ਟੈਲੀਫੋਨ ਉਦਣ ਹੀ 14 ਅਕਤੂਬਰ ਸਵੇਰੇ 7 ਵਜੇ ਲਾਠੀ ਚਾਰਜ ਹੋ ਜਾਂਦਾ ਕੋਟਕਪੂਰੇ ਦੇ ਚੌਂਕ ਵਿੱਚ, ਤੇ 9 ਵਜੇ ਗੋਲੀ ਚੱਲ ਜਾਂਦੀ ਆ ਬੈਬਲ ਕਲਾਂ ਤੇ 2 ਬੰਦੇ ਮਾਰੇ ਜਾਂਦੇ ਨੇ। ਉਹ ਤੁਹਾਡੇ ਖਿਆਲ ਚੀਫ ਮਿਨਿਸਟਰ ਦੇ ਹੁਕਮ ਤੋਂ ਬਗੈਰ ਹੀ ਗੋਲੀ ਚੱਲ ਗਈ ਹੈ? ਹੁਣ ਭੱਜ ਰਹੇ ਨੇ, ਕਹਿੰਦੇ ਨਹੀਂ ਅਸੀਂ ਤਾਂ ਕੁਝ ਕੀਤਾ ਨਹੀਂ ਜੀ। ਇਹ ਤਾਂ ਕਹਿੰਦੇ ਚੀਫ ਮਿਨਿਸਟਰ ਦੇ ਹੁਕਮ ਦੀ ਲੋੜ ਹੀ ਨਹੀਂ ਹੁੰਦੀ ਥੱਲੇ ਜੀ। ਇੱਕ DGP ਹੀ ਇਜ਼ ਅ ਪਾਰਟੀ ਟੂ ਦਾ ਹੋਲ ਕ੍ਰਾਈਮ। ਔਰ ਹੁਣ ਅਕਾਲੀ ਦਲ ਰੋਂਦਾ ਫਿਰਦਾ, ਸੁਖਬੀਰ ਹੁਣੀ, ਅਕਾਲੀ ਦਲ ਨਹੀਂ ਮੈਂ ਕਦੀ ਸ਼ਬਦ ਗਲਤ ਹੋ ਗਿਆ ਮੇਰੇ ਤੋਂ, ਅਕਾਲੀ ਦਲ ਇਜ਼ ਅ ਵੈਰੀ ਗੁੱਡ ਪਾਰਟੀ। ਹੁਣ ਸੁਖਬੀਰ ਹੁਣੀ ਰੋਂਦੇ ਫਿਰਦੇ ਜੀ ਸਾਨੂੰ ਵਿਕਟਮਾਈਜ਼ ਕੀਤਾ। ਤੁਸੀਂ ਤੁਹਾਡੀ ਆਪਣੀ ਕਰਨੀ ਹੈ, ਤੁਹਾਡੇ ਕੋਲ 1.5 ਸਾਲ ਦਾ ਸਮਾਂ ਸੀਗਾ, ਤੁਸੀਂ ਪਰਚਾ ਦਰਜ ਕਰਦੇ ਜਿਹੜੇ ਪੁਲਿਸ ਵਾਲੇ ਨੇ ਗੋਲੀ ਚਲਾਈ ਸੀਗੀ। ਅਣਪਛਾਤੇ ਬੰਦਿਆਂ ਦੇ ਖਿਲਾਫ 1.5 ਸਾਲ FIR ਦਰਜ ਰਹੀ ਹੈ। ਸੋ ਲੋਕਾਂ ਦਾ ਕਹਿਣਾ ਮੰਨਣਾ ਇਹ ਹੈਗਾ ਕਿ ਜਦ ਤੱਕ ਇਹ ਵੱਡੇ ਤਾਕਤਵਰ ਬੰਦਿਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਇਹ ਸੰਘਰਸ਼ ਹੋ ਸਕਦਾ ਜ਼ਿਆਦਾ ਦੇਰ ਵੀ ਚੱਲੇ। ਇਹ ਹਲੇ ਤਾਂ ਕੁਝ ਵੀ ਨਹੀਂ ਗਾ, ਇਹਨਾਂ ਤੋਂ ਨਹੀਂ ਕਰ ਹੋਣਾ। ਇਹ ਭਗਵੰਤ ਮਾਨ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ। ਇਹ ਕਲੀਅਰ ਕਹਿਤਾ ਤੁਸੀਂ? ਹਾਂ 100% ਇਹ ਸੰਘਰਸ਼ ਚੱਲੇਗਾ ਔਰ ਅਲਟੀਮੇਟਲੀ ਉਹ ਦਿਨ ਜ਼ਰੂਰ ਆਵੇਗਾ ਜਦੋਂ ਫੁੱਲ ਐਂਡ ਫਾਈਨਲ ਜਸਟਿਸ ਹੋਵੇਗਾ। ਖਹਿਰਾ ਸਾਹਿਬ 1.5 ਸਾਲ ਅਕਾਲੀ ਦਲ ਦੀ ਸਰਕਾਰ ਰਹੀ, ਉਹਨਾਂ ਤੋਂ ਨਹੀਂ ਹੋਇਆ। 5 ਸਾਲ ਕਾਂਗਰਸ ਦੀ ਰਹੀ, ਉਹਨਾਂ ਤੋਂ ਨਹੀਂ ਹੋਇਆ। ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹੋਣਾ ਨਹੀਂ। ਫਿਰ ਆਮ ਬੰਦੇ ਅਸੀਂ ਕੀ ਸੋਚੀਏ ਕਿ ਨਹੀਂ ਕਰਨਾ? ਇਹ ਕਿਸੇ ਨੂੰ ਕਰਨਾ ਪਊਗਾ ਨਾ ਜੀ। ਇਹਦਾ ਪ੍ਰੈਸ਼ਰ ਪਬਲਿਕ ਦਾ ਇੰਨਾ ਰਹਿਣਾ ਅਲਟੀਮੇਟਲੀ। ਹੁਣ ਦੇਖੋ ਪਿਛਲੀ ਇਲੈਕਸ਼ਨ ਦੇ ਵਿੱਚ ਇਟ ਵਾਜ਼ ਅ ਬਰਨਿੰਗ ਇਸ਼ੂ, ਉਸ ਤੋਂ ਮਗਰਲੀ ਇਲੈਕਸ਼ਨ ਦੇ ਵਿੱਚ ਵੀ ਇਹ ਲਗਾਤਾਰ ਕੰਸਿਸਟੈਂਟਲੀ ਬਰਨਿੰਗ ਇਸ਼ੂ ਸੀਗਾ, ਤੇ ਸਾਰੀਆਂ ਪਾਰਟੀਆਂ ਉੱਡਦੀਆਂ ਜਾ ਰਹੀਆਂ। ਅਗਰ ਇਹ ਨਹੀਂ ਕਰਨਗੇ ਤੇ ਇਹ ਵੀ ਉੱਡ ਜਾਣਗੇ ਵਿੱਚ। ਅੱਛਾ ਖਹਿਰਾ ਸਾਹਿਬ ਇੱਕ ਚੀਜ਼ ਜ਼ਰੂਰ, ਔਰ ਮੈਂ ਇੱਥੇ ਗੱਲ ਕੋਟ ਕਹਿਣਾ ਚਾਹੁੰਦਾ, ਮੈਂ ਇਕੱਲਾ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਦੀ ਨਹੀਂ, ਕੱਲ੍ਹ ਨੂੰ ਪਰਮਾਤਮਾ ਨਾ ਕਰੇ ਬਾਈਬਲ ਦੇ ਖਿਲਾਫ ਜੀ, ਗੀਤਾ ਦੇ ਖਿਲਾਫ, ਕੁਰਾਨ ਦੇ ਖਿਲਾਫ ਅਗਰ ਸਾਡੀ ਧਰਤੀ ਦੇ ਉੱਤੇ, ਕਿਉਂਕਿ ਸਭ ਤੋਂ ਜ਼ਿਆਦਾ ਜੇ ਸਹੀ ਮਾਇਨਿਆਂ ਵਿੱਚ ਸੈਕੂਲਰਿਜ਼ਮ ਹੈ ਤੇ ਉਹ ਸਾਡੇ ਧਰਤੀ 'ਚ ਸਾਡੇ ਗੁਰੂਆਂ ਨੇ ਦਿਖਾ ਕੇ ਭੇਜਿਆ। ਗੁਰੂ ਤੇਗ ਬਹਾਦਰ ਨੂੰ ਕਸ਼ਮੀਰ ਦੇ ਪੰਡਤਾਂ ਲਈ ਜਾਨ ਦੇਣ ਦੀ ਲੋੜ ਕੋਈ ਨਹੀਂ ਸੀਗੀ। ਬਸ ਇੱਥੋਂ ਸਾਬਤ ਹੋ ਜਾਂਦਾ ਵਾ ਕਿ ਸਾਡਾ ਦੇਸ਼, ਸਾਡੀ ਪੰਜਾਬ ਦੀ ਧਰਤੀ ਇਹ ਕਿੰਨੀ ਟਰੂਲੀ ਸੈਕੂਲਰ ਆ। ਇਸ ਕਰਕੇ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ। ਤੇ ਇਹ ਇੱਕ ਜੇ ਤਾਂ ਮੈਂ ਉਦਾਹਰਨ ਦੇ ਰਿਹਾ ਕਿ ਜੇ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਨਹੀਂ ਮਿਲਣਾ ਫਿਰ ਬਾਕੀਆਂ ਨੂੰ ਕਿੱਦਾਂ ਮਿਲੇਗਾ ਜੀ। ਖਹਿਰਾ ਸਾਹਿਬ ਸਾਰੀਆਂ ਗੱਲਾਂ ਹੋ ਗਈਆਂ, ਮੈਂ ਹੁਣ ਇੱਕ ਪੋਜ਼ਿਟਿਵ ਗੱਲ ਵਾਲੇ ਪਾਸੇ ਜਾਣਾ।
ਪੰਜਾਬ ਦੇ ਵਿੱਚ ਬੜਾ ਕੁਛ ਇਦਾਂ ਦਾ ਹੋ ਰਿਹਾ। ਲੋਕ ਸਵੇਰ ਨੂੰ ਜਦੋਂ ਉੱਠਦੇ ਆ, ਚਾਹ ਦਾ ਕੱਪ ਹੱਥ 'ਚ ਫੜਦੇ ਆ, ਉਦੋਂ ਤੋਂ ਮਾੜੀਆਂ ਖਬਰਾਂ ਮਿਲਣ ਲੱਗਦੀਆਂ, ਰਾਤ ਨੂੰ ਸੌਣ ਤੱਕ ਮਾੜੀਆਂ ਖਬਰਾਂ ਹੀ ਨੇ। ਚਾਹੇ ਉਹ ਗੈਂਗਸਟਰ ਦੀ ਆ, ਚਾਹੇ ਉਹ ਨਸ਼ੇ ਦੀ ਆ, ਚਾਹੇ ਉਹ ਬੇਅਦਬੀ ਦੀ ਆ, ਚਾਹੇ ਸਿਆਸੀ ਲੀਡਰਾਂ ਦਾ ਇੱਕ ਦੂਜੇ ਦੇ ਉੱਤੇ ਦੋਸ਼ ਲਾਉਣ ਦਾ ਸਿਲਸਿਲਾ। ਮੈਂ ਹੈਰਾਨ ਹੁੰਦਾ ਸੀ ਅੱਜ ਸਵੇਰੇ ਵਾਲੇ ਲਾਈਵ ਪ੍ਰੋਗਰਾਮ ਦੇ ਵਿੱਚ ਵੀ ਕਿ ਐਜੂਕੇਸ਼ਨ, ਹੈਲਥ, ਪਾਣੀ, ਬੁੱਢਾ ਨਾਲਾ, ਕੋਈ ਚੀਜ਼ ਲੀਡਰਾਂ ਨੂੰ ਚੇਤੇ ਨਹੀਂ, ਇੱਕ ਦੂਜੇ ਦੇ ਦੋਸ਼ ਲਾਉਣੇ ਚੇਤੇ ਨੇ। ਦੇਖੋ ਪਤਾ ਕੀ ਗੱਲ, ਉਹਦੇ 'ਚ ਮੀਡੀਆ ਦਾ ਵੀ ਰੋਲ ਹੈਗਾ ਜੀ। ਕੁਛ ਨਾ ਕੁਛ ਸਵਾਲ ਇਦਾਂ ਦਾ ਕੋਈ ਨਾ ਕੋਈ ਪੁੱਛ ਕੇ ਚਲਾ ਦਿੰਦਾ ਉੱਥੇ, ਤੇ ਤੁਹਾਡੇ ਕੈਮਰੇ ਸਾਰੇ ਤੁਹਾਡੇ ਵੱਲ ਨੱਠੇ ਆਉਂਦੇ ਆ, ਉਹ ਦੂਜੀ ਗੱਲ ਸੁਣਦੇ ਨਹੀਂ ਗੇ। ਇਹ ਤਾਂ ਨਹੀਂ ਹੈਗਾ ਕਿ ਅਸੀਂ ਚਾਹੁੰਦੇ ਨਹੀਂ ਐਜੂਕੇਸ਼ਨ ਅੱਛੀ ਹੋਵੇ, ਅਸੀਂ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹੈਲਥ ਕੇਅਰ ਵੀ ਅੱਛੀ ਹੋਵੇ, ਬਟ ਉਹ ਕੀ ਕਹਿੰਦੇ, ਕੋਈ ਸਨਸਨੀ ਖਬਰ ਹੀ ਨਹੀਂ ਬਣ ਰਹੀ। ਸਨਸਨੀ ਖਬਰ ਬਣਦੀ ਕਿਸੇ ਨੇ ਕਿਸੇ ਨੂੰ ਗਾਲ ਕੱਢ ਦਿੱਤੀ। ਜਿੱਦਾਂ ਇੱਕ ਵਾਰੀ ਲੈਟਸ ਸੇ ਆਈਲ ਕੋਟ ਯੂ, ਕਿਸੇ ਬੀਜੇਪੀ ਦੇ MP ਨੇ ਕਹਿ ਦਿੱਤਾ ਦਿੱਲੀ 'ਚ, ਸੰਸਦ 'ਚ ਕਹਿਤਾ ਜਾਂ ਬਾਹਰ ਕਿਹਾ ਕਿ ਜਿਹੜੇ ਰਾਮਜ਼ਾਦੇ ਨੇ ਉਹ ਇੱਥੇ ਰਹਿ ਜਾਓ, ਜਿਹੜੇ ਹਰਾਮਜ਼ਾਦੇ ਨੇ ਪਾਕਿਸਤਾਨ ਚਲ ਜਾਓ। ਲਓ ਜੀ 15 ਦਿਨ ਸਾਡੇ ਦੇਸ਼ ਦੇ TV ਉਹਦੇ 'ਤੇ ਹੀ ਕੁੱਕੜਾਂ ਵਾਂਗ ਲੜਾਈ ਲੜਦੇ ਨੇ। ਸੋ ਇਸ਼ੂਜ਼ ਇਹ ਬਹੁਤ ਇੰਪੋਰਟੈਂਟ ਨੇ, ਔਰ ਇਸ ਇਸ਼ੂਜ਼ ਨੂੰ ਐਡਰੈਸ ਕਰਨਾ ਸਭ ਤੋਂ ਇੰਪੋਰਟੈਂਟ ਹੈ। ਔਰ ਸਰਕਾਰ ਦਾ ਏਜੰਡਾ, ਅਗਰ ਸਰਕਾਰ ਦੇ ਮਿਨਿਸਟਰਸ ਉਹ ਅਗਰ ਮਤਲਬ ਆਪਣੀ ਲੈਂਗੁਏਜ ਕੰਟਰੋਲ ਰੱਖਣ, ਕਿਸੇ ਵਿਰੋਧੀ ਦੇ ਉੱਤੇ ਗਲਤ ਅਪਸ਼ਬਦ ਨਾ ਬੋਲਣ। ਜਿੱਦਾਂ ਮੈਨੂੰ ਉਹਨੇ ਕਹਿ ਦਿੱਤਾ ਲਾਲਜੀਤ ਭੁੱਲਰ ਨੇ ਕਿ ਐਰਾ ਗੈਰਾ ਨੱਥੂ ਖਹਿਰਾ, ਹੁਣ ਫਿਰ ਉਹਦਾ ਜਵਾਬ ਨਾ ਦਿੰਦਾ। ਔਰ ਐਰੇ ਗੈਰੇ ਨੱਥੂ ਖਹਿਰਾ ਦਾ ਬਹੁਤ ਵੱਡਾ ਇਤਿਹਾਸ ਹੈ। ਉਹਨੇ ਨੱਥੂ ਖਹਿਰੇ ਨੇ ਸਾਰਾ ਆਪਣਾ ਪਰਿਵਾਰ ਵਾਰ ਦਿੱਤਾ ਸੀਗਾ ਆਪਣੀ ਯਾਰੀ ਪਗਾਉਣ ਵਾਸਤੇ, ਆਪਣੀ ਜ਼ੁਬਾਨ ਪਗਾਉਣ ਵਾਸਤੇ, ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੇ ਪਰਿਵਾਰ ਨੂੰ ਬਚਾਉਣ ਵਾਸਤੇ। ਤੇ ਭਾਈ ਸਾਹਿਬ ਨੂੰ ਇੰਨਾ ਨਹੀਂ ਸੀ ਪਤਾ, ਹੁਣ ਜਵਾਬ ਤਾਂ ਦੇਣਾ ਪੈਂਦਾ ਨਾ। ਸੋ ਸਮਟਾਈਮਜ਼ ਇੱਥੇ ਐਂ ਲੱਗਦਾ ਕਿ ਜੀ ਇਹ ਕੀ ਹੋ ਰਿਹਾ, ਤੇ ਪਰਸਨਲ ਲੜਾਈ ਹੋ ਰਹੀ ਹੈ। ਕੁਲਦੀਪ ਧਾਲੀਵਾਲ ਆਫਟਨ ਇਹਦੀ ਜ਼ੁਬਾਨ ਗਲਤ ਆ, ਤੇ ਇਹਨੂੰ ਠੋਕ ਕੇ ਜਵਾਬ ਦੇਣਾ ਪੈਂਦਾ। ਅਗਰ ਨਹੀਂ ਦਿਆਂਗੇ ਲੋਕੀ ਕਹਿਣਗੇ ਜੀ ਸ਼ਾਇਦ ਇਹ ਡਰਦੇ ਨੇ ਜਾਂ ਇਹਨਾਂ ਨੂੰ ਜਵਾਬ ਦੇਣਾ ਨਹੀਂ ਆਉਂਦਾ। ਧਾਲੀਵਾਲ ਸਾਹਿਬ ਦਾ ਤੁਸੀਂ ਨਾਂ ਲਿਆ, ਮੈਂ ਉਹ ਸਵਾਲ ਲਿਸਟ 'ਚੋਂ ਬਾਹਰ ਹੀ ਰੱਖਿਆ ਸੀ। ਤੁਸੀਂ ਵੀ ਮੁੱਦਾ ਉਠਾਉਂਦੇ ਹੁੰਦੇ ਸੀ ਕਿ ਭਾਈ ਬਹੁਤ ਸਾਰੀਆਂ ਜ਼ਮੀਨਾਂ ਨੇ ਵੱਡੇ ਲੋਕਾਂ ਨੇ ਦੱਬੀਆਂ। ਤੁਸੀਂ ਤਾਂ ਇੱਕ, ਮੈਨੂੰ ਯਾਦ ਆ, ਉਹ ਇੱਕ ਸੜਕ ਵੀ ਦਿਖਾਈ ਸੀ ਇੱਕ ਵਾਰੀ, ਐਨ ਸੜਕ ਦੇ ਉੱਤੇ ਖੜ ਕੇ। ਹਾਲੇ ਵੀ ਖੜਾ ਉੱਥੇ ਮੈਂ। ਠੀਕ ਹੈ ਜੀ। ਧਾਲੀਵਾਲ ਨੂੰ ਇਹੀ ਸਮਝਾ ਰਿਹਾ ਮੈਂ। ਧਾਲੀਵਾਲ ਸਾਹਿਬ ਨੇ ਜ਼ਮੀਨਾਂ ਛਡਾਈਆਂ, ਠੀਕ ਲੱਗਦਾ ਕੰਮ? ਬਿਲਕੁਲ ਗਲਤ ਹੈ। ਅੱਛਾ। ਹਾਂ, ਜਿੰਨੀਆਂ ਛਡਾਈਆਂ ਸਾਰੀਆਂ ਹਾਈ ਕੋਰਟ ਨੇ ਸਟੇ ਕਰਤੀਆਂ। ਛੋਟੇ ਵਿਚਾਰੇ ਪਿੰਡਾਂ ਦੇ ਮਗਰ ਪੈ ਗਏ। ਛਲੇੜੀ ਕਲਾਂ ਪਿੰਡ ਆ, ਉੱਥੇ 482 ਪਰਿਵਾਰ ਅਪਰੂਵਡ ਕੀਤੇ ਨੇ, ਉਹ ਹਾਈ ਕੋਰਟ ਚਲੇ ਗਏ। ਕਿੱਲਾ 2-2 ਕਿੱਲੇ ਵਾਲੇ। ਮੈਂ ਇਹਨਾਂ ਨੂੰ ਬਥੇਰਾ ਕਿਹਾ ਕਿ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਚੱਕੋ। ਮੋਹਾਲੀ ਜ਼ਿਲ੍ਹੇ ਵਿੱਚ 50,000 ਏਕੜ ਜ਼ਮੀਨ ਨਜਾਇਜ਼ ਕਬਜ਼ੇ 'ਚ ਆ, ਤਾਕਤਵਰ ਬੰਦਿਆਂ ਦੇ ਕਬਜ਼ੇ ਦੇ ਵਿੱਚ ਹੈਗੇ ਆ। ਸਾਰੇ ਪੋਲੀਟੀਕਲ ਬੰਦੇ, ਜਿਹੜੇ ਅਫਸਰ ਇਹਨਾਂ ਨਾਲ ਲੱਗੇ ਹੋਏ ਨੇ, ਇਹਨਾਂ ਕੋਲ ਸ਼ਾਇਦ ਨਹੀਂ ਹੋਣੀ, ਕਿਸੇ ਕੋਲ ਕਿਸੇ ਨਾ ਕਿਸੇ ਕੋਲ ਹੋਊਗੀ ਜ਼ਰੂਰ। ਇਹਨਾਂ ਦੇ ਜਿੰਨੇ ਅਫਸਰ ਨੇ ਸਭ ਦੇ, ਕਿਸੇ ਕੋਲ 25 ਕਿੱਲੇ, ਕਿਸੇ ਕੋਲ 50 ਕਿੱਲੇ, ਕਿਸੇ ਕੋਲ 100 ਕਿੱਲਾ, ਕਿਸੇ ਦੇ ਫਾਰਮ ਹਾਊਸ। ਮੈਂ ਕਿਹਾ ਇਹਨਾਂ ਤੋਂ ਪਹਿਲਾਂ ਛਡਾਓ, ਇਹ ਬੰਦੇ ਤਾਕਤਵਰ ਨੇ। ਹੁਣ ਚਲੇ ਗਏ ਜੀ। ਇਹ ਇੱਕ ਪਿੰਡ ਸੀਗਾ, ਉਹ ਛੋਟੀ ਵੱਡੀ ਨਗਲੀ, ਉਹ ਸਿਮਰਜੀਤ ਮਾਨ ਦੀ ਕਿਸੇ ਨੇ ਕਹਿ ਦਿੱਤਾ ਜੀ ਕਿ ਉੱਥੇ ਜ਼ਮੀਨ ਹੈ, ਹੁਣ ਬਦਲ ਲੈਣਗੇ। ਉੱਥੇ ਫੇਅਰਨੈਸ ਨਹੀਂ ਕਰਨਗੇ। ਉਹ ਇੱਥੇ ਮੁੱਲਾਂਪੁਰ ਦੇ ਲਾਗੇ ਪਿੰਡ ਹੈ ਜੀ, ਛੋਟੀ ਵੱਡੀ ਨਗਲੀ ਜੀ। ਉੱਥੇ ਜਾ ਕੇ ਬੋਰਡ ਕੱਢ ਦਿੱਤਾ ਕਿ 2525 ਕਿੱਲੇ, 2528 ਕਿੱਲੇ ਛਡਾ ਲਏ। ਭਗਵੰਤ ਮਾਨ ਨੂੰ ਸੱਦ ਲਿਆ ਉੱਥੇ, ਔਰ ਕਹਿ ਦਿੱਤਾ, ਉੱਥੇ ਝੂਠ ਬੋਲਿਆ। ਅੱਜ ਦੇ ਜਵਾਬ ਨੇ ਦਿੱਤਾ ਕਿ 150 ਕਿੱਲਾ ਸਿਮਰਨਜੀਤ ਮਾਨ ਦੀ ਪੈੜੀ ਆ, ਉਹਦੇ ਪਰਿਵਾਰ ਦੀ। ਉਹ ਸਾਰਾ ਪਿੰਡ ਇਕੱਠਾ ਹੋ ਕੇ ਮੇਰੇ ਕੋਲ ਵੀ ਆਇਆ। ਉਸ ਪਿੰਡ ਵਿੱਚ ਹੋਰ ਵੀ ਨਾ, ਮੇਰੀ ਗੱਲ ਸੁਣ ਲਓ, 10-12 ਕਿੱਲੇ ਆ, ਔਰ 80 ਦੇ ਦਹਾਕੇ ਤੋਂ ਪਹਿਲਾਂ ਦੀ ਲਈ ਹੋਈ ਉਹਨਾਂ ਨੇ। ਔਰ ਸਾਰਾ ਜਿਹੜਾ ਪਿੰਡ ਵਾਲੇ ਕਹਿੰਦੇ ਜੀ ਅਸੀਂ ਖਰੇ ਉੱਥੇ ਵੀ ਕੋਈ ਸ਼ਾਇਦ 600 ਕੇ 700 ਪਰਿਵਾਰ ਅਪਰੂਵਡ ਹੋਇਆ ਵਾ, 2-2 3-3 ਕਿੱਲਿਆਂ ਵਾਲੇ। ਉਹ ਸਿਮਰਨਜੀਤ ਮਾਨ ਨੂੰ ਰਗੜਦੇ ਉਹ ਸਾਰੇ ਬਾਕੀ ਵੀ ਰਗੜ ਦਿੱਤੇ ਨੇ। ਐਂਡ ਆਲ ਥੀਸ ਕੇਸਿਸ ਆਰ ਗੈਟਿੰਗ ਸਟੇਡ। ਇਹਦੀ ਡਰਾਈਵ ਹੁਣ ਤੁਸੀਂ ਪੁੱਛੋ ਕਿਤੇ ਗਏ ਨੇ ਕਿਸੇ ਪਿੰਡ ਵਿੱਚ? ਛਡਾਓ ਜ਼ਮੀਨਾਂ, ਜੀ ਸੱਦ ਕੇ ਛਡਾਓ, ਲੇਕਿਨ ਛਡਾਓ ਪਹਿਲਾਂ ਵੱਡੇ ਬੰਦਿਆਂ ਦੀਆਂ, ਤਾਕਤਵਰ ਬੰਦਿਆਂ ਦੇ, ਜਿਹਦੇ ਨਾਲ ਤੁਹਾਨੂੰ ਫਾਇਦਾ ਹੋਵੇ। ਲੁਧਿਆਣਾ ਸ਼ਹਿਰ ਵਿੱਚ ਸਰਕਾਰੀ ਜ਼ਮੀਨਾਂ ਨੇ, ਲੈ ਐਂ ਕਰੋ ਬੇਗੋਵਾਲ ਦੇ ਛਡਾ ਕੇ ਦਿਖਾ ਦੇਣ। ਤੁਹਾਡੇ ਹਲਕੇ 'ਚ ਹੈਗੀ ਆ 100 ਕਰੋੜ ਰੁਪਏ ਦੀ ਬੀਬੀ ਜਗੀਰ ਕੌਰ ਨੇ ਕੰਧ ਕੀਤੀ ਹੋਈ ਨਗਰ ਪੰਚਾਇਤ ਦੀ ਜ਼ਮੀਨ 'ਚ। ਇਹ ਸੁਣਿਓ ਜਰਾ ਜੀ। 4 ਦੀਵਾਰੀ ਗੋਲਫ ਕੋਰਸ ਬਣਾਇਆ ਆਪਣੇ ਦੋਤੇ ਪੋਤੇ ਲਈ। ਛਡਾ ਲੈਣੇ, ਛਡਾ ਸਕ, ਔਰ ਹਾਈ ਕੋਰਟ ਗਏ ਹੋਏ ਸੀ। ਸੋ ਦਿਸ ਓਨਲੀ ਜਸਟ ਐਨ ਐਗਜ਼ਾਮਪਲ। ਦੇਰ ਆਰ ਪੋਲੀਟੀਸ਼ੀਅਨਸ, ਇਨਫੈਕਟ ਪੋਲੀਟੀਸ਼ੀਅਨ ਤਾਂ ਇਸ ਕਰਕੇ ਬਦਨਾਮ ਕਿਉਂਕਿ ਅਸੀਂ ਕੈਮਰੇ ਦੇ ਸਾਹਮਣੇ ਇੱਥੇ ਮੈਂ ਦਿਸ ਰਿਹਾ ਇਹਨਾਂ ਨੂੰ। ਤੁਸੀਂ ਦੱਸੋ ਮੈਨੂੰ ਅਫਸਰਾਂ ਦੇ ਕਿਸੇ ਦੇ ਨਾਮ ਜਾਣਦੇ? ਤੁਹਾਨੂੰ ਪਤਾ ਐਗਰੀਕਲਚਰ ਸੈਕਟਰੀ ਕੌਣ ਹੈ ਅੱਜ? ਤੁਹਾਨੂੰ ਪਤਾ ਵਾ ਇਰੀਗੇਸ਼ਨ ਸੈਕਟਰੀ ਕੌਣ ਹੈ ਪੰਜਾਬ ਦੇ? ਜਿੰਨੇ ਪੈਸੇ ਅਫਸਰਸ਼ਾਹੀ ਨੇ ਪੰਜਾਬ 'ਚ ਲੁੱਟੇ ਨੇ, ਜਸਟ ਬਿਕੋਜ਼ ਦੇ ਆਰ ਦ ਬੈਕਡ੍ਰੌਪ, ਦੇ ਆਰ ਨਾਟ ਇਨ ਦ ਕੈਮਰਾ, ਉਹ ਟਾਰਗੇਟ ਹੋ ਹੀ ਨਹੀਂ ਰਹੇ। ਬਹੁਤ ਅਫਸਰਾਂ ਦੇ ਕੋਲ ਮਹਾਰਾਜ ਇੰਨੀਆਂ ਜ਼ਮੀਨਾਂ, ਪ੍ਰਾਪਰਟੀਆਂ ਨੇ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਦੂਜੇ ਸੂਬਿਆਂ ਦੇ ਵਿੱਚ 5 ਸਟਾਰ ਹੋਟੇਲਸ ਨੇ ਇਹਨਾਂ ਲੋਕਾਂ ਦੇ। ਉਹਨਾਂ ਦੀ ਕੋਈ ਤਹਿਕੀਕਾਤ ਕਦੀ ਹੁੰਦੀ ਨਹੀਂ ਗੀ। ਪੋਲੀਟੀਸ਼ੀਅਨ, ਕਿਉਂਕਿ ਹਾਂ ਪੋਲੀਟੀਸ਼ੀਅਨ ਵੀ ਕਰਪਟ ਨੇ, ਗਲਤ ਨੇ, ਦੇ ਸ਼ੁੱਡ ਬੀ ਨੈਬਡ, ਬਟ ਅਫਸਰ ਵੀ ਤਾਂ ਹੈ ਨਾ। ਜੇ ਕਿਸੇ ਮਿਨਿਸਟਰ ਨੇ ਫਰਜ਼ ਕਰੋ ਜੀ ਆਸ਼ੂ ਨੇ ਘਪਲਾ ਕੀਤਾ 2000 ਕਰੋੜ ਦਾ ਕਹਿੰਦੇ ਆ, ਇਕੱਲਾ ਹੀ ਕਰ ਗਿਆ,
ਅਕਸਰ ਫਾਈਲ ਥੱਲੇ ਚੱਲੀ ਹੋਊਗੀ, ਕਿਸੇ ਡਾਇਰੈਕਟਰ ਨੇ, ਕਿਸੇ ਫਲਾਣੇ ਨੇ, ਕਿਸੇ ਨੇ ਅਪਰੂਵਲ ਦਿੱਤੀ ਹੋਊਗੀ, ਕਿਸੇ ਸੈਕਟਰੀ ਨੇ ਅਪਰੂਵਲ ਦਿੱਤੀ ਹੋਊਗੀ, ਉਹ ਕਿਸੇ ਦਾ ਨਾਂ ਹੀ ਹੈ ਨਹੀਂਗਾ ਕਿਸੇ ਗੱਲ 'ਚ। ਜੇ ਕੱਲ੍ਹ ਨੂੰ ਫੈਸਲੇ ਆ ਜਾਂਦੇ ਆ, ਕੋਈ ਸਬੂਤ ਨਿਕਲੇ ਆਉਂਦੇ, ਸੁਖਪਾਲ ਸਿੰਘ ਖਹਿਰਾ ਆਪਣੀ ਪਾਰਟੀ ਦੇ ਲੀਡਰ ਦੇ ਖਿਲਾਫ ਖੜਨਗੇ? ਜੇ ਮੈਂ ਤਾਂ ਪਹਿਲਾਂ ਹੀ ਖੜਾ ਵਾਂ, ਤੁਹਾਨੂੰ ਕਹੀ ਤਾਂ ਜਾਣਾ, ਤੁਸੀਂ ਫਿਰ ਮੈਨੂੰ ਹੁਣ ਨੋਟਿਸ ਦਵਾ ਕੇ ਹਟੋਗੇ। ਨਹੀਂ, ਮੈਂ ਨਹੀਂ ਨੋਟਿਸ ਦਵਾਉਂਦਾ, ਮੈਂ 2-3 ਚੀਜ਼ਾਂ ਪੁੱਛਣੀਆਂ ਸੀ। ਮੈਂ ਕਦੀ ਕਹਿਣ ਤੋਂ ਪਿੱਛੇ ਨਹੀਂ ਹਟਿਆ ਜੀ। ਜੇ ਬੰਦਾ ਕੋਈ ਗਲਤ ਪਾਇਆ ਗਿਆ ਜੀ, ਐਕਸ਼ਨ ਮਸਟ ਬੀ ਟੇਕਨ ਅਗੇਂਸਟ ਹਿਮ। ਖਹਿਰਾ ਸਾਹਿਬ, ਮੈਂ ਚਾਹੁੰਦਾ ਨਹੀਂ ਸੀ, ਚਲੋ ਆਖਰੀ ਗੱਲ ਹੁਣ ਤਸੱਲੀ ਜੀ ਕਰਾ ਕੇ ਜਾਇਓ। ਨੋਟਿਸ ਵਾਲੀ ਗੱਲ ਤੋਂ ਚੇਤਾ, ਪਹਿਲਾਂ ਦੱਸੋ, ਮੇਰੀ ਇੰਟਰਵਿਊ ਇਦਾਂ ਹੀ ਚਲਾਉਂਗੇ ਨਾ ਪੂਰੀ? ਖਹਿਰਾ ਸਾਹਿਬ, ਇੱਕ ਗੱਲ ਮੈਂ ਤੁਹਾਨੂੰ ਦੱਸਦਾ। ਅੱਛਾ, ਫਿਰ ਠੀਕ ਆ। ਬਸ ਮੈਂ ਪੁੱਛਣਾ ਸੀਗਾ ਕਿ ਯਾਰ ਐਡਿਟ ਹੋ ਜਾਂਦੀ ਨਾ, ਤੁਹਾਡੇ ਨੂੰ ਕਹਿ ਰਿਹਾ। ਹਾਂਜੀ, ਨਾਰਮਲ ਕੋਰਸ ਵਿੱਚ ਲੰਬੀ ਹੋ ਜਾਂਦੀ ਆ, ਕੋਈ ਗੱਲ ਚੋਂ ਕੱਟੀ ਕਟਾਈ ਜਾਂਦੀ ਨਾ। ਜਦੋਂ ਤੁਸੀਂ ਪੁੱਛਿਆ ਸੀ ਨਾ, ਭਾਵੇਂ ਕੱਟ ਦਿਓ ਗੱਲ, ਜਦੋਂ ਤੁਸੀਂ ਪੁੱਛਿਆ ਸੀ ਨਾ ਕਿ ਸਮਾਂ ਕਿੰਨਾ ਆ, ਮੈਂ ਕਿਹਾ ਸੀ ਕਿ ਖੁੱਲਾ ਹੀ ਸਮਾਂ। ਅੱਜ ਤੱਕ ਖਹਿਰਾ ਸਾਹਿਬ, ਚਲੋ ਤੁਸੀਂ ਆਪਣੇ ਪੱਧਰ ਦੇ ਉੱਤੇ ਰਾਜਨੀਤੀ ਕਰਦੇ ਹੋ, ਮੈਂ ਇੱਕੋ ਹੀ ਗੱਲ ਕਹਿਣਾ, ਉਹਨਾਂ ਆਸਟ੍ਰੇਲੀਆ ਸਟੂਡੀਓ ਖੋਲ੍ਹਣਾ ਸੀ, ਮੈਂ ਉੱਥੇ ਲੋਕਾਂ ਦੇ ਸਾਹਮਣੇ ਕਹਿ ਕੇ ਆਇਆ ਕਿ ਭਾਈ ਕੰਮ ਬਹੁਤ ਨੇ ਕਰਨ ਵਾਲੇ, ਪੱਤਰਕਾਰੀ ਉਨੀ ਦੇਰ ਹੀ ਕਰਨੀ ਹੈ ਜਿੰਨੀ ਦੇਰ ਚੱਜ ਨਾ ਕਰ ਹੋਈ, ਉਸ ਤੋਂ ਬਾਅਦ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਮੈਂ ਤਾਂ ਕਾਲਜ ਪੜਾਉਂਦਾ ਛੱਡ ਕੇ ਆਇਆ ਸੀ। ਨਹੀਂ, ਤੁਹਾਡੀ ਕ੍ਰੈਡੀਬਿਲਿਟੀ ਅੱਛੀ ਸਾਰੇ। ਕੁਝ ਇਸ ਫੀਲਡ, ਐਕਚੁਅਲੀ ਹਰ ਫੀਲਡ ਵਿੱਚ ਬੰਦੇ ਚੰਗੇ ਵੀ ਹੈਗੇ ਜੀ, ਉਸੇ ਕਰਕੇ ਸਹਿਕਦਾ ਸਿਸਟਮ ਚੱਲੀ ਜਾਂਦਾ, ਇੱਥੇ ਵੀ ਚੱਲੀ ਜਾਂਦਾ। ਨਹੀਂ, ਠੀਕ ਹੈ। ਮੈਂ ਖਹਿਰਾ ਸਾਹਿਬ, ਮੈਨੂੰ ਚੇਤਾ ਹੁਣ ਆ ਗਿਆ, ਜੋ ਤੁਸੀਂ ਆਮ ਆਦਮੀ ਪਾਰਟੀ ਗਏ ਸੀ, ਮੈਨੂੰ ਚੇਤਾ ਹੈ ਕਿ ਤੁਸੀਂ ਇੱਕ ਸਭ ਤੋਂ ਪਹਿਲਾਂ ਫੇਸਬੁੱਕ ਤੇ ਪੋਸਟ ਪਾਈ ਸੀ, ਉਹ ਪੋਸਟ ਵੀ ਚਲਾਈ। ਉਹਦੇ ਤੋਂ ਬਾਅਦ ਜਦੋਂ ਤੁਸੀਂ ਆਮ ਆਦਮੀ ਲੋਕਾਂ ਤੋਂ ਪੁੱਛਿਆ ਸੀ, ਮੈਨੂੰ ਅਜੇ ਤੱਕ ਚੇਤਾ ਕੱਲੀ ਗੱਲ, ਉਹਦੇ ਤੋਂ ਬਾਅਦ ਜਦੋਂ ਤੁਸੀਂ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਲਿਥੇ ਹੋ, ਉਹਦੇ ਤੋਂ ਬਾਅਦ ਜਦੋਂ ਤੁਸੀਂ ਸਾਰਾ ਕੰਮ ਕੀਤਾ, ਜਿਹੜਾ ਇੱਕ ਇਕੱਠ ਬਹੁਤ ਵੱਡਾ ਕੀਤਾ ਸੀ, ਚਾਹੇ ਬੰਦੇ 9 ਨਾਲ ਗਏ ਸੀ, ਮੁੜ ਕੇ 2 ਰਹਿ ਗਏ, 4 ਰਹਿ ਗਏ, ਹਰ ਜਗ੍ਹਾ ਦੇ ਉੱਤੇ ਜਿੱਥੇ ਲੋਕਾਂ ਦੀ ਗੱਲ ਹੁੰਦੀ ਆ ਉਹ ਚੁੱਕੀ ਹੋਈ ਜਾਂਦੀ ਹੈ। ਜੀ, ਹੁਣ ਖਹਿਰਾ ਸਾਹਿਬ, ਮੈਂ ਪੁੱਛਣਾ, ਕੈਪਟਨ ਸਾਹਿਬ ਕਿੰਨੀ ਵਾਰੀ ਕਹਿ ਜਾਂਦੇ ਮੈਂ ਫਾਈਲਾਂ ਬੀਬੀ ਸੋਨੀਆ ਗਾਂਧੀ ਨੂੰ ਦਿੱਤੀਆਂ, ਜਿਹੜੇ ਰੇਤਾ ਖਾਂਦੇ ਸੀ ਬੰਦੇ, ਉਹ ਤੁਹਾਡੇ ਪਾਰਟੀ ਦੇ ਵਿੱਚ ਹੀ ਨੇ। ਜੇ ਕਿਤੇ ਢੋ ਮੇਲਾ ਬਣਿਆ, ਬੀਬੀ ਸੋਨੀਆ ਗਾਂਧੀ ਨੂੰ ਦਿੱਲੀ ਪੁੱਛਿਓ ਕਿਤੇ ਵੀ ਫਾਈਲ ਕੋਈ ਹੈਗੀ ਦੇ ਦਿਓ, ਆਪਾਂ ਪੰਜਾਬ 'ਚ ਬੰਦੇ ਨੰਗੇ ਕਰਨੇ ਆ। ਮੈਂ ਤਾਂ ਕਹਿੰਦਾ ਵਾਂ ਕਿ ਜੇ ਉਹਨਾਂ ਨੇ ਫਾਈਲਾਂ ਦਿੱਤੀਆਂ ਨੇ, ਜੀ ਸੱਦ ਕੇ ਕਾਰਵਾਈ ਕਰਨ। ਆਪਾਂ ਸੁਣ ਰਹੇ ਨਾ ਕਿ ਕੈਪਟਨ ਨੇ ਕੁਝ ਨਾਮ ਦਿੱਤੇ ਨੇ। ਹੁਣ ਮੈਨੂੰ ਇੱਕ ਗੱਲ ਦਾ ਹੋਰ ਦੱਸੋ ਤੁਸੀਂ, ਕਿ ਜਿਹੜੇ ਕਾਂਗਰਸ ਦੇ ਕੁਝ ਲੀਡਰਸ ਨੇ ਬੀਜੇਪੀ ਜੁਆਇਨ ਕੀਤੀ ਪਿੱਛੇ ਜੇ, ਆਮ ਚਰਚਾ ਪੰਜਾਬ ਦੀ ਸੱਥਾਂ ਦੇ ਵਿੱਚ ਆ ਕਿ ਇਹ ਬੰਦੇ ਬੀਜੇਪੀ 'ਚ ਇਸ ਲਈ ਗਏ ਨੇ ਕਿਉਂਕਿ ਇਹਨਾਂ ਦੀਆਂ ਫਾਈਲਾਂ ਤੇ ਇਹਨਾਂ ਦੀ ਜਾਂਚ ਜਿਹੜੀ ਭਗਵੰਤ ਮਾਨ ਖੋਲੇਗਾ। ਜਿਹੜੇ ਬੰਦੇ ਬੀਜੇਪੀ ਚਲੇ ਗਏ ਉਹਨਾਂ ਦੀ ਕੋਈ ਜਾਂਚ ਨਹੀਂ ਹੋ ਰਹੀ। ਕੀ ਇਹ ਤੋਂ ਸਮਝਿਆ ਜਾਵੇਗਾ ਕਿ ਭਗਵੰਤ ਮਾਨ ਬੀਜੇਪੀ ਤੋਂ ਡਰਦਾ ਵਾ? ਤੇ ਇਸੇ ਕਰਕੇ ਕਾਂਗਰਸ ਵਾਲਿਆਂ ਨੇ ਲਾਈਨ ਬੰਨੀ ਹੋਈ ਆ, ਫਰਜ਼ ਕਰੋ ਕਿ ਅਸੀਂ ਬੀਜੇਪੀ ਚੱਲ ਜਾਈਏ ਤਾਂ ਕਿ ਉੱਥੇ ਸਾਨੂੰ ਪ੍ਰੋਟੈਕਸ਼ਨ ਮਿਲ ਜਾਏ। ਇਹ ਵੀ ਇਮਤਿਹਾਨ ਹੈ ਭਗਵੰਤ ਸਿੰਘ ਮਾਨ ਦਾ ਕਿ ਜਦੋਂ ਆਪਾਂ ਕਰਪਸ਼ਨ ਦੇ ਖਿਲਾਫ ਲੜਾਈ ਲੜਨੀ ਆ, ਇਟ ਹੈਜ਼ ਟੂ ਬੀ ਇਰਰਿਸਪੈਕਟਿਵ ਆਫ ਪਾਰਟੀ ਅਫੀਲੀਏਸ਼ਨਸ। ਅਗਰ ਕੋਈ ਬੀਜੇਪੀ ਦਾ ਵਾ ਕਰਪਟ ਤੇ ਉਹਦੇ ਖਿਲਾਫ ਵੀ ਐਕਸ਼ਨ ਹੋਣਾ ਚਾਹੀਦਾ, ਜੇ ਕੋਈ ਕਾਂਗਰਸ ਦਾ ਕਰਪਟ ਹੈ ਉਹਦੇ ਖਿਲਾਫ, ਜੇ ਕੋਈ ਅਕਾਲੀ ਦਲ ਦਾ ਉਹਦੇ ਖਿਲਾਫ ਵੀ, ਜਿਹੜੇ ਅਫਸਰ ਵੀ ਕਰਪਟ ਨੇ ਜੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਪਤਾ ਲੱਗਦਾ ਕਿ ਆ ਕੋਈ ਡਰਾਈਵ ਜਿਹੜੀ ਜੈਨੂਨ ਹੈ। ਨਹੀਂ ਤਾਂ ਤੁਹਾਨੂੰ ਮੈਂ ਗੱਲ ਦੱਸ ਦਿੰਦਾ, ਇੱਦਾਂ ਹੀ ਫੂਕ ਨਿਕਲ ਜਾਂਦੀ ਪੋਲੀਟੀਕਲ ਸਰਕਾਰਾਂ ਦੀ, ਕਿਉਂਕਿ ਕਿੰਨੀ ਦੇਰ ਤੁਸੀਂ ਲੋਕਾਂ ਤੋਂ ਗੱਲ ਛੁਪਾ ਲਓਗੇ। ਅੱਜ ਇੰਟਰਨੈਟ ਦਾ ਜ਼ਮਾਨਾ ਵਾ, ਇੰਨੀ ਤੇਜ਼ੀ ਦੇ ਨਾਲ ਆਪਾਂ ਇੱਥੇ ਗੱਲ ਕਰ ਰਹੇ ਹਾਂ, ਇਹੀ ਗੱਲ ਵਾਇਆ ਕੈਨੇਡਾ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਹੋ ਕੇ ਘੁੰਮ ਕੇ 5 ਮਿੰਟਾਂ 'ਚ ਵਾਪਸ ਆ ਜਾਂਦੀ ਹੈ। ਸੋ ਦੇਅਰਫੋਰ ਪੋਲੀਟੀਕਲ ਆਗੂਆਂ ਨੂੰ ਗਲਤਫਹਿਮੀ ਆ ਕਿ ਅਸੀਂ ਬੜੇ ਸ਼ਾਤਰ ਹਾਂ, ਅਸੀਂ ਜਿਹੜੀਆਂ ਗੱਲਾਂ ਬੜੀਆਂ ਆਪਣੇ ਕੋਲ ਬੜੀਆਂ ਅਕਲਮੰਦੀ ਨਾਲ ਕਰ ਰਹੇ ਹਾਂ, ਅਸੀਂ ਬੜਾ ਆਪਣੀ ਪਾਰਟੀ ਨੂੰ ਫਾਇਦਾ ਦੇ ਰਹੇ, ਉਹ ਕੁਛ ਨਹੀਂ ਕਰ ਰਹੇ ਹੁੰਦੇ। ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਨਾਲ ਜੈਨੂਅਨ ਗੱਲ ਕਰੋਗੇ ਔਰ ਉਹਦੇ ਸਿੱਟੇ ਸੋਚਣ ਤੋਂ ਬਗੈਰ ਕੰਮ ਕਰੋਗੇ ਕਿ ਹਾਂ ਫਾਇਦਾ ਨਫਾ ਨੁਕਸਾਨ ਸੋਚਣ ਤੋਂ ਬਗੈਰ ਕੰਮ ਕਰੋਗੇ, ਇਨਸਾਫ ਪਸੰਦ, ਉਹਦੇ ਰਿਜ਼ਲਟ 100% ਚੰਗੇ ਨਿਕਲਣੇ। ਖਹਿਰਾ ਸਾਹਿਬ, SGPC ਦੀ ਮੈਂ ਥੋੜ੍ਹੀ ਜਿਹੀ ਗੱਲ ਕਰਨੀ। ਹਰਿਆਣੇ 'ਚ ਵੱਖਰੀ ਕਮੇਟੀ ਬਣ ਗਈ, ਮੈਨੂੰ ਨਹੀਂ ਪਤਾ ਕਿ ਤੁਸੀਂ ਕਿਸ ਹੱਦ ਤੱਕ ਇਸ ਇਸ਼ੂ ਦੇ ਉੱਤੇ ਜਾਣਾ ਚਾਹੋਗੇ, ਕਿਉਂਕਿ ਤੁਸੀਂ ਬੀਬੀ ਜਗੀਰ ਕੌਰ ਹੁਣ ਦਾ ਨਾਂ ਲਿਆ ਸੀ, ਉਹ ਪ੍ਰਧਾਨ ਰਹੇ, ਮੈਨੂੰ ਚੇਤਾ ਆ ਗਿਆ। ਹੁਣ ਅਦਾਲਤ ਨੇ ਕਹਿਤਾ ਜੀ ਹਰਿਆਣੇ 'ਚ ਵੱਖਰੀ ਕਮੇਟੀ ਹੈ, ਪੰਜਾਬ ਵਾਲੇ ਕਹਿੰਦੇ ਜੀ, ਸ਼੍ਰੋਮਣੀ ਕਮੇਟੀ ਵਾਲੇ ਕਿ ਭਾਈ ਅਸੀਂ ਉਧਰਲੇ ਪਾਸੇ ਪਟੀਸ਼ਨ ਪਾਉਣੀ ਆ, ਅਕਾਲੀ ਦਲ ਕਹਿੰਦਾ ਜੀ ਪੰਥ ਨੂੰ ਇਕਜੁੱਟ ਹੋਣਾ ਚਾਹੀਦਾ। ਤੁਸੀਂ ਕਿਵੇਂ ਦੇਖਦੇ? ਨਹੀਂ, ਔਨ ਦਿਸ ਇਸ਼ੂ ਆਈ ਵੁੱਡ ਜਸਟ ਸੇ ਬ੍ਰੌਡਲੀ ਕਿ ਸਾਰੀ ਦੁਨੀਆ ਦੇ ਵਿੱਚ ਕਿਸੇ ਕੋਲ ਇਲੈਕਟਡ ਬੋਡੀ ਨਹੀਂ ਗੀ ਟੂ ਰਨ ਦੇਅਰ ਰਿਲੀਜੀਅਸ ਅਫੇਅਰਸ। ਇਕੱਲੇ ਸਿੱਖਾਂ ਦੇ ਕੋਲ ਸਾਡੇ ਪੁਰਖਿਆਂ ਨੇ ਜਿਹੜਾ ਸੰਘਰਸ਼ ਕੀਤਾ, ਜਿਹਦੇ 'ਚੋਂ ਅਕਾਲੀ ਦਲ ਪੈਦਾ ਹੋਇਆ, ਗੁਰਦੁਆਰਾ ਲਹਿਰ ਜਿਹੜੇ ਮਹੰਤਾਂ ਤੋਂ ਆਜ਼ਾਦ ਕਰਾਏ, ਜਿਹੜੇ ਮਤਲਬ ਬਹੁਤ ਕੁਰਬਾਨੀਆਂ ਦੇ ਕੇ ਜਥੇਦਾਰ ਲਛਮਣ ਸਿੰਘ ਵਰਗਿਆਂ ਨੇ, ਇਹ ਸਾਡੀ ਇੱਕ ਸੰਸਥਾ ਬਹੁਤ ਇੰਪੋਰਟੈਂਟ ਹੈ। ਹੁਣ ਸਵਾਲ ਇਹ ਆਉਂਦਾ ਕਿ ਅਗਰ ਇਸ ਸੰਸਥਾ ਨੂੰ ਨਿਰਪੱਖ ਹੱਥਾਂ 'ਚ ਰਹਿਣ ਦਿੰਦੇ, ਫੇਅਰਨੈਸ 'ਚ ਰਹਿਣ ਦਿੰਦੇ ਔਰ ਇਸ ਬੋਡੀ ਦਾ ਦੁਰਉਪਯੋਗ ਨਾ ਕਰਦੇ, ਇਹ ਬੋਡੀ ਬਹੁਤ ਕੁਝ ਕਰ ਸਕਦੀ ਸੀ। ਮਤਲਬ ਇਹ ਸਾਡੇ ਕੋਲ ਇੰਨਾ ਵੱਡਾ ਬਜਟ ਹੋ ਸਕਦਾ ਇਸ ਦਾ ਕਿ ਅਸੀਂ ਹੈਲਥ ਕੇਅਰ ਦੇ ਵਿੱਚ ਬਹੁਤ ਵੱਡਾ ਯੋਗਦਾਨ, ਚਲੋ ਸਰਕਾਰ ਜਿੰਨਾ ਦਾ ਨਹੀਂ ਕਰ ਸਕਦੇ, ਅਸੀਂ ਐਜੂਕੇਸ਼ਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ। ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਪ੍ਰਾਈਮ ਲੈਂਡਸ ਨੇ SGPC ਦੀਆਂ, ਉਹ ਸਾਡੇ ਇਹਨਾਂ ਪਰਿਵਾਰਾਂ ਨੇ ਆਪਣੇ ਹਜ਼ਾਰਾਂ ਦੋਸਤਾਂ ਨੂੰ ਦਿੱਤੀਆਂ ਹੋਈਆਂ ਨੇ। ਇਹ ਸਾਰੀਆਂ ਛਡਾਉਣੀਆਂ ਚਾਹੀਦੀਆਂ। ਜਦੋਂ ਕ੍ਰੈਡੀਬਿਲਿਟੀ SGPC ਦੀ ਘਟਦੀ ਆ, ਫਿਰ ਦੂਜੀਆਂ ਸਟੇਟਾਂ ਵਿੱਚ ਮੰਗ ਉੱਠਦੀ ਕਿ ਅਸੀਂ ਤਾਂ ਆਪਣੇ ਗੁਰਦੁਆਰੇ ਮੈਨੇਜ ਕਰਨੀ, ਆਪਣੀ ਅਲੱਗਾ ਕਮੇਟੀ ਬਣਾਵਾਂਗੇ। ਉਸੇ ਲੜਾਈ ਦੇ ਵਿੱਚੋਂ ਹਰਿਆਣਾ ਵਾਲਿਆਂ ਨੇ ਆਪਣੀ ਅਲੱਗਾ ਇੱਕ ਕਮੇਟੀ ਬਣਾ ਲਈ।
ਤੋ ਐਸਜੀਪੀਸੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿੰਨਾ ਤੁਹਾਡੇ ਕੋਲ ਕੰਟਰੋਲ ਹੈ ਧਾਰਮਿਕ ਗੁਰਦੁਆਰਿਆਂ ਦਾ ਜਾਂ ਜਿਹੜੇ ਦੂਸਰੇ ਵੱਡੇ ਗੁਰਦੁਆਰਾ ਸਾਹਿਬ ਨੇ ਪੰਜਾਬ ਦੇ ਵਿੱਚ, ਅਗਰ ਤੁਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਸੰਭਾਲ ਲਓ, ਇਹਨਾਂ ਦੀ ਜਿਹੜੀ ਆਮਦਨ ਆ ਤੁਸੀਂ ਕਿਸੇ ਸਹੀ ਲੇਖੇ ਲਾ ਦਿਓ, ਧਰਮ ਦੇ ਵੀ ਲੇਖੇ ਲਾਓ, ਲੇਕਿਨ ਉਹਨੂੰ ਗਰੀਬਾਂ ਦੇ, ਕਿਉਂਕਿ ਸਾਡਾ ਕੰਮ ਕੀ ਆ, ਸਾਡਾ ਨਾਰਾ ਕੀ ਹੈਗਾ ਵਾ, ਸਰਬੱਤ ਦਾ ਭਲਾ ਜੀ, ਉਹਨਾਂ ਗਰੀਬਾਂ ਦੇ ਵਾਸਤੇ ਤੁਸੀਂ ਆਮਦਨ ਲਾ ਦਿਓ ਤੇ ਐਸਜੀਪੀਸੀ ਦਾ ਨਾਮ ਰੌਸ਼ਨ ਹੋਵੇਗਾ। ਔਰ ਅਕਾਲ ਤਖਤ ਨੂੰ ਲੈਟ ਇਟ ਬੀ ਇੰਡੀਪੈਂਡੈਂਟ। ਅਕਾਲ ਤਖਤ ਦਾ ਕਿੱਡਾ ਪੁਰਾਣਾ ਵਿਰਸਾ ਵਾ, ਕਿੱਥੇ ਅਕਾਲੀ ਫੂਲਾ ਸਿੰਘ ਵਰਗੇ ਮਹਾਰਾਜਾ ਰਣਜੀਤ ਸਿੰਘ ਨੂੰ ਬੁਲਾ ਕੇ ਤੇ ਉਹਨੂੰ ਸਜ਼ਾ ਲਾ ਦਿੱਤੀ ਸੀ। ਕਿਸੇ ਜਥੇਦਾਰ ਵਿੱਚ ਹੈ ਕਿ ਕਿਸੇ ਛੋਟੇ ਜਿਹੇ ਅਕਾਲੀ ਨੂੰ ਵੀ ਸੱਦ ਕੇ ਉਹਨੂੰ ਸਜ਼ਾ ਲਾ ਸਕੇ? ਨਹੀਂ ਲਾ ਸਕਦੇ। ਸੋ ਸਾਡੀਆਂ ਪ੍ਰੀਮੀਅਰ ਇੰਸਟੀਟਿਊਸ਼ਨਸ ਲਾਈਕ ਐਸਜੀਪੀਸੀ, ਅਕਾਲ ਤਖਤ ਸਾਹਿਬ, ਦੇ ਨੀਡ ਟੂ ਬੀ ਕੰਪਲੀਟਲੀ ਇੰਡੀਪੈਂਡੈਂਟ। ਮੈਂ ਤਾਂ ਇਹ ਕਹੂੰਗਾ ਕਿ ਦੇ ਸ਼ੁੱਡ ਬੀ ਇੰਡੀਪੈਂਡੈਂਟ ਆਫ ਦ ਗਵਰਨਮੈਂਟਸ। ਅਕਾਲ ਤਖਤ ਦਾ ਜਥੇਦਾਰ ਜਿਹੜਾ ਵਾ ਉਹ ਪੋਪ ਹੈ ਸਾਡਾ, ਜਿਹੜਾ ਵੈਟੀਕਨ ਵਿੱਚ ਪੋਪ ਬੈਠਦਾ ਕ੍ਰਿਸਚਨਸ ਦਾ, ਉਹਨੂੰ ਇੱਕ 1 ਸਕੁਆਇਰ ਮਾਈਲ ਜਿਹੜਾ ਏਰੀਆ ਉਹਨੂੰ ਇੰਡੀਪੈਂਡੈਂਟ ਕੰਟਰੀ ਦਿੱਤੀ ਹੋਈ ਆ ਜੀ। ਕਿਸੇ ਦੇਸ਼, ਕੋਈ ਦੇਸ਼ ਉੱਥੇ ਮੁਦਾਖਲਤ ਨਹੀਂ ਕਰ ਸਕਦਾ। ਜਿਹੜੇ ਪ੍ਰਾਈਮ ਮਿਨਿਸਟਰ ਜਾਂ ਭਾਵੇਂ ਪ੍ਰੈਜ਼ੀਡੈਂਟ USA ਦਾ ਜਾਵੇ, ਉਹਨੂੰ ਝੁੱਕ ਕੇ ਉਹਦਾ ਹੱਥ ਚੁੰਮਦਾ ਵਾ। ਇੰਨੀ ਰਿਸਪੈਕਟ ਸਾਡੇ ਜਥੇਦਾਰ ਦੀ ਹੋਣੀ ਚਾਹੀਦੀ। ਪਰ ਉਸ ਰਿਸਪੈਕਟ ਨੂੰ ਕਮਾਉਣ ਵਾਸਤੇ ਤੁਹਾਡਾ ਕਿਰਦਾਰ ਏਡਾ ਵੱਡਾ ਹੋਣਾ ਚਾਹੀਦਾ ਕਿ ਲੋਕੀ ਆਪ ਹੀ ਆਣ ਕੇ ਤੁਹਾਡਾ ਸਤਿਕਾਰ ਕਰਨ। ਸੋ ਐਸਜੀਪੀਸੀ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਇਸ਼ੂ। ਐਂਡ ਐਸਜੀਪੀਸੀ ਸਾਡੀ ਤੇ ਅਕਾਲ ਤਖਤ ਜਿਹੜੀ ਆ ਇਹ ਬਿਲਕੁਲ ਨਿਰਪੱਖ ਤੇ ਪੜ੍ਹੇ ਲਿਖੇ ਚੰਗੇ ਬੰਦਿਆਂ ਦੇ ਹੱਥ ਵਿੱਚ ਹੋਣੀ ਚਾਹੀਦੀ, ਜਿਹੜਾ ਪੰਥ ਦਾ ਤੇ ਕੌਮ ਦਾ ਭਲਾ ਕਰ ਸਕੇ। ਖੈਰ ਸਾਹਿਬ, ਮੰਗਲਵਾਰ ਨੂੰ ਵਿਧਾਨ ਸਭਾ ਦਾ ਸੈਸ਼ਨ ਆ ਦੁਆਰਾ। ਅਸੀਂ ਉਮੀਦ ਕਰਦੇ ਹਾਂ ਕਿ ਹੁਣ ਰੌਲਾ ਨਾ ਪਵੇ, ਬਾਈਕਾਟ ਵਾਲੇ ਪਾਸੇ ਨੂੰ, ਰੌਲੇ ਰੱਪੇ ਵਾਲੇ ਪਾਸੇ ਨੂੰ ਤਾਂ ਨਹੀਂ ਜਾਊ ਵਿਰੋਧੀ? ਨਹੀਂ, ਕਦ ਨਹੀਂ ਕਰਨਾ ਅਸੀਂ ਜੀ। ਹੁਣ ਏਜੰਡਾ ਪਤਾ ਲੱਗੂਗਾ ਨਾ ਕਿ ਕਿਸ ਏਜੰਡੇ ਤੇ ਆ ਰਹੇ ਨੇ। ਜੇ ਤਾਂ ਜਿੱਦ ਕਰਕੇ ਕਹਿਣਗੇ ਕਿ ਅਸੀਂ ਮਤਾ ਹੀ ਪਾਸ ਕਰਨਾ ਵਾ, ਕੱਲਾ ਸੋਲੀ ਉਹ ਏਜੰਡਾ ਵਾ, ਇਟ ਹੈਜ਼ ਟੂ ਬੀ ਅਪੋਜ਼ਡ, ਪ੍ਰਿੰਸੀਪਲੀ ਅਪੋਜ਼ਡ, ਬਿਕੋਜ਼ ਦੈਟ ਇਜ਼ ਪਰਾਲੀ ਦਾ ਮੁੱਦਾ ਵਿੱਚ ਲੈ ਕੇ ਆਉਣਾ। ਉਹ ਲੈ ਆਉਣ ਸਾਰੇ ਜੀ। ਤੇ ਉਹ ਜਿਹੜੇ ਬਾਕੀ ਦੇ ਮੁੱਦੇ, ਮੈਂ ਤਾਂ ਕਹਿੰਦਾ ਸਾਡੇ ਕਹਿਣ ਦੇ ਉੱਤੇ ਅਸੀਂ ਰੋਜ਼ ਕਹਿ ਰਹੇ ਹਾਂ, ਤੁਹਾਡੇ ਮਾਧਿਅਮ ਸਪੀਕਰ ਨੂੰ ਵੀ ਲਿਖ ਕੇ ਭੇਜ ਦਾਂਗੇ। SYL ਤੇ ਵੀ ਬਹਿਸ ਕਰਾਉਣਾ, ਸਾਡਾ ਬੜਾ ਖਤਰੇ 'ਚ ਹੈ ਇਸ ਵੇਲੇ ਪਾਣੀ ਜੀ। ਸਾਰੀਆਂ ਸਰਕਾਰਾਂ ਸਾਜ਼ਿਸ਼ਾਂ ਕਰ ਰਹੀਆਂ ਕਿ ਸਾਡਾ ਪਾਣੀ ਖੁੱਸ ਜਾਵੇ। ਸਾਡੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ, ਬੇਅਦਬੀ ਲਟਕ ਰਹੀ, ਤੁਸੀਂ ਆਪੇ ਡਿਸਕਸ ਕੀਤਾ ਵਾ। ਜਿਹੜੇ EMPLOYEES ਨੇ ਜਿਨ੍ਹਾਂ ਨੂੰ ਵਾਅਦਾ ਕੀਤਾ 6 ਮਹੀਨਿਆਂ ਦਾ ਕਿ ਤੁਹਾਨੂੰ ਪੱਕੇ ਕਰਾਂਗੇ, ਉਹਨਾਂ ਡੰਡੇ ਪੈ ਰਹੇ ਨੇ, ਕੁੱਟ ਪੈ ਰਹੀ ਆ। ਲੰਬਜ਼ੀ ਸਕਿਨ ਡਿਜ਼ੀਜ਼ ਬਹੁਤ ਹੋਇਆ, ਪਸ਼ੂ ਮਰ ਰਹੇ ਨੇ, ਸ਼ਾਇਦ ਕੁਛ ਲੱਖ ਵਿੱਚ ਪਸ਼ੂ ਇਫੈਕਟ ਹੋ ਗਏ ਪੰਜਾਬ ਦੇ। ਸਾਡੇ ਜਿਹੜੇ ਮੂੰਗੀ ਦੀ ਅਦਾਇਗੀ ਨਹੀਂ ਕੀਤੀ ਸਰਕਾਰ ਨੇ, ਐਡਾ ਵੱਡਾ ਇਸ਼ੂ ਆ ਕਿ ਕਿਸਾਨਾਂ ਨੂੰ ਆਪੇ ਕਹਿ ਕੇ ਆਪਾਂ ਮੁੜ ਕੇ ਉਹਨਾਂ ਦੀ MSP ਤੇ ਫਸਲ ਨਾ ਖਰੀਦੇ। ਅਗਰ ਇਹ ਸਾਰੀਆਂ ਗੱਲਾਂ ਤੇ ਡਿਸਕਸ਼ਨ ਕਰਨਗੇ ਤਾਂ 100% ਡਿਸਕਸ਼ਨ ਵੀ ਕਰਾਂਗੇ, ਸਪੋਰਟ ਵੀ ਕਰਾਂਗੇ, ਚੰਗੇ ਗੱਲਾਂ ਦੀ ਇਹਨਾਂ ਦੀ ਮਦਦ ਵੀ ਕਰਾਂ। ਜਿੰਨੇ ਮਤੇ ਪਾਸ ਕੀਤੇ ਭਗਵੰਤ ਸਿੰਘ ਮਾਨ ਨੇ, ਪੰਜਾਬ ਯੂਨੀਵਰਸਿਟੀ ਦਾ ਕੀਤਾ, ਹਾਲਾਂਕਿ ਮੈਂ ਹੀ ਉਸ ਨੂੰ ਇਨੀਸ਼ੀਏਟ ਕੀਤਾ ਸੀ ਜੀ। ਮੱਤੇਵਾੜੇ ਦਾ ਕੰਮ ਕਰਾਇਆ ਇਹਨਾਂ ਕੋਲੋਂ, ਮੈਂ ਹੀ ਉੱਥੇ ਚੱਕਿਆ ਤਾਂ ਭੁੱਲ ਵੀ ਗਏ ਸੀਗੇ, ਤਾਂ ਟੈਕਸਟਾਈਲ ਪਾਰਕ ਬਣਾਉਣ ਚਲੇ ਗਏ ਸੀਗੇ। ਸੋ ਦੈਟ ਇਜ਼ ਅ ਵੈਰੀ ਵੈਲਿਡ ਪਲੇਟਫਾਰਮ ਪ੍ਰੋਵਾਈਡਡ ਇਟ ਇਜ਼ ਯੂਜ਼ਡ ਫॉर ਪੋਜ਼ੀਟਿਵ ਕੰਸਟਰਕਟਿਵ ਪਰਪਸਿਸ। 100% ਬਹਿਸ ਕਰਾਂਗੇ, ਲੇਕਿਨ ਇੱਕ ਗੱਲ ਯਾਦ ਰੱਖੋ, ਇਹਨਾਂ ਦਾ ਲਾਈਵ ਦੇਖ ਲਿਓ ਜਦੋਂ ਹੋਊਗਾ ਨੈਕਸਟ। ਇਹ ਸਾਰੀ ਆਪੋਜੀਸ਼ਨ ਦੇ ਉੱਤੇ ਦੂਰੋਂ ਇੱਕ ਹੀ ਫਰੇਮ, ਜਦੋਂ ਇਹ ਬੋਲਦੇ ਨੇ ਐਨ ਚਿਹਰੇ ਦੇ ਲਾਗੇ ਜਾ ਕੇ ਕਹਿਣਾ, ਇਹ ਵੀ ਤਾਂ ਵਿਤਕਰਾ ਹੀ ਹੈ, ਗਲਤ ਗੱਲ। ਸਭ ਨੂੰ ਦਿਖਾਓ ਨਾ। ਜਦ ਲੀਡਰ ਆਫ ਆਪੋਜੀਸ਼ਨ ਬੋਲਦਾ, ਉਹਨੂੰ ਉਹਦੇ ਤੇ ਫੋਕਸ ਕਰੋ ਨਾ। ਮੈਂ ਬੋਲ ਰਿਹਾ ਸੀਗਾ, ਮੇਰੀ ਆਵਾਜ਼ ਤੋਂ ਤੁਸੀਂ ਪਛਾਣ ਸਕਦੇ, ਮੇਰੀ ਤਸਵੀਰ ਹੀ ਨਹੀਂ ਦੇਖਦੀ, ਪਤਾ ਨਹੀਂ ਕਿੱਥੇ ਕੈਮਰਾ ਲਾਇਆ ਹੋਇਆ ਪਿੱਛੇ। ਛੋਟੀਆਂ ਗੱਲਾਂ ਨੇ ਵਿਚ ਸ਼ੋਜ਼ ਕਿ ਤੁਹਾਡਾ ਜਿਹੜਾ ਦਿਲ ਹੈਗਾ ਵਾ ਇਹ ਫਰਾਖ ਦਿਲ ਨਹੀਂ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਖਹਿਰਾ ਸਾਹਿਬ, ਤੁਸੀਂ ਜੁੜੇ। ਸ਼ੁਕਰੀਆ, ਥੈਂਕ ਯੂ। ਸੋ ਸੁਖਪਾਲ ਸਿੰਘ ਖਹਿਰਾ ਸਾਹਿਬ ਭੁਲੱਥ ਵਿਧਾਨ ਸਭਾ ਹਲਕੇ ਦੇ ਵਿਧਾਇਕ ਨੇ ਤੇ ਕਾਂਗਰਸ ਪਾਰਟੀ ਨੇ ਕਿਸਾਨ ਵਿੰਗ ਜਿਹੜਾ ਕਿਸਾਨ ਸੈੱਲ ਜਿਹੜਾ ਕਾਂਗਰਸ ਪਾਰਟੀ ਦਾ ਆਲ ਇੰਡੀਆ ਦਾ, ਉਹਨਾਂ ਦੇ ਇਸ ਵੇਲੇ ਉਹ ਮੁਖੀਆ ਨੇ। ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗੱਲਾਂ ਹੋਈਆਂ। ਵਿਧਾਨ ਸਭਾ ਦਾ ਸੈਸ਼ਨ ਜਿਹੜਾ ਨਹੀਂ ਹੋ ਸਕਿਆ ਤੇ ਜਿਹੜਾ ਹੋਣਾ, ਇਹਦੇ ਤੋਂ ਇਲਾਵਾ ਬੇਅਦਬੀ ਵਾਲਾ ਮੁੱਦਾ, ਇਹਦੇ ਬਹੁਤ ਸਾਰੇ ਹੋਰ ਮੁੱਦੇ ਨੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਰਾਜਨੀਤੀ, ਜਿੱਦਾਂ ਉਹਨਾਂ ਨੇ ਕਿਹਾ ਨਾ ਕਿ ਮੀਡੀਆ ਵੀ ਹੁਣ ਉੱਦਾਂ ਦੀਆਂ ਗੱਲਾਂ ਸਨਸਨੀ ਜੀ ਫੈਲਾਉਂਦਾ, ਅਸੀਂ ਚਾਹੁੰਦੇ ਹਾਂ ਕਿ ਮੀਡੀਆ ਵੀ ਦਰੁਸਤ ਹੋਵੇ, ਇੱਧਰਲੇ ਪਾਸੇ ਸਿਆਸੀ ਲੀਡਰਸ਼ਿਪ ਵੀ ਦਰੁਸਤ ਹੋਵੇ, ਕਿਉਂਕਿ ਪੰਜਾਬ ਕੰਬ ਰਿਹਾ ਇਸ ਵੇਲੇ। ਪੰਜਾਬ ਦੇ ਬਹੁਤ ਸਾਰੇ ਮਸਲੇ ਨੇ, ਆਮ ਲੋਕ ਜਿਹੜੇ ਨੇ ਉਹ ਇੱਕ ਹੱਲ ਚਾਹੁੰਦੇ ਆ ਕਿ ਉਹਨਾਂ ਨੂੰ ਆਸਦੀ ਕਰਨ, ਉਹ ਵੀ ਕਦੇ ਸਰਾਣੇ ਥੱਲੇ ਬਾਂਹ ਦੇ ਕੇ ਸੌਣ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ? ਤੁਹਾਡਾ ਕੋਈ ਸਵਾਲ ਹੋਵੇ ਖਹਿਰਾ ਸਾਹਿਬ ਤਾਈਂ, ਸਾਡੇ ਤਾਈਂ ਤੁਸੀਂ ਟਿੱਪਣੀ ਦੇ ਰੂਪ 'ਚ ਲਿਖ ਦਿਓ। ਇੱਥੇ ਪਰਮਜੀਤ ਸਿੰਘ ਬਾਠ ਨੂੰ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।